PTN 24 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਭਗ ਦੇ ਮੁੱਦੇ। ਇਸ ਦੇ ਵਿੱਚ ਆਪਣੇ ਨਾਲ ਪੰਜਾਬ ਭਰ ਤੋਂ ਹੁੰਦੇ ਨੇ ਪ੍ਰਸਿੱਧ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਤੇ ਪ੍ਰੋਗਰਾਮ ਮੰਡੇ ਟੂ ਫਰਾਈਡੇ ਹੁੰਦਾ ਜੀ। ਤੇ ਇਸ ਵੀਕ ਦਾ ਮਿਡ ਆ ਗਿਆ ਜੀ, ਤੇ ਕੱਲ ਨੂੰ ਥਰਸਡੇ ਤੇ ਪਰਸੋਂ ਨੂੰ ਫਰਾਈਡੇ। ਇਸ ਤੋਂ ਬਾਅਦ 2 ਦਿਨ ਹੋਰ ਰਹਿ ਗਏ ਜੀ। ਕੱਲ ਦਾ ਸ਼ੋਅ ਆਪਣਾ ਹੋਊਗਾ ਤੇ ਪਰਸੋਂ ਫਰਾਈਡੇ ਨੂੰ ਵੱਡੇ ਵੀਰ ਦਲਵੀਰ ਸਿੰਘ ਨਿੱਜਰ ਹੋਣੀ ਤੁਹਾਡੇ ਨਾਲ ਜੁੜਦੇ ਨੇ ਜੀ। ਤੇ ਆਪਣੀ ਲਾਈਨ ਇਸ ਟਾਈਮ ਜਿਹੜੀ ਆ ਬਠਿੰਡੇ ਜੁੜ ਚੁੱਕੀ ਆ। ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਦਾ। ਜੀ ਢਿੱਲੋਂ ਸਾਹਿਬ, ਸਵਾਗਤ ਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਆਪਾਂ ਚੱਲਦੇ ਪਹਿਲੀ ਖਬਰ ਆਪਾਂ ਸਾਂਝੀ ਕੀਤੀ ਸੀ ਕਿ ਉਦੋਂ ਜਿਹੜਾ ਪੁਲਿਸ ਕਮਿਸ਼ਨਰ ਆ, ਸਾਬਕਾ ਪੁਲਿਸ ਕਮਿਸ਼ਨਰ ਮਹਾਰਾਸ਼ਟਰ ਦਾ, ਉਹਦੇ ਪਰਮਵੀਰ ਸਿੰਘ ਦੀ ਹੁਣ ਦੁਬਾਰਾ ਫੇਰ ਖਬਰ ਆਈ ਹੈ ਜੀ ਕਿ ਸੁਪਰੀਮ ਕੋਰਟ ਨੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਨਾ ਕਰ ਦਿੱਤੀ ਹੈ ਜੀ। ਬਿਲਕੁਲ ਜੀ, ਪਰਮਵੀਰ ਸਿੰਘ ਨੇ ਇਹ ਇਲਜ਼ਾਮ ਲਾਇਆ ਸੀ ਕਿ ਜਿਹੜੇ ਉੱਥੋਂ ਦੇ ਗ੍ਰਹਿ ਮੰਤਰੀ ਹੈ ਮਹਾਰਾਸ਼ਟਰ ਦੇ ਜੀ, ਉਹਨਾਂ ਨੇ ਕੁਝ ਪੁਲਿਸ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਸੀ। ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਪੁਲਿਸ ਅਫਸਰਾਂ ਨੂੰ ਇਹ ਕਿਹਾ ਸੀ ਕਿ 100 ਕਰੋੜ ਰੁਪਈਆ ਡੇਲੀ ਉਗਰਾਹੋ। ਔਰ ਉਗਰਾਉਣ ਵਾਸਤੇ ਉਹਨਾਂ ਨੂੰ ਥਾਂ ਵੀ ਦੱਸੇ ਸੀ ਕਿ ਕਿੱਥੇ ਹੈ। ਬੰਬਈ ਦੇ ਵਿੱਚ ਕਿਉਂਕਿ ਵੱਡੇ ਵੱਡੇ ਹੋਟਲ ਹੈ, ਵੱਡੇ ਵੱਡੇ ਉੱਥੇ ਜਿਹੜੇ ਹੈਗੇ ਆ ਮਾਲਸ ਹੈ, ਇਹਨਾਂ ਤੇ ਜਾਓ ਤੇ ਕਹਿੰਦੇ ਇਹਨਾਂ ਤੋਂ 100 ਕਰੋੜ ਰੁਪਈਏ ਡੇਲੀ ਉਗਰਾ ਕੇ ਲੈ ਕੇ ਆਓ। ਉਹ ਉਗਰਾਹੀ ਚੱਲਦੀ ਸੀ। ਫਿਰ ਉਹ ਕਹਿੰਦੇ ਵੀ ਇਹ ਮਾਮਲਾ ਜਦੋਂ, ਕਿਉਂਕਿ ਇੱਕ ਵਿਅਕਤੀ ਦਾ ਉੱਥੇ ਕਤਲ ਹੋ ਗਿਆ ਸੀ। ਕਤਲ ਕਿਸ ਵਿਅਕਤੀ ਦਾ ਹੋਇਆ ਸੀ? ਉਸ ਵਿਅਕਤੀ ਦਾ ਕਤਲ ਹੋਇਆ ਸੀ ਜਿਹਦੀ ਗੱਡੀ ਇਸਤੇਮਾਲ ਕੀਤੀ ਗਈ ਸੀ। ਅੰਬਾਨੀ ਦੀ ਰਿਹਾਇਸ਼ ਦੇ ਕੋਲੇ ਇੱਕ ਸਕਾਰਪੀਓ ਗੱਡੀ ਖੜੀ ਕੀਤੀ ਸੀ। ਉਸ ਗੱਡੀ ਦੇ ਵਿੱਚ ਕੁਝ ਮਤਲਬ ਜਿਹੜੀਆਂ ਹੈਗੇ ਵਿਰੋਧੀ ਤੱਤ ਸੀ। ਔਰ ਇਹ ਕਿਹਾ ਗਿਆ ਕਿ ਇਹ ਵਿਰੋਧੀ ਤੱਤ ਜਿਹੜੇ ਹੈਗੇ ਆ ਜਿਸ ਬੰਦੇ ਨੇ ਰੱਖੇ ਆ ਉਹਦੀ ਸ਼ਨਾਖਤ ਕਰਨੀ ਹੈ। ਤਾਂ ਇਹਦੇ 'ਚ ਜਿਹੜੀ ਤਫਤੀਸ਼ ਹੈ, ਤਫਤੀਸ਼ ਉਹਨਾਂ ਨੇ ਦੇ ਦਿੱਤੀ ਸੀਗੀ ਕ੍ਰਾਈਮ ਬ੍ਰਾਂਚ ਨੂੰ। ਕ੍ਰਾਈਮ ਬ੍ਰਾਂਚ ਦਾ ਜਿਹੜਾ ਹੈਗਾ ਸਚਿਨ ਵਾਜ਼ੇ ਨਾਂ ਦਾ ਇੱਕ ਹੈਗਾ, ਬੜਾ ਵੱਡਾ ਅਫਸਰ ਨਹੀਂ, ਛੋਟਾ ਅਫਸਰ ਹੀ ਹੈ। ਆਪਾਂ ਨੂੰ SP ਰੈਂਕ 'ਚ ਨਹੀਂ ਕਹਿ ਸਕਦੇ, DSP ਰੈਂਕ 'ਚ ਨਹੀਂ ਕਹਿ ਸਕਦੇ, ਇੰਸਪੈਕਟਰ ਰੈਂਕ ਦੇ ਵਿੱਚ ਹੀ ਵਿਅਕਤੀ ਹੈ। ਤੇ ਉਹਨੂੰ ਉੱਥੇ ਦਾ ਇੰਚਾਰਜ ਲਾਇਆ ਹੋਇਆ ਸੀ। ਉਹਦੀ ਪੜਤਾਲ ਕਰ ਰਿਹਾ ਸੀ। ਤੇ ਉਹਦੀ ਪੜਤਾਲ ਕਰਦਿਆਂ ਹੋਇਆ ਇਹ ਕਿ ਜਿਹੜਾ ਜਿਸ ਵਿਅਕਤੀ ਦੀ ਗੱਡੀ ਸੀ ਉਹ ਵਿਅਕਤੀ ਦੀ ਡੈਡ ਬੋਡੀ ਅਚਨਚੇਤ ਖਾੜੀ ਚੋਂ ਮਿਲ ਜਾਂਦੀ ਹੈ ਜੀ। ਉਹਦਾ ਪੋਸਟਮਾਰਟਮ ਕਰਨ ਤੇ ਇਹ ਸਾਬਤ ਹੁੰਦਾ ਹੈ ਕਿ ਉਸ ਬੰਦੇ ਦਾ ਕਤਲ ਹੋਇਆ ਸੀ, ਕਿਉਂਕਿ ਉਹਦੇ ਮੂੰਹ ਦੇ ਵਿੱਚ ਕੁਝ ਰੁਮਾਲ ਵੀ ਤੁਨੇ ਹੋਏ ਸੀ। ਦੇਵੇਂਦਰ ਫੜਨਵੀਸ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਮਹਾਰਾਸ਼ਟਰ ਦੇ ਤੇ ਇਸ ਵੇਲੇ ਵਿਰੋਧੀ ਧਿਰ ਦੇ ਆਗੂ ਆ, ਉਹਨਾਂ ਨੇ ਇਹ ਇਲਜ਼ਾਮ ਲਾ ਦਿੱਤਾ ਸੀ ਕਿ ਇਹ ਮੈਨੂੰ ਉਹਦੀ ਵਾਈਫ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤੇ ਉਹਦੀ ਵਾਈਫ ਨੇ ਕਿਹਾ ਕਿ ਉਹ ਗੱਡੀ ਜਿਹੜੀ ਹੈਗੀ ਹੈ ਬਹੁਤ ਪਹਿਲਾਂ ਹੀ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ, ਕਿਉਂਕਿ ਅਨਿਲ ਜਿਹੜਾ ਸਚਿਨ ਵਜੇ ਹੈ, ਸਚਿਨ ਵਜੇ ਨੇ ਉਹ ਗੱਡੀ ਜਿਹੜੀ ਹੈਗੀ ਹੈ ਕਾਬੂ ਕੀਤੀ ਹੋਈ ਸੀ। ਉਹਦੇ ਨਾਲ ਇਹ ਵੀ ਗੱਲ ਕਹੀ ਸੀ ਕਿ ਸਚਿਨ ਵਜੇ ਨੇ ਹੀ ਮੇਰੇ ਘਰ ਵਾਲੇ ਨੂੰ ਬੁਲਾਇਆ ਸੀ, ਇਹ ਟੈਲੀਫੋਨ ਦੀ ਰਿਕਾਰਡਿੰਗ ਵਗੈਰਾ ਕੱਢੀ ਜਾ ਸਕਦੀ ਹੈ। ਇਹਦੇ ਤੇ ਬੜਾ ਰੌਲਾ ਪੈ ਗਿਆ ਸੀ। ਰੌਲਾ ਪੈਂਦਿਆਂ ਹੋਇਆ ਕਿ ਫਿਰ ਸਚਿਨ ਵਜੇ ਨੂੰ ਗ੍ਰਿਫਤਾਰ ਕੀਤਾ ਜਾਂਦਾ, ਕਿਹਦੇ ਵੱਲੋਂ? ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ। ਉਹਨਾਂ ਨੇ ਕਰ ਲਿਆ। ਨਾਲ ਹੀ ਮਹਾਰਾਸ਼ਟਰ ਦੀ ਸਰਕਾਰ ਨੇ ATS ਦੀ ਇਨਕੁਆਇਰੀ ਲਾ ਦਿੱਤੀ ਸੀ। ਇਹ ਮਾਮਲਾ ਚੱਲਦਾ ਰਿਹਾ। ਸਚਿਨ ਵਜੇ ਜਦੋਂ ਗ੍ਰਿਫਤਾਰ ਹੋ ਗਿਆ ਤੇ ਤੰਦਾ ਤੁਰਨ ਲੱਗੀਆਂ ਗਾ, ਪਤਾ ਲੱਗਿਆ ਕਿ ਇਹਦਾ ਬੜਾ ਕਾਲਾ ਮਾਲਾ ਹੈ। ਕਿਉਂਕਿ ਆਪਾਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਮੁੰਬਈ ਭਾਰਤ ਦੀ ਆਰਥਿਕ ਰਾਜਨੀਤੀ ਹੈ ਤੇ ਜਿਹੜਾ ਬੰਦਾ ਉੱਥੇ ਗ੍ਰਹਿ ਮੰਤਰੀ ਬਣ ਜਾਂਦਾ ਜਾਂ ਵਿੱਤ ਮੰਤਰੀ ਬਣ ਜਾਂਦਾ ਹੈ, ਉਹਦੀਆਂ ਜਿਹੜੀਆਂ 7 ਪੀੜ੍ਹੀਆਂ ਦੀ ਪ੍ਰਾਪਰਟੀ ਉਹਦੇ ਕੋਲ ਇਕੱਠੀ ਹੋ ਜਾਂਦੀ ਹੈ। ਇੰਨੀ ਕੁ ਜਾਇਦਾਦ ਬਣ ਜਾਂਦੀ ਹੈ, ਇੰਨਾ ਜ਼ਿਆਦਾ ਪੈਸਾ ਉੱਥੋਂ ਇਕੱਠਾ ਹੁੰਦਾ ਹੈ। ਕਿਸੇ ਨੂੰ ਵੀ ਮੌਕਾ ਮਿਲ ਜੇ ਤੇ ਇਸੇ ਕਰਕੇ ਉਹ ਟੁੱਟ ਕੇ ਪੈ ਜਾਂਦਾ ਇਸ ਮਹਿਕਮੇ ਨੂੰ। ਅੱਜ ਕੱਲ੍ਹ ਇਹ ਮਹਿਕਮਾ ਜਿਹੜਾ ਹੈਗਾ, ਇਹ ਗ੍ਰਹਿ ਵਿਭਾਗ ਹੈ ਜਿਹੜਾ, ਇਹ NCP ਦੇ ਕੋਲੇ ਹੈ। ਸੋ ਜਦੋਂ ਰਫੜ ਜ਼ਿਆਦਾ ਪੈ ਗਿਆ ਤਾਂ ਫਿਰ ਪਰਮਵੀਰ ਨੂੰ ਪਤਾ ਲੱਗਿਆ ਕਿ ਗੱਲ ਮੇਰੇ ਤੱਕ ਆਉਂਦੀ ਹੈ। ਇਹ ਤੋਂ ਪਹਿਲਾਂ ਕਿ ਉਹ ਕੁਛ ਬੋਲਦਾ ਤੇ ਮਹਾਰਾਸ਼ਟਰ ਦੀ ਸਰਕਾਰ ਨੇ ਪਰਮਵੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਡਾਇਰੈਕਟਰ ਜਨਰਲ ਹੋਮਗਾਰਡ। ਪਹਿਲਾਂ ਮੁੰਬਈ ਦਾ ਪੁਲਿਸ ਕਮਿਸ਼ਨਰ ਸੀ ਤੇ ਫਿਰ ਉਹਨੂੰ ਡਾਇਰੈਕਟਰ ਜਨਰਲ ਹੋਮਗਾਰਡ ਲਾਤਾ। ਡਾਇਰੈਕਟਰ ਜਨਰਲ ਹੋਮਗਾਰਡ ਦੇ ਤੇ ਜੁਆਇਨ ਕਰਨ ਤੋਂ ਬਾਅਦ ਉਸ ਬੰਦੇ ਨੇ ਦੀ ਇੱਕ ਚਿੱਠੀ ਜਨਤਕ ਹੁੰਦੀ ਹੈ। ਉਹ ਚਿੱਠੀ ਉਹਨੇ ਉਧਮ ਠਾਕਰੇ ਨੂੰ ਲਿਖੀ, ਜਿਹੜੇ ਉੱਥੇ ਦੇ ਮੁੱਖ ਮੰਤਰੀ ਹੈ। ਉਹਦੀ ਇੱਕ ਕਾਪੀ ਜਿਹੜੀ ਹੈਗੀ ਆ ਭਗਤ ਸਿੰਘ ਕੁਸ਼ਿਆਰੀ ਜਿਹੜੇ ਉੱਥੋਂ ਦੇ ਗਵਰਨਰ ਸਾਹਿਬ ਹੈ ਉਹਨਾਂ ਨੂੰ ਭੇਜੀ। ਤੇ ਉਹਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਜਿਹੜੇ ਇਹ ਅਨਿਲ ਦੇਸ਼ਮੁਖ ਹੈ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ, ਉਹ ਜਿਹੜੀ ਕਮਾਂਡ ਚੇਨ ਹੈ
ਉਹਨੂੰ ਤੋੜ ਕੇ ਤੇ ਛੋਟੇ ਅਧਿਕਾਰੀਆਂ ਦੇ ਨਾਲ ਸਿੱਧੀ ਗੱਲਬਾਤ ਕਰਦੇ ਆ। ਕਮਾਂਡ ਚੇਂਜ ਦਾ ਮਤਲਬ ਇਹ ਹੁੰਦਾ ਕਿ ਜਦੋਂ ਤੁਸੀਂ ਕਿਸੇ ਜਿਹੜੀਆਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਨੀ ਹੈ ਤਾਂ ਉਹ ਮੀਟਿੰਗ ਕਰਨ ਵਾਸਤੇ ਤੁਹਾਨੂੰ ਜਿਹੜਾ ਡਿਪਾਰਟਮੈਂਟ ਦਾ ਹੈਡ ਆ ਉਹਦੇ ਨਾਲ ਗੱਲ ਕਰਨੀ ਪੈਣੀ ਹੈ ਕਿ ਭਾਈ ਆਪਾਂ ਇਹ ਵਿਸ਼ੇ ਨੂੰ ਲੈ ਕੇ ਜਿਹੜਾ ਏਜੰਡੇ ਨੂੰ ਲੈ ਕੇ ਆਪਾਂ ਗੱਲਬਾਤ ਕਰਨੀ ਹੈ ਤੇ ਤੁਸੀਂ ਆਪਣੇ ਅਧਿਕਾਰੀਆਂ ਨੂੰ ਬੁਲਾਓ। ਉਹ ਮਤਹਿਤ ਅਧਿਕਾਰੀਆਂ ਨੂੰ ਬੁਲਾਉਂਦੇ ਤੇ ਵਿੱਚ ਸੀਨੀਅਰ ਅਧਿਕਾਰੀ ਵੀ ਹੁੰਦੇ ਤੇ ਫਿਰ ਉੱਥੇ ਗੱਲਬਾਤ ਹੁੰਦੀ ਹੈ। ਇੱਥੇ ਦਾ ਇਲਜ਼ਾਮ ਇਹ ਹੈ ਕਿ ASP ਜਿਹੜੇ ਛੋਟੇ ਅਧਿਕਾਰੀ ਹੈ DSP ਲੈਵਲ ਦੇ ਉਹਨਾਂ ਨੂੰ ਬੁਲਾਉਂਦਾ ਗ੍ਰਹਿ ਮੰਤਰੀ ਆਪਦੇ ਘਰ ਔਰ ਆਪਣੇ ਘਰ ਬੁਲਾ ਕੇ ਤੇ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਇੰਨੇ ਪੈਸੇ ਉਗਰਾ ਕੇ ਦਿਓ। ਇਹ ਗੱਲ ਬੜੀ ਮਾੜੀ ਹੈ, ਜਿਹਦੀ ਪੜਤਾਲ ਹੋਣੀ ਚਾਹੀਦੀ ਹੈ। ਜਦੋਂ ਇਹ ਲੈਟਰ ਬੰਬ ਫਟਿਆ ਤੇ ਇਸ ਲੈਟਰ ਬੰਬ ਨੇ ਤਹਿਲਕਾ ਮਚਾ ਦਿੱਤਾ ਮਹਾਰਾਸ਼ਟਰ ਦੀ ਰਾਜਨੀਤੀ ਦੇ ਵਿੱਚ। ਸ਼ਰਦ ਪਵਾਰ ਜਿਹੜੇ NCP ਦੇ ਚੀਫ ਆ ਉਹਨਾਂ ਨੇ ਪਹਿਲਾਂ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਤੇ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਬਾਅਦ ਵਿੱਚ ਉਹਨਾਂ ਨੇ ਆਪਣੀ ਪਾਰਟੀ ਦੇ ਲੀਡਰਾਂ ਨਾਲ ਗੱਲਬਾਤ ਕੀਤੀ ਤੇ ਲੀਡਰਾਂ ਨੇ ਕਹਿ ਦਿੱਤਾ ਜੀ ਨਹੀਂ, ਆਪਣਾ ਬੰਦਾ ਦੁੱਧ ਧੋਤਾ ਹੈ। ਤੇ ਫਿਰ ਉਹਨੇ ਜਿਹੜਾ ਸ਼ਰਦ ਪਵਾਰ ਹੈ ਉਹਨੇ ਆਪਣਾ ਸਟੈਂਡ ਬਦਲ ਲਿਆ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਫੜਨਵੀਸ ਆ ਜਿਹੜੇ ਉਹ ਲਗਾਤਾਰ ਜਿਹੜੀ ਹੈਗੀ ਹੈ ਚਾਂਦਮਾਰੀ ਕਰਦੇ ਆ। ਉਹ ਗ੍ਰਹਿ ਮੰਤਰੀ ਨੂੰ ਵੀ ਮਿਲੇ ਜਾ ਕੇ, ਗ੍ਰਹਿ ਸਕੱਤਰ ਨੂੰ ਵੀ ਮਿਲੇ ਦਿੱਲੀ ਜਾ ਕੇ ਔਰ ਉਹਨਾਂ ਨੇ ਕਿਹਾ ਕਿ ਜਿਹੜੀ ਹੈ ਇਸ ਮਾਮਲੇ ਦੀ CBI ਤੋਂ ਪੜਤਾਲ ਕੀਤੀ ਜਾਵੇ। ਸ਼ਿਵ ਸੈਨਾ ਦੀ ਉਧਵ ਠਾਕਰੇ ਸਰਕਾਰ ਹੈ ਜਿਹੜੀ ਉਹ ਵਾਰ-ਵਾਰ ਇਹ ਇਲਜ਼ਾਮ ਲਾ ਰਹੀ ਹੈ ਕਿ ਇਹ ਸਾਡੀ ਸਰਕਾਰ ਨੂੰ ਡੀਸਟੇਬਲਾਈਜ਼ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ। ਉਹਨਾਂ ਦਾ ਇਹ ਵੀ ਕਹਿਣਾ ਕਿ ਮਹਾਰਾਸ਼ਟਰ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਔਰ ਆਪੋਜੀਸ਼ਨ ਨੇ ਇਹ ਇਲਜ਼ਾਮ ਵੀ ਲਾਇਆ ਵੀ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਜਿਹਨਾਂ ਸੂਬਿਆਂ ਦੇ ਵਿੱਚ ਚੋਣਾਂ ਹਾਰ ਜਾਂਦੀ ਹੈ, ਲੋਕ ਇਹਨਾਂ ਨੂੰ ਸੱਤਾ ਤੇ ਨਹੀਂ ਬਿਠਾਉਂਦੇ, ਉਹਨਾਂ ਸੂਬਿਆਂ ਦੇ ਵਿੱਚ ਸੱਤਾ ਹਾਸਲ ਕਰਨ ਵਾਸਤੇ ਇਹ ਗੈਰ ਕਾਨੂੰਨੀ ਢੰਗ ਤਰੀਕੇ ਇਸਤੇਮਾਲ ਕਰਦੇ ਆ, ਏਜੰਸੀਆਂ ਨੂੰ ਇਸਤੇਮਾਲ ਕਰਦੇ ਆ। ਪਰਮਵੀਰ ਬਾਰੇ ਵੀ ਇਲਜ਼ਾਮ ਉਹ ਇਹੀ ਲਾਉਂਦੇ ਕਿ ਪਰਮਵੀਰ ਪਹਿਲਾਂ BJP ਦੇ ਜ਼ਮਾਨੇ ਦੇ ਵਿੱਚ ਵੀ ਇਹ ਵੱਡੇ ਅਹੁਦਿਆਂ ਤੇ ਰਿਹਾ। ਤੁਹਾਡੇ ਯਾਦ ਹੋਣਾ ਹੈ ਚੰਦੀ ਸਾਹਿਬ, ਜਦੋਂ ਇਹ ਮਹਾਰਾਸ਼ਟਰ ਦੀ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਉਸ ਵੇਲੇ ਕਿਸੇ ਵੀ ਪਾਰਟੀ ਕੋਲੇ ਬਹੁਮਤ ਨਹੀਂ ਸੀ ਆਇਆ, ਪਰ ਫਿਰ ਤੁਸੀਂ ਇਹ ਦੇਖਿਆ ਹੋਣਾ ਕਿ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਸੀ। ਇੱਕ ਰਾਤ ਰਾਸ਼ਟਰਪਤੀ ਰਾਜ ਜਿਹੜਾ ਹੈਗਾ ਖਤਮ ਹੋ ਜਾਂਦਾ ਹੈ ਔਰ ਰਾਸ਼ਟਰਪਤੀ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਤੜਕੇ ਵੱਡੇ ਤੜਕੇ ਗਵਰਨਰ ਜਿਹੜਾ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਤੇ ਅਜੀਤ ਪਵਾਰ ਜਿਹੜਾ ਸ਼ਰਦ ਪਵਾਰ ਦਾ ਭਤੀਜਾ ਉਹਨੂੰ ਡਿਪਟੀ ਮੁੱਖ ਮੰਤਰੀ ਦੀ ਸਹੁੰ ਚੁੱਕਾਉਂਦਾ ਹੈ। ਰੌਲਾ ਬਹੁਤ ਪੈਂਦਾ ਇਸ ਮੁੱਦੇ ਨੂੰ ਲੈ ਕੇ ਔਰ ਉਹ ਜਿਹੜਾ ਅਜੀਤ ਪਵਾਰ ਸੀ, ਅਜੀਤ ਪਵਾਰ ਦੇ ਖਿਲਾਫ ਕਈ ਸਾਰੇ ਮੁਕੱਦਮੇ ਚੱਲਦੇ ਸੀ, ਉਹਦੇ ਖਿਲਾਫ ਕਈ ਪੜਤਾਲਾਂ ਚੱਲਦੀਆਂ ਸੀ ਕਿ ਉਹਨੇ ਜਿਹੜੇ ਹੈਗੇ ਵੱਡੇ ਵੱਡੇ ਡੈਮ ਬਣਾਏ ਹੈ। ਡੈਮਾਂ ਦੇ ਮਾਮਲਿਆਂ ਦੇ ਵਿੱਚ ਉਹਨੇ ਸੈਂਕੜੇ ਨਹੀਂ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਕੀਤੇ ਆ। ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਔਰ ਭਾਰਤੀ ਜਨਤਾ ਪਾਰਟੀ ਦੇ ਦੌਰ ਦੇ ਵਿੱਚ ਹੀ ਉਹ ਜਿਹੜੀਆਂ ਪੜਤਾਲਾਂ ਸ਼ੁਰੂ ਹੋਈਆਂ ਸੀ। ਲੇਕਿਨ ਡਿਪਟੀ ਮੁੱਖ ਮੰਤਰੀ ਬਣਦੇ ਹੀ ਉਹਦੇ ਸਾਰੇ ਦੇ ਸਾਰੇ ਕੇਸ ਵਾਪਸ ਲੈ ਲਏ ਸੀ ਔਰ ਉਹ ਕੇਸ ਵਾਪਸ ਲੈਣ ਦੇ ਵਿੱਚ ਵੀ ਕਹਿੰਦੇ ਸਭ ਤੋਂ ਵੱਡਾ ਯੋਗਦਾਨ ਪਰਮਵੀਰ ਸਿੰਘ ਦਾ ਸੀ। ਸੋ ਜਿਹੜੇ ਇਸ ਕਿਸਮ ਦੇ ਪੁਲਿਸ ਅਫਸਰ ਹੁੰਦੇ ਆ, ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਪੁਲਿਸ ਅਫਸਰ ਕਿਸ ਕਿਸਮ ਦੇ, ਭਾਰਤ ਦੇ ਵਿੱਚ ਵੀ ਆਪਾਂ ਸਾਰੇ ਦੇਖਦੇ ਹਾਂ ਕਿ ਜਿਹੜੇ ਪੁਲਿਸ ਅਫਸਰ ਹੁੰਦੇ ਆ ਸਿਆਸਤਦਾਨਾਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੇ ਆ, ਕਿਉਂਕਿ ਸਿਆਸਤਦਾਨ ਬਾਕੀ ਸਭ ਕੁਝ ਕਰ ਸਕਦੇ ਆ ਲੇਕਿਨ ਉਹ DC SSP SHO DSP ਉਹ ਆਪਣੇ ਵਰਕਰਾਂ ਨੂੰ ਨਹੀਂ ਲਾ ਸਕਦੇ। ਉਹਨਾਂ ਨੂੰ ਉਹੀ ਬੰਦੇ ਲਾਉਣੇ ਪੈਣਗੇ ਜਿਹੜਾ ਲੋਟ ਉਹਨਾਂ ਦੇ ਕੋਲੇ ਹੈ। ਸੋ ਅਫਸਰ ਜਿਨ੍ਹਾਂ ਨੇ ਜਿਹੜੇ ਕਮਾਊ ਪੁੱਤ ਹੁੰਦੇ ਆ, ਜਿਹੜੇ ਮਲਾਈਦਾਰ ਅਹੁਦੇ ਤੇ ਰਹੇ ਹੁੰਦੇ ਆ, ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ ਹੈ ਤੇ ਕਮਾਈ ਕਰ ਸਕਦੇ ਆ, ਉਹ ਜਦੋਂ ਲੀਡਰਾਂ ਨੂੰ ਜਾ ਕੇ ਦਿਖਾਉਂਦੇ ਆ, ਜਲਵਾ ਦਿਖਾਉਂਦੇ ਆ ਕਿ ਆਹ ਕੁਛ ਅਸੀਂ ਕਰਾਂਗੇ, ਉਹੀ ਕੁਛ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਕੀ ਹੋਇਆ। ਪੰਜਾਬ ਦੇ ਵਿੱਚ ਬਹੁਤ ਸਾਰੇ ਪੁਲਿਸ ਅਫਸਰ ਉਦੋਂ ਦੇ ਹੈ ਜਿਹੜੇ ਅਕਾਲੀ ਦਲ ਵੇਲੇ ਵੀ ਹੁੰਦੇ ਸੀ। ਅਕਾਲੀ ਦਲ ਵੇਲੇ ਵੀ ਬਹੁਤੇ ਪੁਲਿਸ ਅਫਸਰ ਉਹੀ ਹੈ ਜਿਹੜੇ ਪਹਿਲਾਂ ਕਾਂਗਰਸ ਵੇਲੇ ਹੁੰਦੇ ਸੀ। ਕੌਣ ਨਹੀਂ ਜਾਣਦਾ ਕਿ ਸੁਮੈਧ ਸਿੰਘ ਸੈਣੀ ਕਾਂਗਰਸ ਦੀ ਸਰਕਾਰ ਵੇਲੇ, ਕੈਪਟਨ ਦੀ ਪਿਛਲੀ ਸਰਕਾਰ ਵੇਲੇ IG ਇੰਟੈਲੀਜੈਂਸ ਦਾ ਸੀ ਔਰ ਉਦੋਂ ਬਾਦਲ ਪਰਿਵਾਰ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਉਸ ਮੁਕੱਦਮੇ ਨੂੰ ਦਰਜ ਕਰਵਾਉਣ ਦੇ ਵਿੱਚ ਵੀ ਭੂਮਿਕਾ ਉਹਦੀ ਸੀ। ਉਦੋਂ ਜਿਹੜੇ ਰਵੀ ਸਿੱਧੂ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਸੀ ਉਹ ਪੜਤਾਲ ਮੁੱਢਲੀ ਵੀ ਇਹਨੇ ਕੀਤੀ ਸੀ, ਪਰਚਾ ਭਾਵੇਂ ਵਿਜੀਲੈਂਸ ਨੇ ਕੀਤਾ ਸੀ ਔਰ ਕਈ ਅਕਾਲੀ ਲੀਡਰਾਂ ਨੂੰ ਇਹਨੇ ਟੌਰਚਰ ਵੀ ਕੀਤਾ ਸੀ ਜਿਨ੍ਹਾਂ ਦੇ ਵਿੱਚ ਨਾਂ ਆਉਂਦੇ ਜਥੇਦਾਰ ਤੋਤਾ ਸਿੰਘ ਹੋਰਾਂ ਦੇ, ਉਹਨਾਂ ਦੇ ਖਿਲਾਫ ਪਰਚੇ, ਜਥੇਦਾਰ ਤੋਤਾ ਸਿੰਘ ਹੋ ਗਿਆ, ਸੁੱਚਾ ਸਿੰਘ ਲਗਾ ਹੋ ਗਿਆ, ਇਹਨਾਂ ਸਾਰਿਆਂ ਦੇ ਪਰਚੇ ਹੋਏ ਸੀ। ਲੇਕਿਨ ਜਦੋਂ ਅਗਲੀ ਸਰਕਾਰ ਬਣਦੀ ਹੈ ਅਕਾਲੀਆਂ ਦੀ ਤੇ ਉਹੀ DGP ਜਿਹੜਾ ਇਹਨਾਂ ਦੇ ਖਿਲਾਫ ਕਾਰਵਾਈ ਕਰਦਾ ਸੀ ਉਹ ਇਹਨਾਂ ਦਾ ਹਰਮਨ ਪਿਆਰਾ ਬਣ ਗਿਆ, ਜਿਹੜਾ IG ਸੀ ਔਰ ਉਹਨੂੰ ਇਹਨਾਂ ਨੇ ਡਾਇਰੈਕਟਰ ਵਿਜੀਲੈਂਸ ਬਿਊਰੋ ਲਾਤਾ। ਕਿਉਂ ਲਾਇਆ ਵਿਜੀਲੈਂਸ ਬਿਊਰੋ? ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਜਿਹੜਾ ਕੰਮ ਇਹ ਪਹਿਲਾਂ ਕਾਂਗਰਸ ਵਾਸਤੇ ਕਰਦਾ ਰਿਹਾ ਉਹ ਸਾਡੇ ਵਾਸਤੇ ਵੀ ਕਰਦਾ ਰਹੂ। ਇਹ ਪੁਲਿਸ ਦਾ ਕਰੈਕਟਰ ਇੱਕੋ ਹੀ ਹੈ, ਸਿਆਸਤਦਾਨਾਂ ਦਾ ਕਰੈਕਟਰ ਇੱਕੋ ਹੀ ਹੈ ਸਾਰੇ ਦੇਸ਼ ਦੇ ਵਿੱਚ ਔਰ ਇਹੀ ਕੁਛ ਮਹਾਰਾਸ਼ਟਰ ਦੇ ਵਿੱਚ ਹੋਇਆ। ਹੁਣ ਉਹਦੀ ਟ੍ਰਾਂਸਫਰ ਹੋ ਗਈ ਜੀ। ਟ੍ਰਾਂਸਫਰ ਹੋਣ ਤੋਂ ਬਾਅਦ
ਉਹ ਸਿੱਧਾ ਸੁਪਰੀਮ ਕੋਰਟ ਚਲਾ ਗਿਆ। ਜੀ ਸੁਪਰੀਮ ਕੋਰਟ ਜਾ ਕੇ ਉਹਨੇ ਇੱਕ ਪਟੀਸ਼ਨ ਦਾਇਰ ਕੀਤੀ। ਉਸ ਪਟੀਸ਼ਨ ਦੇ ਵਿੱਚ ਉਹਨੇ ਦੋ ਮੰਗਾਂ ਕੀਤੀਆਂ। ਇੱਕ ਤਾਂ ਉਹਨੇ ਇਹ ਮੰਗ ਕੀਤੀ ਹੈ ਕਿ ਜਿਹੜੇ ਇਲਜ਼ਾਮਾਤ ਮੈਂ ਲਾਏ ਜੀ ਇਹਨਾਂ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ ਤੇ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ। ਜੀ ਜ਼ੋਰ ਉਹਨੇ ਇਸ ਗੱਲ ਉੱਤੇ ਵੀ ਦਿੱਤਾ ਸੀ ਕਿ ਇਸ ਪੜਤਾਲ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ ਔਰ ਜਿਹੜੇ ਸੀਸੀਟੀਵੀ ਲੱਗੇ ਹੋਏ ਹੈ ਅਨਿਲ ਦੇਸ਼ਮੁਖ ਦੇ ਘਰ ਦੇ ਸਾਹਮਣੇ ਜੀ ਉਹਨਾਂ ਸੀਸੀਟੀਵੀ ਦੀ ਰਿਕਾਰਡਿੰਗ DVD ਵਗੈਰਾ ਜਿਹੜਾ ਹੈ ਜੋ ਵੀ ਹੈ ਉਹ ਆਪਣੇ ਕਬਜ਼ੇ ਵਿੱਚ ਲਵੇ ਜਾਂਚ ਏਜੰਸੀ। ਜੀ ਕਿਤੇ ਇਹ ਨਾ ਹੋਵੇ ਕਿ ਅਨਿਲ ਦੇਸ਼ਮੁਖ ਉਹਨਾਂ ਜਿਹੜੇ ਸਬੂਤ ਆ ਉਹਨਾਂ ਸਬੂਤਾਂ ਨੂੰ ਨਸ਼ਟ ਕਰ ਦੇਵੇ। ਕਹਿਣ ਤੋਂ ਭਾਵ ਉਹਦਾ ਇਹ ਹੈ ਕਿ ਉਹ ਸੀਸੀਟੀਵੀ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਪੁਲਿਸ ਅਫਸਰ ਉਹਦੇ ਘਰੇ ਗਏ ਸੀ ਔਰ ਪੁਲਿਸ ਅਫਸਰਾਂ ਦੇ ਨਾਲ ਉਹਨੇ ਮੀਟਿੰਗ ਕੀਤੀ ਸੀ। ਹਾਲਾਂਕਿ ਇਸ ਗੱਲ ਨੂੰ ਝੁਠਲਾਉਣ ਵਾਸਤੇ ਸ਼ਰਦ ਪਵਾਰ ਨੇ ਵੀ ਤੇ ਉਹਨਾਂ ਨੇ ਵੀ ਕਿਹਾ ਜੀ ਇਹ ਤਾਂ ਕਰੋਨਾ ਦੀ ਬਿਮਾਰੀ ਦੀ ਵਜ੍ਹਾ ਕਾਰਨ ਬਿਮਾਰ ਹੋ ਗਿਆ ਸੀ ਤੇ ਆਪਣੇ ਘਰੇ ਸੀ ਨਾਗਪੁਰ। ਲੇਕਿਨ ਬਾਅਦ ਵਿੱਚ ਬੀਜੇਪੀ ਵਾਲਿਆਂ ਨੇ ਜੋ ਸਬੂਤ ਦਿੱਤੇ ਹੈ ਉਹਨਾਂ ਦੇ IT ਸੈੱਲ ਨੇ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਉਹ ਤਸਵੀਰਾਂ ਤੋਂ ਇਹ ਪਤਾ ਲੱਗਦਾ ਕਿ ਉਹ ਬੰਦਾ ਠੀਕ ਹੈ, ਚੰਗਾ ਭਲਾ ਹੈ। ਸੋ ਇਹਨਾਂ ਹਾਲਤਾਂ ਦੇ ਵਿੱਚ ਜਿਹੜੀ ਹੈਗੀ ਹੈ ਉਹਨੇ ਜਿਹੜੀ ਪਟੀਸ਼ਨ ਆਪਦੀ ਦਾਇਰ ਕੀਤੀ ਹੈ ਜੀ ਪੜਤਾਲ ਕਰਵਾਓ। ਤੇ ਨਾਲ ਅਗਲੀ ਗੱਲ ਉਹਨੇ ਗੱਲ ਕਹੀ ਹੈ ਕਿ ਜੀ ਜਿਹੜੀ ਮੇਰੀ ਟ੍ਰਾਂਸਫਰ ਕੀਤੀ ਗਈ ਹੈ ਨਜਾਇਜ਼ ਕੀਤੀ ਗਈ ਹੈ, ਮੇਰੀ ਟ੍ਰਾਂਸਫਰ ਰੱਦ ਕੀਤੀ ਜਾਵੇ, ਮੈਨੂੰ ਬੰਬੇ ਦਾ ਪੁਲਿਸ ਕਮਿਸ਼ਨਰ ਮੁੜ ਬਹਾਲ ਕੀਤਾ ਜਾਵੇ। ਇਹ ਕੇਸ ਜਦੋਂ ਕੱਲ ਲੱਗਿਆ ਜਸਟਿਸ ਸੰਜੇ ਕਿਸ਼ਨ ਕੌਲ ਜਿਹੜੇ ਬਹੁਤ ਸੀਨੀਅਰ ਜੱਜ ਹੈ ਸੁਪਰੀਮ ਕੋਰਟ ਦੇ ਉਹਨਾਂ ਦੇ ਬੈਂਚ ਦੇ ਸਾਹਮਣੇ ਲੱਗਿਆ ਸੀ ਤੇ ਉਹਦੇ ਵਕੀਲ ਜਿਹੜੇ ਹੈਗੇ ਇੱਕੋ ਹੀ ਵਕੀਲ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਸਰਕਾਰ ਵਾਲੇ ਪਾਸੋਂ ਜਾਂ ਸਰਕਾਰ ਦੇ ਜਿਹੜੇ ਹਰਮਨ ਪਿਆਰੇ ਅਫਸਰ ਆ ਉਹਨਾਂ ਵੱਲੋਂ ਪੇਸ਼ ਹੁੰਦਾ ਹੈ, ਉਹਦਾ ਨਾਂ ਹੈ ਮੁਕਲ ਰੋਹਤਗੀ। ਸੁਮੈਧ ਸੈਣੀ ਦੇ ਕੇਸ ਦੇ ਵਿੱਚ ਵੀ ਉਹੀ ਪੇਸ਼ ਹੁੰਦਾ ਸੀ ਤੇ ਇੱਧਰ ਵੀ ਉਹੀ ਪੇਸ਼ ਹੋਇਆ। ਮੁਕਲ ਰੋਹਤਗੀ ਨੇ ਜਦੋਂ ਆਪਣੀ ਸਾਰੀ ਗੱਲ ਰੱਖੀ ਤਾਂ ਸੰਜੇ ਕਿਸ਼ਨ ਕੌਲ ਹੋਰਾਂ ਨੇ ਕਿਹਾ ਜੀ ਤੁਸੀਂ ਹਾਈ ਕੋਰਟ ਕਿਉਂ ਨਹੀਂ ਗਏ, ਇਸ ਗੱਲ ਦਾ ਜਵਾਬ ਦਿਓ। ਜਦੋਂ ਥੱਲੇ ਹਾਈ ਕੋਰਟ ਹੈ ਸਿੱਧੇ ਸੁਪਰੀਮ ਕੋਰਟ ਦੇ ਵਿੱਚ ਕਿਉਂ ਆਉਂਦੇ ਹੋ? ਉਹਨਾਂ ਨੇ ਕਿਹਾ ਕਿ ਹਾਈ ਕੋਰਟ ਇਹ ਪ੍ਰਬੰਧ ਹੈ ਸਾਡੇ ਕੰਸਟੀਟਿਊਸ਼ਨ ਦੇ ਵਿੱਚ, ਹਾਈ ਕੋਰਟ ਜਾਓ। ਤੁਸੀਂ ਜਿਹੜੇ ਇਲਜ਼ਾਮਾਤ ਲਾਏ ਆ ਇਲਜ਼ਾਮਾਤ ਤੇ ਬੜੇ ਗੰਭੀਰ ਹੈ ਪਰ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ। ਹਾਈ ਕੋਰਟ ਸਮਰੱਥਾ, ਹਾਈ ਕੋਰਟ ਹੀ ਇਹ ਕਰ ਸਕਦੀ ਹੈ, ਉੱਥੇ ਪਹੁੰਚੋ। ਫਿਰ ਉਹਨਾਂ ਨੇ ਆਪਣੀ ਪਟੀਸ਼ਨ ਵਾਪਸ ਲੈਣ ਦੀ ਮੰਗ ਕੀਤੀ। ਇੱਕ ਟਿੱਪਣੀ ਜਿਹੜੀ ਸੁਪਰੀਮ ਕੋਰਟ ਨੇ ਕੀਤੀ ਹੈ ਜੀ ਹੋਰ ਬਹੁਤ ਸ਼ਾਨਦਾਰ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਪੁਲਿਸ ਸੁਧਾਰ ਹੈ, ਪੁਲਿਸ ਸੁਧਾਰਾਂ ਬਾਰੇ ਸੁਪਰੀਮ ਕੋਰਟ ਨੇ ਜਿਹੜੇ ਪਹਿਲੇ ਹੁਕਮ ਦਿੱਤੇ ਸੀ ਉਹਨਾਂ ਹੁਕਮਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਸੀ ਕਿ ਸਾਰੇ ਰਾਜਾਂ ਦੀ ਜਿਹੜੀਆਂ ਸਰਕਾਰਾਂ, ਕੇਂਦਰ ਦੀ ਸਰਕਾਰ ਹੈ ਉਹ ਆ ਜਿਹੜੀਆਂ ਹਦਾਇਤਾਂ ਉਹਨਾਂ ਨੇ ਜਿਹੜੀਆਂ ਜਾਰੀ ਕੀਤੀਆਂ ਇਹਨਾਂ ਹਦਾਇਤਾਂ ਤੇ ਅਮਲ ਕਰਨ। ਔਰ ਉਹ ਪੁਲਿਸ ਸੁਧਾਰਾਂ ਵਾਲੀ ਗੱਲ ਆਈ ਕਦੋਂ ਸੀ? ਇਹ ਉਦੋਂ ਆਈ ਸੀ ਜਦੋਂ ਯੂਪੀ ਦੇ ਇੱਕ ਬਹੁਤ ਸੀਨੀਅਰ DGP ਰਹੇ ਹੈ, ਇਸ ਵੇਲੇ ਬਹੁਤ ਸੀਨੀਅਰ ਅਫਸਰ ਹੈ, ਰਿਟਾਇਰ ਹੋ ਚੁੱਕੇ ਸ਼੍ਰੀ ਪ੍ਰਕਾਸ਼ ਸਿੰਘ ਹੋਰਾਂ ਨੇ ਪੁਲਿਸ ਸੁਧਾਰਾਂ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਉਹਨਾਂ ਨੇ ਕਿਹਾ ਸੀ ਕਿ ਪੁਲਿਸ ਅਫਸਰਾਂ ਦੀਆਂ ਬਾਹਾਂ ਮਰੋੜ ਕੇ ਸਿਆਸਤਦਾਨ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਹੈ, ਘੱਟੋ ਘੱਟ ਜਿਹੜੀ ਹੈਗੀ ਇਹਨਾਂ ਦੀ ਟੈਨਿਓਰ ਫਿਕਸ ਕੀਤੀ ਜਾਵੇ। ਉਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੋਈ ਵੀ SHO, ਕੋਈ ਵੀ ਜਿਹੜਾ ਹੈਗਾ ਜ਼ਿਲ੍ਹਾ ਪੁਲਿਸ ਮੁਖੀ ਜਾਂ ਸੂਬਾ ਪੁਲਿਸ ਮੁਖੀ, ਉਹਦੀ ਘੱਟੋ ਘੱਟ ਮਿਆਦ ਹੈ ਜਿਹੜੀ 2 ਸਾਲ ਮਿਚੀ ਜਾਂਦੀ ਹੈ। 2 ਸਾਲ ਤੋਂ ਪਹਿਲਾਂ ਕਿਸੇ ਨੂੰ ਨਾ ਬਦਲਿਆ ਜਾਵੇ। ਇੱਥੇ ਵੀ ਜੇ ਆਪਾਂ ਦੇਖੀਏ ਤਾਂ ਪਰਮਵੀਰ ਸਿੰਘ ਨੂੰ ਜਦੋਂ ਪੁਲਿਸ ਕਮਿਸ਼ਨਰ ਲਾਇਆ ਤੇ ਉਦੋਂ ਤੋਂ ਲੈ ਕੇ ਜਿੱਦਣ ਹਟਾਇਆ ਉਹਦੇ 2 ਸਾਲ ਪੂਰੇ ਨਹੀਂ ਸੀ ਹੋਏ। ਇਹ ਜ਼ਿਕਰ ਜਦੋਂ ਥੋੜਾ ਜਿਹਾ ਮੁਕਲ ਰੋਹਤਗੀ ਨੇ ਕੀਤਾ ਤੇ ਜਸਟਿਸ ਸੰਜੇ ਕਿਸ਼ਨ ਕੌਲ ਨੇ ਫਿਰ ਬਹੁਤ ਸਖਤ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਕਿਸੇ ਵੀ ਸੂਬਾ ਸਰਕਾਰ ਨੇ ਪੁਲਿਸ ਸੁਧਾਰਾਂ ਵਾਲੇ ਪਾਸੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ। ਜਦੋਂ ਤੁਸੀਂ ਰਲ ਮਿਲ ਕੇ ਰਾਜ ਕਰਦੇ ਹੋ ਆਪੋਜੀਸ਼ਨ ਵਾਲੇ ਤੇ ਰੂਲਿੰਗ ਪਾਰਟੀ ਵਾਲੇ, ਤੁਹਾਡਾ ਇੱਕ ਨੈਕਸਸ ਬਣਿਆ ਹੋਇਆ ਹੈ। ਤੁਸੀਂ ਜਦੋਂ ਤੱਕ ਤਾਂ ਤੁਹਾਡਾ ਕੰਮ ਠੀਕ ਚੱਲਦਾ ਉਨੀ ਦੇਰ ਤੱਕ ਤਾਂ ਚਲਾਈ ਜਾਂਦੇ ਹੋ। ਜਦੋਂ ਤੁਹਾਡੇ ਦਰਮਿਆਨ ਮਤਭੇਦ ਪੈਦਾ ਹੁੰਦੇ ਆ, ਤੁਹਾਡੀ ਵਿਚਾਰਾਂ ਦਾ ਟਕਰਾਅ ਹੁੰਦੇ ਆ, ਜਾਂ ਮੈਂ ਕਹਿੰਦਾ ਆਪਣੇ ਵੱਲੋਂ ਕਿ ਜਦੋਂ ਲੁੱਟਮਾਰ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ ਉਦੋਂ ਫਿਰ ਤੁਸੀਂ ਸੁਪਰੀਮ ਕੋਰਟ ਨੂੰ ਭਜਦੇ ਹੋ। ਔਰ ਬਹੁਤ ਵਧੀਆ ਗੱਲ ਕਹੀ ਹੈ ਕਿ ਅੱਜ ਤੁਹਾਨੂੰ ਪ੍ਰਕਾਸ਼ ਸਿੰਘ ਯਾਦ ਆਉਂਦਾ ਹੈ। ਜਦੋਂ ਲੋੜ ਪੈਂਦੀ ਹੈ ਆਪਦੇ ਵਾਸਤੇ ਉਦੋਂ ਪ੍ਰਕਾਸ਼ ਸਿੰਘ ਨੂੰ ਯਾਦ ਕਰ ਲੈਂਦੇ ਤੇ ਉਂਝ ਪ੍ਰਕਾਸ਼ ਸਿੰਘ ਦੀ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਉਹਦੇ ਤੇ ਤੁਸੀਂ ਅਮਲ ਨਹੀਂ ਕਰਦੇ। ਸੋ ਕੱਲ ਜੀ ਫਿਰ ਉਹਨੇ ਪਟੀਸ਼ਨ ਆਪਦੀ ਵਾਪਸ ਲੈ ਲਈ ਹੈ ਪਰਮਵੀਰ ਸਿੰਘ ਨੇ। ਵਾਪਸ ਲੈਣ ਤੋਂ ਬਾਅਦ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਬੰਬੇ ਹਾਈ ਕੋਰਟ ਜਾਵਾਂਗੇ। ਬੰਬੇ ਹਾਈ ਕੋਰਟ ਕੀ ਕਰ ਰਹੀ ਹੈ ਇਹ ਤਾਂ ਉਹਦੇ ਤੇ ਪਤਾ ਲੱਗਣਾ ਹੈ। ਲੇਕਿਨ ਜਿਹੜੀ ਮਹਾਰਾਸ਼ਟਰ ਦੀ ਰਾਜਨੀਤੀ ਹੈ ਉਹਦੇ ਵਿੱਚ ਤਰਥੱਲੀ ਪਹਿਲਾਂ ਹੀ ਮੱਚੀ ਹੋਈ ਹੈ। ਕੱਲ ਗਵਰਨਰ ਨੂੰ ਮਿਲ ਕੇ ਆਏ ਹੈ BJP ਵਾਲੇ, ਉਹਨਾਂ ਨੇ ਗਵਰਨਰ ਨੂੰ ਕਿਹਾ ਜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਬਾਰੇ ਤੁਸੀਂ ਆਪਣੀ ਰਿਪੋਰਟ ਕੇਂਦਰ ਨੂੰ ਭੇਜੋ, ਭਾਵ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਰਾਹ ਇੱਥੇ ਪੱਧਰਾ ਕਰੋ। ਇਹਦੇ ਨਾਲ ਹੀ ਜਿਹੜਾ ਹੈਗਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਕੱਲ ਜਾ ਕੇ ਮਿਲਦਾ ਆਪਣੇ ਮੁੱਖ ਮੰਤਰੀ ਨੂੰ। ਉਹ ਆਪਣੀ ਜਿਹੜੀ ਹੈਗੀ ਹੈ
ਦਿੰਦਾ ਹੈ, ਸਫਾਈ ਦਿੰਦਾ ਹੈ। ਸੰਜੇ ਰਾਉਤ ਜਿਹੜਾ ਰਾਜ ਸਭਾ ਦਾ ਮੈਂਬਰ ਹੈ, ਉਹਨੇ ਕੱਲ ਇੱਕ ਹੋਰ ਨਵਾਂ ਜਿਹੜਾ ਹੈਗਾ ਕੱਛ ਚੋਂ ਮੂੰਗਲਾ ਕੱਢ ਮਾਰਿਆ। ਉਹ ਕਹਿੰਦਾ ਯੂਪੀ ਦੇ ਇੱਕ IPS ਅਫਸਰ ਹੈ ਜੀ ਭੈਬਵ ਕ੍ਰਿਸ਼ਨਨ, ਉਹਨਾਂ ਨੇ ਇੱਕ ਜਿਹੜੀ ਕਹਿੰਦਾ ਇੱਕ ਜਿਹੜੀ ਹੈਗੀ ਹੈ ਰੇਟ ਲਿਸਟ ਹੈ ਜਿਹੜੀ ਯੂਪੀ ਦੇ ਵਿੱਚ ਪੁਲਿਸ ਅਫਸਰਾਂ ਦੇ ਤਬਾਦਲੇ ਹੁੰਦੇ ਹੈ, ਕਿਹੜੇ ਅਫਸਰ ਦੀ ਬਦਲੀ ਦੇ ਕਿੰਨੇ ਪੈਸੇ ਲਏ ਜਾਣਗੇ, ਤਬਾਦਲਿਆਂ ਦੀ ਲਿਸਟ ਦੇ ਨਾਲ ਉਹਨੇ ਇੱਕ ਚਿੱਠੀ ਲਿਖੀ ਹੈ, ਲੈਟਰ ਲਿਖਿਆ ਹੈ ਯੋਗੀ ਆਦਿੱਤਿਆਨਾਥ ਨੂੰ ਕਿ ਸ਼੍ਰੀਮਾਨ ਜੀ ਤੁਹਾਡੇ ਰਾਜ ਦੇ ਵਿੱਚ ਆਹ ਕੁਛ ਹੁੰਦਾ ਤੇ ਇਹਦੇ ਤੇ ਕਾਰਵਾਈ ਕਰੋ। ਹੁਣ ਜਿਵੇਂ ਉਹਨੇ ਸਵਾਲ ਖੜਾ ਕੀਤਾ ਕਿ ਯੋਗੀ ਆਦਿੱਤਿਆਨਾਥ ਨੇ ਇਸ ਪੱਤਰ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾਲ ਉਹ ਐਕਸਕਿਊਜ਼ ਕੀ ਲੈਂਦਾ, ਉਹ ਕਹਿੰਦਾ ਕਿ ਜੇ ਯੋਗੀ ਆਦਿੱਤਿਆਨਾਥ ਨੇ ਨਹੀਂ ਕੋਈ ਕਾਰਵਾਈ ਕੀਤੀ ਤੇ ਸਾਡੇ ਮੁੱਖ ਮੰਤਰੀ ਉਧਮ ਠਾਕਰੇ ਨੂੰ ਚਿੱਠੀ ਲਿਖੀ ਹੈ ਪਰਮਵੀਰ ਸਿੰਘ ਨੇ, ਉਹਨੇ ਕਾਰਵਾਈ ਨਹੀਂ ਕੀਤੀ ਤਾਂ ਕੀ ਪਹਾੜ ਡਿੱਗ ਪਿਆ। ਭਾਵੇਂ ਕਿ ਜੇ ਤੁਸੀਂ ਮਤਲਬ ਹਮਾਮ ਦੇ ਵਿੱਚ ਨੰਗੇ ਹੋ ਤਾਂ ਸਾਨੂੰ ਵੀ ਨੰਗੇ ਹੋਣ ਦਾ ਹੱਕ ਹੈ, ਅਸੀਂ ਵੀ ਇਹ ਸਾਰਾ ਕੁਝ ਕਰ ਸਕਦੇ। ਉਹਨੇ ਇਹ ਗੱਲ ਕਹੀ ਹੈ ਔਰ ਇਹਦੇ ਤੋਂ ਬਿਲਕੁਲ ਸੁਪਰੀਮ ਕੋਰਟ ਦੇ ਇਹ ਜਿਹੜੀ ਟਿੱਪਣੀਕਾ ਲਈ ਹੈ ਉਹਦੀ ਪੁਸ਼ਟੀ ਹੁੰਦੀ ਹੈ ਕਿ ਸਾਰੇ ਰਲੇ ਹੋਏ ਆ, ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਪੁਲਿਸ ਦੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੁੰਦੀ ਹੈ ਕਾਹਦੇ ਵਾਸਤੇ, ਪੈਸਾ ਜਮ੍ਹਾਂ ਕਰਨ ਵਾਸਤੇ, ਜਿਹੜੇ ਵਿਰੋਧੀ ਹੈ ਉਹਨਾਂ ਦੀਆਂ ਬਾਹਾਂ ਮਰੋੜਨ ਵਾਸਤੇ, ਉਹਨਾਂ ਤੇ ਮੁਕੱਦਮੇ ਦਰਜ ਕਰਨ ਵਾਸਤੇ, ਤੇ ਜੇ ਕੋਈ ਹੱਕ ਮੰਗਦੇ ਲੋਕ ਜਿਹੜੇ ਆਪਣੇ ਹੱਕਾਂ ਦੀ ਖਾਤਰ ਸੜਕਾਂ ਤੇ ਨਿਕਲਦੇ ਹੈ ਉਹਨਾਂ ਨੂੰ ਫਿਰ ਗੋਲੀਆਂ ਨਾਲ ਵੀ ਉਡਾ ਦਿਓ, ਉਹਨਾਂ ਦੀਆਂ ਲੱਤਾਂ ਬਾਹਾਂ ਵੀ ਤੋੜ ਦਿਓ, ਉਹਨਾਂ ਦਾ ਜੋ ਮਰਜ਼ੀ ਕਰ ਦਿਓ, ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਹੋਊਗੀ। ਸੋ ਇਸ ਵੇਲੇ ਮਾਮਲਾ ਹੈਗਾ ਜੀ ਅਦਾਲਤਾਂ ਦੇ ਚੱਕਰ ਦੇ ਵਿੱਚ ਹੈ, ਅਦਾਲਤਾਂ ਇਹਦੇ ਤੇ ਕੀ ਫੈਸਲਾ ਲੈਂਦੀਆਂ ਇਹ ਤਾਂ ਭਵਿੱਖ ਤੇ ਨਿਰਭਰ ਹੈ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਭਾਰਤ ਦਾ ਜਿਹੜਾ ਰਾਜਨੀਤਿਕ ਸੰਕਟ ਹੈ ਉਹ ਰਾਜਨੀਤਿਕ ਸੰਕਟ ਇਸ ਕਿਸਮ ਦਾ ਹੈ ਕਿ ਇੱਥੇ ਹਰ ਬੰਦਾ ਕਹਿੰਦਾ ਤਾਂ ਇਹ ਹੈ ਕਿ ਮੈਂ ਲੋਕ ਸੇਵਾ ਵਾਸਤੇ ਹਾਂ, ਲੇਕਿਨ ਲੋਕ ਸੇਵਾ ਦੀ ਬਜਾਏ ਉਹ ਪੇਟ ਸੇਵਾ ਕਰਦੇ ਹੈ, ਉਹ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਵਾਸਤੇ ਪੈਸਾ ਜਮ੍ਹਾਂ ਕਰਦੇ ਤੇ ਇਹਦੇ ਲਈ ਸਰਕਾਰੀ ਮਸ਼ੀਨਰੀ ਦੀ ਡਟ ਕੇ ਦੁਰਵਰਤੋਂ ਹੁੰਦੀ ਹੈ। ਇਹ ਸਾਰਾ ਹੀ ਪਿਆਜ ਹੈ ਜੀ ਪੂਰੀ ਤਰ੍ਹਾਂ ਐਕਸਪੋਜ਼ ਹੋ ਚੁੱਕਾ ਹੈ, ਨੰਗਾ ਹੋ ਚੁੱਕਾ ਹੈ ਜੀ। ਹਾਂ ਬਿਲਕੁਲ ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ, ਜਿਹੜਾ ਭਾਰਤ ਦੇ ਵਿੱਚ ਥਾਣੇਦਾਰ ਵੀ ਜਿਹੜੇ SSP ਆ DSP ਆ ਉਹ ਸੌਦੇ ਦੇ ਨਾਲ ਲੱਗਦੇ ਆ ਵੀ ਇਸ ਥਾਣੇ 'ਚ ਲੱਗਣਾ ਇੰਨੇ ਪੈਸੇ, ਇਸ ਥਾਣੇ 'ਚ ਲੱਗਣਾ ਇੰਨੇ ਪੈਸੇ, ਇਸ ਜ਼ਿਲ੍ਹੇ 'ਚ ਲੱਗਣਾ ਇੰਨੇ ਪੈਸੇ, ਕਰੋੜ ਰੁਪਈਆ ਜੀ ਮੁੱਲ ਪੈਂਦਾ ਇੰਸਪੈਕਟਰ ਦਾ ਵੀ ਥਾਣੇ ਦੇ ਵਿੱਚ ਲਾਉਣ ਦਾ, ਤੂੰ ਇੰਨੇ ਦੇ ਵਿੱਚ ਤੂੰ ਵੱਡੇ ਅਫਸਰਾਂ ਨੂੰ ਦੇਣੇ, ਅਫਸਰਾਂ ਦੇ ਗਾਂ ਮਿਨਿਸਟਰਾਂ ਤੱਕ ਪੈਸੇ ਪਹੁੰਚਦੇ ਆ। ਜਸਟਿਸ NV ਰਮੰਨਾ ਹੋਣਗੇ ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਜੀ? ਬਿਲਕੁਲ ਜੀ, ਸਾਡੇ ਜਿਹੜੇ ਮੌਜੂਦਾ ਚੀਫ ਜਸਟਿਸ ਹੈ ਐਸ ਏ ਬੋਬੜੇ ਸਾਹਿਬ, ਇਹਨਾਂ ਨੇ ਅਗਲੇ ਮਹੀਨੇ 23 ਅਪ੍ਰੈਲ ਨੂੰ ਰਿਟਾਇਰ ਹੋ ਜਾਣਾ ਹੈ ਜੀ। ਔਰ ਇਹਨਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ ਭਾਰਤ ਦੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਹੋਰਾਂ ਨੇ ਇੱਕ ਇਹਨਾਂ ਨੂੰ ਚਿੱਠੀ ਲਿਖੀ ਸੀ ਪਿਛਲੇ ਦਿਨਾਂ ਦੇ ਵਿੱਚ, ਇਹ ਕਿਹਾ ਸੀ ਕਿ ਤੁਹਾਡਾ ਵਾਰਸ ਕੌਣ ਹੋਵੇ ਜੀ, ਦੇਸ਼ ਦਾ ਅਗਲਾ ਜਿਹੜਾ ਹੈਗਾ ਚੀਫ ਜਸਟਿਸ ਕੌਣ ਹੋਵੇ ਸੁਪਰੀਮ ਕੋਰਟ ਦਾ, ਇਹਦੇ ਬਾਰੇ ਤੁਸੀਂ ਆਪਣੀ ਓਪੀਨੀਅਨ ਭੇਜੋ, ਆਪਣੀ ਰਾਏ ਭੇਜੋ, ਤੁਹਾਡੀ ਨਜ਼ਰ ਦੇ ਵਿੱਚ ਕੌਣ ਵਿਅਕਤੀ ਹੈ ਜਿਹੜਾ ਇਸ ਉਹਦੇ ਨਾਲ ਇਨਸਾਫ ਕਰ ਸਕਦਾ ਹੈ। ਉਹਨਾਂ ਨੇ ਜੀ ਕੱਲ ਇੱਕ ਜਿਹੜੀ ਇਸ ਪੱਤਰ ਦੇ ਜਵਾਬ ਦੇ ਵਿੱਚ ਉਹਨਾਂ ਨੇ ਇੱਕ ਪੱਤਰ ਭੇਜ ਦਿੱਤਾ ਤੇ ਉਹਦੇ ਵਿੱਚ ਨਾਂ ਲਿਆ ਉਹਨਾਂ ਨੇ ਜਸਟਿਸ NV ਰਮੰਨਾ ਦਾ ਕਿ ਜਸਟਿਸ NV ਰਮੰਨਾ ਜਿਹੜੇ ਹੈਗੇ ਜੀ ਉਹ ਠੀਕ ਹੈ ਤੇ ਇਹਨਾਂ ਨੂੰ ਅਗਲਾ ਚੀਫ ਜਸਟਿਸ ਨਿਯੁਕਤ ਕਰ ਦਿੱਤਾ ਜਾਵੇ। ਜੇ ਚੀਫ ਜਸਟਿਸ ਆਫ ਇੰਡੀਆ ਦੀ ਜਿਹੜੇ ਮੌਜੂਦਾ ਚੀਫ ਜਸਟਿਸ ਹੈ ਇਹਨਾਂ ਦੀ ਸਿਫਾਰਿਸ਼ ਨੂੰ ਭਾਰਤ ਸਰਕਾਰ ਨੇ ਮੰਨ ਲਿਆ ਤਾਂ 24 ਅਗਸਤ ਤੋਂ ਸਾਡੇ ਦੇਸ਼ ਦੇ ਚੀਫ ਜਸਟਿਸ ਹੋਣਗੇ ਜਸਟਿਸ NV ਰਮੰਨਾ। ਔਰ ਇਹਨਾਂ ਦੀ ਜਿਹੜਾ ਹੈਗਾ ਜੇ ਆਪਾਂ ਦੇਖੀਏ ਤਾਂ ਇਹਨਾਂ ਦੀ ਮਿਆਦ ਹੋਊਗੀ 26 ਅਗਸਤ 2022 ਤੱਕ। 26 ਅਗਸਤ 2022 ਤੱਕ ਇਹ ਦੇਸ਼ ਦੇ ਜਿਹੜੇ ਚੀਫ ਜਸਟਿਸ ਰਹਿਣਗੇ। ਜਿੰਨਾ ਕਿ ਜਾਣਕਾਰੀ ਮੈਨੂੰ ਹਾਸਲ ਹੋਈ ਹੈ ਜੀ, ਜਸਟਿਸ ਰਮੰਨਾ ਜਿਹੜੇ ਹੈਗੇ ਹੈ ਇਹ ਆਂਧਰਾ ਪ੍ਰਦੇਸ਼ ਦੇ ਇੱਕ ਪਿੰਡ ਪੋਨਾਵਰਮ ਜ਼ਿਲ੍ਹਾ ਕ੍ਰਿਸ਼ਨ ਉੱਥੇ ਦੇ ਜੰਮਪਲ ਹੈ ਔਰ ਇਹਨਾਂ ਦੀ ਜਿਹੜੀ ਹੈਗੀ ਹੈ ਜਨਮ ਦੀ ਤਾਰੀਖ ਉਹ 27 ਅਗਸਤ 1957 ਹੈ। ਵਕਾਲਤ ਦੇ ਪੇਸ਼ੇ ਦੇ ਵਿੱਚ ਇਹ 10 ਫਰਵਰੀ 1983 ਤੋਂ ਆਏ ਹੋਏ ਹੈ। ਇਹ ਆਂਧਰਾ ਪ੍ਰਦੇਸ਼ ਦੀ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਚੁੱਕੇ ਹੈ। ਸੂਬਾਈ ਤੇ ਕੇਂਦਰੀ ਜਿਹੜੇ ਪ੍ਰਸ਼ਾਸਨਿਕ ਟ੍ਰਿਬਿਊਨਲ ਹੈ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਵੱਖ-ਵੱਖ ਮੁਕੱਦਮਿਆਂ ਦੀ ਪੈਰਵੀ ਕੀਤੀ ਹੈ। ਸੁਪਰੀਮ ਕੋਰਟ ਦੇ ਵਿੱਚ ਸਿਵਲ ਤੇ ਜਿਹੜੇ ਸੰਵਿਧਾਨਕ, ਲੇਬਰ ਔਰ ਤੁਹਾਡੇ ਜਿਹੜੇ ਅਪਰਾਧਿਕ ਮਾਮਲੇ ਹੈ, ਚੋਣਾਂ ਨਾਲ ਸੰਬੰਧਿਤ ਮਾਮਲੇ ਹੈ, ਇਹ ਉਹਨਾਂ ਦੀ ਵੀ ਵਕਾਲਤ ਕਰ ਰਹੇ ਹੈ। 27 ਜੂਨ 2000 ਨੂੰ ਇਹਨਾਂ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਜਿਹੜਾ ਹੈਗਾ ਜੱਜ ਨਿਯੁਕਤ ਕੀਤਾ ਗਿਆ ਸੀ ਤੇ 17 ਫਰਵਰੀ 2017 ਨੂੰ ਇਹ ਸੁਪਰੀਮ ਕੋਰਟ ਦੇ ਜੱਜ ਬਣੇ ਸੀ। ਇਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਨੇ ਇੱਕ ਬੜੀ ਸਖਤ ਟਿੱਪਣੀ ਕੀਤੀ ਸੀ। ਉਹ ਟਿੱਪਣੀ ਬਹੁਤ ਹੀ ਆਪਣਾ ਮਤਲਬ ਧਿਆਨ ਮੰਗਦੀ ਹੈ।
ਜਸਟਿਸ ਰਮੰਨਾ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਭਾਰਤ 'ਚ ਅਜੇ ਵੀ ਹਰ ਇੱਕ ਨਾਗਰਿਕ ਲਈ ਨਿਆਂ ਹਾਸਲ ਕਰਨਾ ਬਹੁਤ ਮੁਸ਼ਕਲ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਇਸ ਦੇਸ਼ ਦੇ ਲੱਖਾਂ ਲੋਕ ਹਾਲੇ ਵੀ ਬੁਨਿਆਦੀ ਹੱਕਾਂ ਤੋਂ ਵਾਂਝੇ ਹੈ। ਬਹੁਤ ਵੱਡੀ ਗੱਲ ਕਹੀ ਹੈ ਜੇ ਇੱਕ ਸਿਟਿੰਗ ਜੱਜ ਇਹ ਗੱਲ ਕਹਿੰਦਾ ਜਿਹਨੇ ਦੇਸ਼ ਦਾ ਚੀਫ ਜਸਟਿਸ ਬਣਨਾ ਹੋਵੇ। ਮੇਰਾ ਮੱਥਾ ਤਾਂ ਉਦੋਂ ਹੀ ਠਣਕਿਆ ਸੀ ਕਿ ਜਦੋਂ ਬੰਦੇ ਨੇ ਐਡਾ ਕੌੜਾ ਸੱਚ ਬੋਲਤਾ ਸ਼ਾਇਦ ਹੀ ਇਸ ਬੰਦੇ ਨੂੰ ਦੇਸ਼ ਦਾ ਚੀਫ ਜਸਟਿਸ ਬਣਾਇਆ ਜਾਵੇ। ਲੇਕਿਨ ਪਿਛਲੇ ਸਮੇਂ ਦੇ ਵਿੱਚ ਜਿਹੜੀ ਚੀਫ ਜਸਟਿਸ ਕੌਣ ਹੋਵੇ ਇਸ ਗੱਲ ਨੂੰ ਲੈ ਕੇ ਕੋਲੋਜੀਅਮ ਦਾ ਸਿਸਟਮ ਚੱਲਦਾ ਆ ਰਿਹਾ ਹੈ। ਇਹ ਕਾਫੀ ਪਹਿਲਾਂ ਬਹਿਸ ਮੁਬਾਸਾ ਹੋ ਚੁੱਕਿਆ ਹੈ। ਡਾਕਟਰ ਮਨਮੋਹਨ ਸਿੰਘ ਦੇ ਜ਼ਮਾਨੇ ਦੇ ਵਿੱਚ ਇਹ ਗੱਲ ਫੈਸਲਾ ਕਰ ਲਿਆ ਸੀ ਕਿ ਸੀਨੀਅਰਿਟੀ ਦੇ ਆਧਾਰ ਦੇ ਉੱਤੇ ਹੀ ਚੀਫ ਜਸਟਿਸ ਬਣਾਇਆ ਜਾਵੇ, ਜਿਹੜਾ ਸੀਨੀਅਰ ਹੈ ਉਹਨੂੰ ਹੀ ਬਣਾ ਦਿੱਤਾ ਜਾਵੇ। ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ ਕਿ ਸਾਡੇ ਦੇਸ਼ ਨੇ ਬੜੇ ਉਥਲ ਪੁਥਲ ਦੇ ਦਿਨ ਦੇਖੀਏ ਤੇ ਉਥਲ ਪੁਥਲ ਦੇ ਦਿਨਾਂ ਦੇ ਵਿੱਚ ਉਹਨਾਂ ਜੱਜਾਂ ਨੂੰ ਸਰਕਾਰਾਂ ਆਮ ਤੌਰ ਤੇ ਨਜ਼ਰ ਅੰਦਾਜ਼ ਕਰਦੀਆਂ ਰਹੀਆਂ ਜਿਹੜੇ ਜੱਜ ਸਰਕਾਰ ਨੂੰ ਰੱਖਦੇ ਹੁੰਦੇ ਸੀ। ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਈ ਹੈ, ਐਮਰਜੈਂਸੀ ਤੋਂ ਪਹਿਲਾਂ ਇੰਦਰਾ ਗਾਂਧੀ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਸੀਗੀ ਰਾਜ ਨਰਾਇਣ ਨੇ ਔਰ ਉਸ ਪਟੀਸ਼ਨ ਦੇ ਨਿਪਟਾਰੇ ਵਜੋਂ ਇਲਾਹਾਬਾਦ ਹਾਈ ਕੋਰਟ ਨੇ ਉਦੋਂ ਇਹ ਫੈਸਲਾ ਕਰ ਦਿੱਤਾ ਸੀ ਕਿ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦਿਆਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਚੋਣ ਜਿੱਤੀ ਹੈ, ਇਸ ਲਈ ਇਹਦੀ ਚੋਣ ਨੂੰ ਰੱਦ ਕੀਤਾ ਜਾਂਦਾ ਹੈ। ਔਰ ਘਬਰਾਹਟ ਦੇ ਵਿੱਚ ਆ ਕੇ ਇੰਦਰਾ ਗਾਂਧੀ ਨੇ ਉਸ ਵੇਲੇ ਦੇਸ਼ ਦੇ ਵਿੱਚ ਐਮਰਜੈਂਸੀ ਲਾਤੀ ਸੀ। ਐਮਰਜੈਂਸੀ ਲਾਉਣ ਤੋਂ ਪਹਿਲਾਂ ਇੱਕੋ ਨੇ ਅਪੀਲ ਦਾਇਰ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਔਰ ਉਸ ਅਪੀਲ ਦੇ ਵਿੱਚ ਉਹਨੇ ਕਿਹਾ ਸੀ ਕਿ ਮੈਨੂੰ ਆਹ ਰਿਲੀਫ ਚਾਹੀਦੀ ਹੈ, ਆਹ ਰਿਲੀਫ ਚਾਹੀਦੀ ਹੈ। ਉਸ ਵੇਲੇ ਇੱਕ ਜੱਜ ਸੀ HL ਖੰਨਾ ਸਾਹਿਬ। HL ਖੰਨਾ ਸਾਹਿਬ ਨੇ ਜਿਹੜੀ ਹੈ ਇੰਦਰਾ ਗਾਂਧੀ ਦੀ ਲਾਈਨ ਹੈ ਜਿਹੜੀ ਉਹਦੇ ਤੇ ਚੱਲਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਨੇ ਕੁਝ ਥੋੜਾ ਵੱਖਰਾ ਸਟੈਂਡ ਲਿਆ ਸੀ। ਉਹ ਹਾਲਾਂਕਿ ਡਿਜ਼ਰਵ ਕਰਦੇ ਸੀ ਚੀਫ ਜਸਟਿਸ ਬਣਾਇਆ ਜਾਵੇ, ਲੇਕਿਨ ਇੰਦਰਾ ਗਾਂਧੀ ਨੇ ਬਾਅਦ ਦੇ ਵਿੱਚ ਜਸਟਿਸ ਖੰਨਾ ਹੋਰਾਂ ਨੂੰ ਇਗਨੋਰ ਕਰਕੇ, ਹੋਰਾਂ ਜੱਜਾਂ ਨੂੰ ਇਗਨੋਰ ਕਰਕੇ ਜਸਟਿਸ ਬੇਗ ਨੂੰ ਭਾਰਤ ਦਾ ਚੀਫ ਜਸਟਿਸ ਲਾ ਦਿੱਤਾ ਸੀ। ਉਹਨਾਂ ਦਿਨਾਂ ਦੇ ਵਿੱਚ ਮੈਂ ਦੇਖਿਆ ਜਸਟਿਸ ਚੰਦਰਾਚੂੜ ਜਿਹੜੇ ਸਾਡੇ ਅੱਜ ਦੇ ਸੁਪਰੀਮ ਕੋਰਟ ਦੇ ਇੱਕ ਜੱਜ ਚੰਦਰਾਚੂੜ ਹੈ, ਇਹਨਾਂ ਦੇ ਪਿਤਾ ਜੀ ਹੁੰਦੇ ਸੀ ਤੇ ਇਹ ਜਦੋਂ ਐਮਰਜੈਂਸੀ ਖਤਮ ਹੋ ਗਈ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਮੰਨੀ ਸੀ, ਜਨਤਕ ਤੌਰ ਤੇ ਗੱਲ ਕਹੀ ਸੀ ਕਿ ਉਸ ਵੇਲੇ ਦੇ ਸੁਪਰੀਮ ਕੋਰਟ ਦੇ ਜੱਜ ਨੇ ਕਿ ਅਸੀਂ ਜਿਹੜੇ ਹੈਗੇ ਬਹੁਤ ਕਮਜ਼ੋਰੀ ਦਿਖਾਈ ਸੀ ਇੰਦਰਾ ਗਾਂਧੀ ਦੇ ਸਾਹਮਣੇ। ਅਸੀਂ ਕਾਨੂੰਨ ਦੀ ਤੇ ਸੰਵਿਧਾਨ ਦੀ ਪਰਵਾਹ ਨਹੀਂ ਕੀਤੀ ਸੀ। ਦੇਸ਼ ਦੀ ਜਿਹੜੀ ਪ੍ਰਧਾਨ ਮੰਤਰੀ ਹੈ ਜਿਵੇਂ ਉਹ ਚਾਹੁੰਦੀ ਸੀ ਉਵੇਂ ਅਸੀਂ ਕਰਦੇ ਰਹੇ। ਸੋ ਇਹ ਬੜਾ ਚੱਲਦਾ ਰਿਹਾ। ਸੁਪਰੀਮ ਕੋਰਟ ਦੀ ਦੁਰਵਰਤੋਂ ਵੀ ਹੁੰਦੀ ਰਹੀ ਹੈ। ਇਹ ਠੀਕ ਹੈ ਕਿ ਬਾਅਦ ਦੇ ਵਿੱਚ ਭਾਵੇਂ ਜਿਹੜੀ ਇਹ ਲਾਈਨ ਅਖਤਿਆਰ ਕਰ ਲਈ ਸੀ ਕਿ ਸੀਨੀਅਰ ਬੰਦਿਆਂ ਨੂੰ ਲਾ ਦਿੱਤਾ ਜਾਵੇ ਔਰ ਰੰਜਨ ਗੋਗੋਈ ਨੂੰ ਵੀ ਸੀਨੀਅਰਿਟੀ ਦੇ ਆਧਾਰ ਦੇ ਉੱਤੇ ਲਾਇਆ ਗਿਆ ਸੀ। ਇਹ ਤੋਂ ਪਹਿਲਾਂ ਰੰਜਨ ਗੋਗੋਈ ਹੋਰਾਂ ਨੇ ਆਪਣੇ 3 ਹੋਰ ਜੱਜ ਸਾਥੀਆਂ ਦੇ ਨਾਲ ਮਿਲ ਕੇ ਇੱਕ ਵਾਰੀ ਇੱਕ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਸੀ ਜਸਟਿਸ ਚਿਲੈਸ਼ਮਰ ਦੇ ਘਰ ਦੇ ਵਿੱਚ ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਜੱਜ ਲੋਇਆ ਦੇ ਮੌਤ ਦਾ ਮਾਮਲਾ ਵੀ ਆਇਆ ਸੀ, ਕਈ ਸਾਰੇ ਹੋਰ ਮਾਮਲੇ ਵੀ ਆਏ ਸੀ। ਉਹਨਾਂ ਗੱਲਾਂ ਦੇ ਵਿੱਚ ਇਹ ਕਿਹਾ ਸੀ ਕਿ ਜਿਹੜਾ ਰੋਸਟਰ ਸਿਸਟਮ ਦੇ ਰਾਹੀਂ 94 ਜੱਜਾਂ ਨੂੰ ਭੇਜੇ ਜਾਂਦੀ ਹੈ। ਇੱਥੋਂ ਤੱਕ ਕਹਿ ਦਿੱਤਾ ਸੀ ਜੱਜ ਸਾਹਿਬਾਨ ਨੇ ਕਿ ਭਾਰਤ ਦੀ ਜੁਡੀਸ਼ਰੀ ਨੂੰ ਕੋਈ ਬਾਹਰੀ ਤਾਕਤ ਚਲਾਉਂਦੀ ਹੈ, ਲੇਕਿਨ ਉਦੋਂ ਆਪਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜੇ ਜੱਜ ਐਡੀਆਂ ਸਖਤ ਟਿੱਪਣੀਆਂ ਕਰ ਰਹੇ ਹੈ, ਜੇ ਕਿਤੇ ਇਹ ਦੇਸ਼ ਦੇ ਚੀਫ ਜਸਟਿਸ ਇਹਨਾਂ ਚ ਕੋਈ ਵੀ ਬਣ ਗਿਆ ਤਾਂ ਬੜੇ ਸੁਧਾਰ ਹੋਣਗੇ ਨਿਆਇਕ ਪ੍ਰਣਾਲੀ ਦੇ ਵਿੱਚ। ਲੇਕਿਨ ਜੱਜ ਰੰਜਨ ਗੋਗੋਈ ਸਾਹਿਬ ਜਦੋਂ ਦੇਸ਼ ਦੇ ਚੀਫ ਜਸਟਿਸ ਬਣ ਗਏ ਤੇ ਉਹਨਾਂ ਨੇ ਕੁਝ ਫੈਸਲੇ ਕੀਤੇ ਜਿਨ੍ਹਾਂ ਫੈਸਲਿਆਂ ਦੇ ਵਿੱਚ ਬਾਬਰੀ ਮਸਜਿਦ ਕੇਸ ਵਾਲਾ ਫੈਸਲਾ ਵੀ ਆਉਂਦਾ ਹੈ ਔਰ ਉਸ ਫੈਸਲੇ ਨੂੰ ਜੇ ਆਪਾਂ ਪੜ੍ਹ ਕੇ ਦੇਖੀਏ ਲੱਗਦਾ ਇਉਂ ਹੈ ਸਾਰੀ ਜੱਜਮੈਂਟ ਦੇ ਵਿੱਚ ਕਿ ਇਹ ਫੈਸਲਾ ਜਿਹੜਾ ਹੈਗਾ ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਜਾਊਗਾ। ਸਾਰੀਆਂ ਗੱਲਾਂ, ਸਾਰੀਆਂ ਦਲੀਲਾਂ ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਦੇਣ ਦੇ ਬਾਵਜੂਦ ਜਦੋਂ ਫੈਸਲਾ ਫਾਈਨਲ ਦੇ ਉੱਤੇ ਆਇਆ ਤੇ ਉਦੋਂ ਕਹਿ ਦਿੱਤਾ ਜੀ ਤੇ ਇੱਕ ਜਿਹੜਾ ਹੈਗਾ ਵਿਸ਼ਾਲ ਰਾਮ ਮੰਦਿਰ ਬਣਨਾ ਚਾਹੀਦਾ ਹੈ ਤੇ ਅੱਜ ਰਾਮ ਮੰਦਿਰ ਬਣ ਰਿਹਾ ਤੇ ਉਹਦੇ ਵਾਸਤੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਵੀ ਹੋ ਰਹੇ। ਸੋ ਉਹਦੇ ਇਮੇਜ ਦੇ ਵਿੱਚ ਜਦੋਂ ਰੰਜਨ ਗੋਗੋਈ ਸਾਹਿਬ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਸੀ ਤਾਂ ਸਾਰੀ ਦੁਨੀਆ ਦੇ ਵਿੱਚ ਭਾਰਤ ਦੀ ਜੁਡੀਸ਼ਰੀ ਦੀ ਜਿਹੜੀ ਹੈਗੀ ਹੈ ਤੋਏ ਹੋਈ ਸੀ। ਇਹਦੇ ਤੇ ਆਇਆ ਸੀ ਕਿ ਇੱਕ ਜੱਜ ਨੇ ਜਿਹੜਾ ਹੈਗਾ ਇਹ ਅਹੁਦਾ ਕਿਉਂ ਕਬੂਲਿਆ। ਫਿਰ ਇਹ ਵੀ ਡਿਬੇਟ ਚੱਲੀ ਸੀ ਕਿ ਘੱਟੋ ਘੱਟ ਜਿਹੜੇ ਉੱਚੇ ਅਹੁਦਿਆਂ ਦੇ ਉੱਤੇ ਲੋਕ ਹੋਣ, ਜੱਜ ਹੋਣ, ਚੀਫ ਸੈਕਟਰੀ ਹੋਣ, IAS ਅਫੀਸਰ ਹੋਣ, ਜਿੰਨੇ ਵੀ ਬਿਊਰੋਕਰੇਟ ਹੈ ਜਾਂ ਨੌਕਰਸ਼ਾਹ ਹੈ, ਇਹਨਾਂ ਦੇ ਲਈ ਜਿਹੜੀ ਹੈ ਚੋਣ ਲੜਨ ਦੇ ਉੱਤੇ ਪਾਬੰਦੀ ਲਾਈ ਜਾਵੇ ਕੁਝ ਸਾਲਾਂ ਤੱਕ ਕਿ ਜਦੋਂ ਇਹ ਰਿਟਾਇਰ ਹੁੰਦੇ 3 ਸਾਲ ਜਾਂ 5 ਸਾਲ ਤੱਕ ਇਹ ਮੁੜ ਕੇ ਕਿਸੇ ਕਿਸਮ ਦੀ ਚੋਣ ਜਾਂ ਕੋਈ ਲਾਭ ਵਾਲਾ ਉਹਦਾ ਨਾਂ ਲੈ ਸਕਣ। ਇਹ ਗੱਲਾਂ ਵੀ ਕਹੀਆਂ ਸੀ ਕਿ ਇਹਦੇ ਚ ਸੁਧਾਰ ਹੋ ਸਕੇ। ਸੋ ਇਹ ਕਈ ਵਾਰੀ ਲੱਗਦਾ ਤਾਂ ਇਹ ਹੈ ਜੀ ਵੀ ਜਸਟਿਸ ਰਮੰਨਾ ਹੋਰਾਂ ਨੇ ਗੱਲ ਬਹੁਤ ਵਧੀਆ ਕਹੀ ਹੈ। ਆਪਾਂ ਨੂੰ ਆਸਵਦ ਹੋਣਾ ਚਾਹੀਦਾ ਕਿ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਉਹ ਠੀਕ ਕਹੀ ਹੈ ਕਿ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਲੱਖਾਂ ਲੋਕ ਉਹ ਹੈ ਜਿਨ੍ਹਾਂ ਨੂੰ ਬੁਨਿਆਦੀ
ਜਿਹੜੀਆਂ ਸਹੂਲਤਾਂ ਬੁਨਿਆਦੀ ਹੱਕ ਨਹੀਂ ਮਿਲਦੇ, ਔਰ ਬਹੁਤ ਸਾਰੇ ਲੋਕ ਉਹ ਹੈ ਜਿਹੜੇ ਨਿਆਂ ਤੋਂ ਵਾਂਝੇ ਰਹਿ ਜਾਂਦੇ ਹੈ। ਪਰ ਕੀ ਚੀਫ ਜਸਟਿਸ ਆਫ ਇੰਡੀਆ ਬਣਨ ਤੋਂ ਬਾਅਦ ਜਿਹੜੇ ਉਹਨਾਂ ਨੇ ਇਹ ਵਿਚਾਰ ਪ੍ਰਗਟ ਕੀਤੇ ਹੈ, ਇਹਨਾਂ ਵਿਚਾਰਾਂ ਤੇ ਪਹਿਰਾ ਦਿੰਦੇ ਹੋਏ ਉਹ ਨਿਆਇਕ ਸੁਧਾਰ ਕਰਨਗੇ? ਇਹ ਇੱਕ ਵੱਡਾ ਸਵਾਲ ਹੈ ਉਹਨਾਂ ਦੇ ਸਾਹਮਣੇ। ਨਵੇਂ ਚੀਫ ਜਸਟਿਸ ਬਣ ਰਹੇ ਹੈ, ਇੱਕ ਨਾਗਰਿਕ ਹੋਣ ਦੇ ਨਾਤੇ ਆਪਾਂ ਵੀ ਉਹਨਾਂ ਦਾ ਖੈਰ ਮਕਸਦ ਕਰਦੇ ਹਾਂ, ਵੈਲਕਮ ਕਰਦੇ ਹਾਂ ਉਹਨਾਂ ਦੀ ਨਿਯੁਕਤੀ ਦਾ, ਤੇ ਉਮੀਦ ਕਰਦੇ ਹਾਂ ਕਿ ਜਿਹੜੀਆਂ ਟਿੱਪਣੀਆਂ ਉਹਨਾਂ ਨੇ ਪਹਿਲਾਂ ਕੀਤੀਆਂ ਉਹ ਉਹਨਾਂ ਟਿੱਪਣੀਆਂ ਦੇ ਉੱਤੇ ਪਹਿਰਾ ਦੇਣ ਤੇ ਦੇਸ਼ ਦੀ ਜੁਡੀਸ਼ਰੀ ਦੇ ਵਿੱਚ ਇੱਕ ਆਪਣਾ ਵੱਖਰਾ ਮੁਕਾਮ ਬਣਾਉਣ। ਲੋਕ ਯਾਦ ਕਰਿਆ ਕਰਨ ਕਿ ਹਾਂ, ਇੱਕ ਅਜਿਹੇ ਚੀਫ ਜਸਟਿਸ ਵੀ ਆਏ ਸੀ ਜਿਨ੍ਹਾਂ ਨੇ ਭਾਰਤ ਦੇ ਲੋਕਾਂ ਨੂੰ ਇਨਸਾਫ ਦੇਣ ਦੇ ਵਿੱਚ ਬੇਹੱਦ ਰੁਚੀ ਦਿਖਾਈ ਹੈ, ਔਰ ਉਹਨਾਂ ਨੇ ਚੰਗਾ ਕੰਮ ਕੀਤਾ ਹੈ। ਇਹ ਨਾ ਹੋਵੇ ਕਿ ਜਿਵੇਂ ਰੰਜਨ ਗੋਗੋਈ ਸਾਹਿਬ ਨੂੰ ਉਹਨਾਂ ਦੇ ਰਾਜ ਸਭਾ ਦੇ ਮੈਂਬਰ ਹੁੰਦਿਆਂ ਹੋਇਆ ਵੀ ਉਹਨਾਂ ਨੂੰ ਲੋਕ ਜਿਹੜੇ ਹੈਗੇ ਠੀਕ ਨਹੀਂ ਸਮਝਦੇ। ਜੱਜ ਰਮੰਨਾ ਸਾਹਿਬ ਨੂੰ ਇਸ ਕਿਸਮ ਦੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਤਾ, ਇਹੀ ਕਾਮਨਾ ਕਰਦੇ ਹਾਂ। ਔਰ ਇਹ ਕਾਮਨਾ ਕਰਦੇ ਹਾਂ ਭਾਰਤ ਦੇ 130-35 ਕਰੋੜ ਜਿਹੜੇ ਲੋਕ ਹੈ ਇਹਨਾਂ ਨੂੰ ਇਨਸਾਫ ਮਿਲੇ, ਤੇ ਇਹ ਇਨਸਾਫ ਤਾਂ ਹੀ ਮਿਲੂਗਾ ਜੇ ਸਾਡੇ ਜੱਜ ਸਾਹਿਬਾਨ ਦੇ ਵਿੱਚ ਕਮਿਟਮੈਂਟ ਹੋਊਗੀ ਇਨਸਾਫ ਦੇਣ ਦੀ। ਜੀ ਬਿਲਕੁਲ, ਵਾਕਿਆ ਗੱਲ ਸਹੀ ਹੈ ਜੀ। ਕਮਿਟਮੈਂਟ ਹੋਣ ਦੀ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਜੀ ਪੂਰੀ ਪ੍ਰਣਾਲੀ ਦੇ ਉੱਤੋਂ। ਨਹੀਂ ਤਾਂ ਪਹਿਲਾਂ ਬੜਾ ਸਨਮਾਨ ਕੀਤਾ ਜਾਂਦਾ ਸੀਗਾ ਜੁਡੀਸ਼ਰੀ ਦਾ, ਤਾਂ ਹੁਣ ਸਵਾਲ ਚੁੱਕਣ ਲੱਗ ਪਏ ਲੋਕ ਜੀ। ਆਪਾਂ ਕਾਲ ਲੈ ਲਈਏ ਤੇ ਫਿਰ ਚੱਲਦੇ ਆਪਾਂ ਨੈਕਸਟ ਕਾਲ ਖਬਰ ਤੇ। ਹਾਂਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਫੈਸਰ ਸਾਹਿਬ ਜੀ, ਆਇਆਂ ਨੂੰ। ਹਾਂਜੀ। ਅੱਛਾ, ਮੈਂ ਚੰਦੀ ਸਾਹਿਬ ਇਹ ਬੇਨਤੀ ਕਰਨੀ ਆ ਜੀ ਭਈ ਹੁਣੇ ਜਿਹੜੀ ਗੱਲ ਕਰਕੇ ਹਟੇ ਆ ਨਾ ਢਿੱਲੋਂ ਸਾਹਿਬ, ਮੈਂ ਇਹਦੇ ਚ ਵਾਧਾ ਕਰਨਾ ਚਾਹੁੰਦਾ ਵਾਂ ਜੀ। ਬਈ ਇਲਾਹਾਬਾਦ ਹਾਈ ਕੋਰਟ ਨੇ ਜਦੋਂ ਰਾਜ ਨਰਾਇਣ ਵਾਲੇ ਕੇਸ ਦੇ ਵਿੱਚ ਇੰਦਰਾ ਗਾਂਧੀ ਨੂੰ ਡੀਥਰੋਨ ਕਰਨ ਦੀ ਗੱਲ ਕੀਤੀ ਸੀਗੀ ਨਾ ਜੀ, ਤੇ ਉਹ ਮੁੜ ਕੇ ਜਦੋਂ ਸੁਪਰੀਮ ਕੋਰਟ ਚ ਆਈ ਸੀਗੀ ਤੇ ਸੁਪਰੀਮ ਕੋਰਟ ਦੇ ਵਿੱਚ ਉਹਦੀ ਸੁਣਵਾਈ ਜਿਹੜੀ ਆ ਉਹ ਜਸਟਿਸ VR ਕ੍ਰਿਸ਼ਨਾ ਅਈਅਰ ਨੇ ਕੀਤੀ ਸੀਗੀ। ਔਰ VR ਕ੍ਰਿਸ਼ਨਾ ਅਈਅਰ ਨੇ ਉਹਨੇ ਐਮਰਜੈਂਸੀ ਲਾ ਕੇ ਬੇਸ਼ੱਕ ਬਾਅਦ ਦੇ ਵਿੱਚ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਦੀ ਜਿਹੜੀ ਮਿਆਦ ਹੈ ਉਹ ਵਧਾ ਲਈ ਸੀਗੀ, ਪਰ ਉਹਨੇ VR ਕ੍ਰਿਸ਼ਨਾ ਅਈਅਰ ਨੇ ਵੀ ਉਹਨੂੰ ਡੀਥਰੋਨ ਕਰਤਾ ਸੀਗਾ। ਮਤਲਬ ਇਲਾਹਾਬਾਦ ਦੀ ਹਾਈ ਕੋਰਟ ਦੀ ਜਿਹੜੀ ਜੱਜਮੈਂਟ ਸੀਗੀ ਉਹਨੇ ਅਪਹੋਲਡ ਕੀਤਾ ਸੀਗਾ। ਔਰ VR ਕ੍ਰਿਸ਼ਨਾ ਅਈਅਰ ਉਹ ਜੱਜ ਸੀਗੇ ਜਿਹੜੇ 1957 ਦੇ ਵਿੱਚ ਕੇਰਲ ਦੇ ਵਿੱਚ ਜਿਹੜੀ EMS ਨਮੂਦਰੀਪਾਦ ਮਿਨਿਸਟਰੀ ਬਣੀ ਸੀਗੀ, ਉਹਦੇ ਵਿੱਚ ਉਹ ਉਹਨਾਂ ਦੇ ਲਾ ਮਿਨਿਸਟਰ ਸੀਗੇ। ਔਰ ਇੱਕ ਕਮਿਊਨਿਸਟ ਸਰਕਾਰ ਸੀਗੀ ਜਿਹੜੀ ਪਹਿਲੀ ਗੈਰ ਕਾਂਗਰਸੀ ਸਰਕਾਰ ਸੀਗੀ, ਔਰ ਇਹ ਪਾਰਟੀ ਦੇ ਮੈਂਬਰ ਵੀ ਨਹੀਂ ਸੀਗੇ, ਤੇ ਕਾਂਗਰਸ ਜ਼ੋਰ ਲਾ ਕੇ ਮਰ ਗਈ ਸੀਗੀ। ਇੰਦਰਾ ਗਾਂਧੀ ਉਦੋਂ ਲੀਡਰ ਸੀਗੀ, ਇਹਨਾਂ ਦੀ ਹੁੰਦੀ ਸੀਗੀ ਪਬਲਿਕ ਰਿਲੇਸ਼ਨ ਮਿਨਿਸਟਰ, ਤੇ ਨਹਿਰੂ ਦੀ ਧੀ ਸੀਗੀ, ਤੇ ਉਹ ਬੰਦਾ ਟੁੱਟ ਨਹੀਂ ਸਕਿਆ। ਉਸ ਬੰਦੇ ਨੇ ਇਹ ਜਿਹੜੀ ਆ ਨਾ ਜੀ ਡੀਥਰੋਨ ਕਰਨ ਵਾਲੀ ਜੱਜਮੈਂਟ ਉਹਨੇ ਰਾਤੋਂ ਰਾਤ ਕਰਕੇ ਤੇ ਮਤਲਬ ਜਿਹੜੀ ਆ ਉਹ ਸਾਈਕਲੋ ਸਟਾਈਲ ਕਰਾ ਕੇ ਕਿਸੇ ਨੂੰ ਬਹੁਤ ਭੇਤ ਦੇਣ ਤੋਂ ਬਿਨਾਂ ਆਪਣੇ ਜਿਹੜਾ ਸਟੈਨੋ ਉਹਦੇ ਨਾਲ ਕਰਕੇ ਤੇ ਉਹਨੇ ਇਹ ਜਿਹੜੀ ਆ ਇੰਦਰਾ ਗਾਂਧੀ ਨੂੰ ਡੀਥਰੋਨ ਕਰਤਾ ਸੀਗਾ। ਇਹ ਵੱਖਰੀ ਗੱਲ ਹੈ ਕਿ ਇੰਦਰਾ ਗਾਂਧੀ ਨੇ ਮੁੜ ਕੇ ਐਮਰਜੈਂਸੀ ਲਾਤੀ ਸੀਗੀ। ਮੈਂ ਢਿੱਲੋਂ ਸਾਹਿਬ ਦੀ ਜਿਹੜੀ ਆ ਗੱਲ ਆ ਉਹਦੇ 'ਚ ਇੰਨਾ ਕੁ ਵਾਧਾ ਕਰਨਾ ਸੀਗਾ। ਬਹੁਤ ਮਿਹਰਬਾਨੀ। ਧੰਨਵਾਦ ਜੀ। ਸਾਡੇ ਸਨਮਾਨਯੋਗ ਹੈ ਜੀ ਪ੍ਰੋਫੈਸਰ ਸਾਹਿਬ ਕਾਹਲੋਂ ਸਾਹਿਬ, ਤੇ ਬੜਾ ਵਧੀਆ ਵਿਚਾਰ ਰੱਖਦੇ ਆ ਜੀ ਢਿੱਲੋਂ ਸਾਹਿਬ। ਬਿਲਕੁਲ ਜੋ ਕੁਛ ਕਾਹਲੋਂ ਸਾਹਿਬ ਨੇ ਕਿਹਾ ਹੈ, ਮੇਰੇ ਵੀ ਇਹ ਯਾਦ ਹੈ ਚੰਗੀ ਤਰ੍ਹਾਂ ਕਿ ਜਿਹੜੀ ਪਹਿਲੀ ਗੈਰ ਕਾਂਗਰਸੀ ਸਰਕਾਰ ਹੈ, ਵੈਸੇ ਪਹਿਲੀ ਗੈਰ ਕਾਂਗਰਸੀ ਸਰਕਾਰ ਜੇ ਆਪਾਂ ਦੇਖੀਏ ਤਾਂ ਉਹ ਪਹਿਲਾਂ ਪੈਪਸੂ ਚ ਬਣ ਗਈ ਸੀ, ਲੇਕਿਨ ਪੈਪਸੂ ਵਾਲੀ ਸਰਕਾਰ ਹੈ ਜਿਹੜੀ ਉਹਦਾ ਕੋਈ ਬਹੁਤਾ ਨਾਂ ਤੇ ਹੈ ਨਹੀਂ ਸੀ। ਪੈਪਸੂ ਦੇ ਵਿੱਚ ਸਰਕਾਰਾਂ ਕੁਝ ਇਹੋ ਜਿਹੀਆਂ ਹੀ ਬਣਦੀਆਂ ਸੀ, ਲੇਕਿਨ ਜੇ ਕੌਮੀ ਪੱਧਰ ਦੇ ਉੱਤੇ ਆਪਾਂ ਦੇਖੀਏ ਕਿਸੇ ਦੇਸ਼ ਦੇ ਵਿੱਚ ਮੁਕੰਮਲ ਸਰਕਾਰ ਬਣਦੀ ਹੈ ਤਾਂ ਉਹ EMS ਨਮੂਦਰੀਪਾਦ ਦੀ ਬਣੀ ਸੀ 1957 ਚ। ਔਰ ਜਿਵੇਂ ਕਾਹਲੋਂ ਸਾਹਿਬ ਨੇ ਕਿਹਾ ਕਿ ਇੰਦਰਾ ਗਾਂਧੀ ਉਸ ਵੇਲੇ ਪਬਲਿਕ ਰਿਲੇਸ਼ਨ ਜਾਂ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਹੁੰਦੀ ਸੀਗੀ। ਇੰਦਰਾ ਗਾਂਧੀ ਨੂੰ ਉੱਥੇ ਜਿਹੜੇ ਹੈਗੇ ਆ ਕੇਰਲਾ ਦੀ ਸਿਚੁਏਸ਼ਨ ਦਾ ਜਾਇਜ਼ਾ ਲੈਣ ਵਾਸਤੇ ਪੰਡਿਤ ਨਹਿਰੂ ਨੇ ਇੱਕ ਕਮੇਟੀ ਦੀ ਮੁਖੀ ਬਣਾ ਕੇ ਭੇਜਿਆ ਸੀ ਕਿ ਤੁਸੀਂ ਰਿਪੋਰਟ ਕਰੋ, ਔਰ ਇੰਦਰਾ ਗਾਂਧੀ ਨੇ ਰਿਪੋਰਟ ਕੀਤੀ ਸੀ ਕਿ ਇਸ ਸਰਕਾਰ ਨੂੰ ਤੋੜ ਦਿੱਤਾ ਜਾਵੇ। ਉਸ ਸਰਕਾਰ ਨੂੰ ਭਾਵੇਂ ਤੋੜਤਾ ਸੀ EMS ਨਮੂਦਰੀਪਾਦ ਦੀ ਸਰਕਾਰ ਨੂੰ, ਲੇਕਿਨ ਇੱਕ ਦੀ ਮੈਜੋਰਿਟੀ ਦੇ ਉੱਤੇ ਉਹ ਸਰਕਾਰ ਚੱਲਦੀ ਸੀ ਤੇ ਉਸ ਸਰਕਾਰ ਨੂੰ ਤੋੜਨ ਵਾਸਤੇ ਬਹੁਤ ਵੱਡੇ ਪੱਧਰ ਤੇ ਖਰੀਦੋ ਫਰੋਖਤ ਦੇ ਯਤਨ ਕੀਤੇ ਗਏ ਸੀ। ਉਹਦੇ ਚ ਇੱਕ ਵੀ ਬੰਦਾ ਨਹੀਂ ਸੀ ਟੁੱਟਿਆ। ਉਸ ਸਰਕਾਰ ਨੂੰ ਜਬਰੀ ਤੋੜਤਾ ਸੀ, ਲੇਕਿਨ ਜਿਹੜੀ ਹੈਗੀ ਦਲ ਬਦਲੀ ਨਹੀਂ ਕਰਵਾਉਣ ਵਿੱਚ ਕਾਮਯਾਬ ਹੋਈ ਸੀ ਕਾਂਗਰਸ ਪਾਰਟੀ। ਦੇਸ਼ ਦੇ ਪ੍ਰਾਈਮ ਮਿਨਿਸਟਰ ਨਹੀਂ ਕਾਮਯਾਬ ਹੋਏ ਸੀ।
ਜਿੱਥੋਂ ਤੱਕ ਜਸਟਿਸ ਕ੍ਰਿਸ਼ਨਾ ਅਈਅਰ ਦਾ ਸੰਬੰਧ ਹੈ, ਜਸਟਿਸ ਕ੍ਰਿਸ਼ਨਾ ਅਈਅਰ ਭਾਵੇਂ ਉੱਥੇ ਦੇ ਲਾ ਮਿਨਿਸਟਰ ਹੁੰਦੇ ਸੀ, ਬਾਅਦ ਦੇ ਵਿੱਚ ਉਹ ਹਾਈ ਕੋਰਟ ਦੇ ਵਿੱਚ ਹੁੰਦੇ ਹੋਏ ਸੁਪਰੀਮ ਕੋਰਟ ਦੇ ਜੱਜ ਬਣੇ। ਲੇਕਿਨ ਜਸਟਿਸ ਕ੍ਰਿਸ਼ਨਾ ਅਈਅਰ ਦੀਆਂ ਤੁਸੀਂ ਜਿਹੜੀਆਂ ਜਜਮੈਂਟਸ ਪੜ੍ਹ ਕੇ ਦੇਖੋ, ਜਿਵੇਂ ਆਪਾਂ ਸ਼ੇਕਸਪੀਅਰ ਦੇ ਜਿਹੜੇ ਪੜ੍ਹਦੇ ਆ ਨਾ, ਨਾਵਲ ਪੜ੍ਹਦੇ ਆ, ਇਸ ਕਿਸਮ ਦੀ ਜਿਹੜੀ ਹੈ ਰਵਾਨਗੀ ਹੈ ਉਹਨਾਂ ਦੀਆਂ ਜਜਮੈਂਟਸ ਦੇ ਵਿੱਚ। ਜਿਹੜੀ ਉਹਨਾਂ ਦੀ ਦਲੀਲ ਹੈ, ਉਹਨਾਂ ਦੀ ਦਲੀਲ ਇੰਨੀ ਕਾਇਲ ਕਰਨ ਵਾਲੀ ਦਲੀਲ ਹੈ ਕਿ ਉਹਨਾਂ ਦੇ ਇੱਕ ਵੀ ਫੈਸਲੇ ਦੇ ਉੱਤੇ ਕੋਈ ਬੰਦਾ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਭਾਰਤ ਦੀ ਜੁਡੀਸ਼ਰੀ ਦੇ ਵਿੱਚ ਇੱਕ ਅਜਿਹੇ ਜੱਜ ਹੋਏ ਆ ਜਿਨ੍ਹਾਂ ਨੂੰ ਬਹੁਤ ਵੱਡਾ ਮਾਨ ਸਨਮਾਨ ਮਿਲਿਆ, ਇੱਕ ਰਾਜਨੀਤਿਕ ਅਹੁਦੇ ਤੇ ਰਹਿ ਕੇ, ਇੱਕ ਸਟੇਟ ਦਾ ਲਾ ਮਿਨਿਸਟਰ ਹੋਣ ਤੋਂ ਬਾਅਦ ਦੁਬਾਰਾ ਫਿਰ ਜੁਡੀਸ਼ਰੀ ਦੇ ਵਿੱਚ ਪੋਜੀਸ਼ਨ ਹਾਸਲ ਕਰਨੀ ਸੌਖੀ ਗੱਲ ਨਹੀਂ ਹੁੰਦੀ। ਜਸਟਿਸ ਕ੍ਰਿਸ਼ਨਾ ਅਈਅਰ ਇਸ ਦੇਸ਼ ਦੇ ਬਹੁਤ ਵੱਡੇ ਜਿਹੜੇ ਹੈਗੇ ਹੈ, ਆਪਾਂ ਕਹਿ ਸਕਦੇ ਹਾਂ ਨਿਆਇਕ ਅਧਿਕਾਰੀ ਹੋਏ ਹੈ, ਔਰ ਲੋੜ ਅੱਜ ਉਹਨਾਂ ਵਰਗੇ ਜੱਜਾਂ ਦੀ, ਉਸ ਵਰਗੇ ਜੇ ਉਹਨਾਂ ਵਰਗੇ 2-4 ਜੱਜ ਵੀ ਹੋਣ ਤੇ ਭਾਰਤ ਦਾ ਬਹੁਤ ਵੱਡਾ ਸੁਧਾਰ ਹੋ ਸਕਦਾ ਹੈ ਜੀ। ਵਾਕਿਆ ਢਿੱਲੋਂ ਸਾਹਿਬ, ਪ੍ਰੋਫੈਸਰ ਜਗੀਰ ਸਿੰਘ ਕਾਲੋਂ ਜੀ ਬੜੇ ਪੜ੍ਹੇ ਲਿਖੇ ਜੀ, ਤੇ ਸਾਡੇ ਸਨਮਾਨਯੋਗ ਵੀ ਆ, ਸਾਡੀ ਟੀਮ ਦੇ ਮੈਂਬਰ ਵੀ ਆ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਬਿਹਾਰ ਦੀ ਵਿਧਾਨ ਸਭਾ ਦੇ ਅੰਦਰ ਵਿਧਾਇਕਾਂ ਦੀ ਕਿਉਂ ਹੋਈ ਮਾਰ ਕੁਟਾਈ, ਇਹ ਆਮ ਹੀ ਭਾਰਤ ਦੇ ਵਿੱਚ ਦੇਖਿਆ ਜਾਂਦਾ ਜੀ। ਪੰਜਾਬ ਦੇ ਵਿੱਚ ਚਲੋ ਗਾਲੀ ਗਲੋਚ ਤਾਂ ਵਾਹਵਾ ਹੋ ਜਾਂਦਾ, ਪਰ ਇੱਦਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਛਿੱਤਰ ਬੋਲਾ ਚੰਗਾ ਹੁੰਦਾ ਜੀ। ਕੋਈ MP ਜਿਹੜਾ MLA ਨੂੰ ਮਾਰੀ ਜਾਂਦਾ ਜੁੱਤੀਆਂ, ਸ਼ਾਇਦ ਪਿੱਛੇ ਜੇ ਤੁਸੀਂ ਦੇਖਿਆ ਹੋਣੀਆਂ ਵੀਡੀਓ ਜੀ। ਦੇਖੋ ਗੱਲ ਇਹ ਜੀ, ਲੜ ਪੈਂਦੇ ਆ ਵਿਧਾਇਕ ਆਪਸ ਵਿੱਚ, ਪੱਗਾਂ ਵੀ ਉੱਤਰ ਜਾਂਦੀਆਂ, ਟੋਪੀਆਂ ਵੀ ਉੱਤਰ ਜਾਂਦੀਆਂ, ਹੂਰੋ ਹੂਰੇ ਵੀ ਹੋ ਲੈਂਦੇ ਹੈ ਜੀ। ਲੇਕਿਨ ਬਹੁਤੇ ਵਾਰੀ ਇਹ ਹੁੰਦਾ ਕਿ ਜਦੋਂ ਵਿਧਾਇਕ ਆਪਣੀਆਂ ਹੱਦਾਂ ਬੰਨੇ ਟੱਪ ਜਾਂਦੇ ਆ, ਸਪੀਕਰ ਵਾਸਤੇ ਬੜਾ ਮੁਸ਼ਕਲ ਹੁੰਦਾ ਚਲਾਉਣਾ, ਤਾਂ ਉਸ ਵੇਲੇ ਸਪੀਕਰ ਕਈ ਵਾਰੀ ਕੀ ਦੇਖਦੇ ਆ ਆਪਾਂ ਕਿ ਉਹ ਕਾਰਵਾਈ ਨੂੰ ਮੁਲਤਵੀ ਕਰ ਦਿੰਦੇ ਆ। ਘੰਟੇ ਲਈ ਕਾਰਵਾਈ ਮੁਲਤਵੀ ਕਰਤੀ, ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ, ਤੇ ਫਿਰ ਬਾਅਦ ਵਿੱਚ ਕੀ ਹੁੰਦਾ ਹੈ, ਜੇ ਜਮਾ ਨਹੀਂ ਟਿਕਦਾ ਸਾਰੇ ਦਿਨ ਲਈ ਮੁਲਤਵੀ ਹੋ ਜਾਂਦੀ ਹੈ, ਅਗਲੇ ਦਿਨ ਲਈ ਵੀ ਮੁਲਤਵੀ ਹੋ ਜਾਂਦੀ ਹੈ। ਜੇ ਜ਼ਿਆਦਾ ਖੱਪਖਾਨਾ ਪੈਣ ਲੱਗ ਜੇ ਤਾਂ ਫਿਰ ਮਾਰਸ਼ਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ, ਹੁਕਮ ਦਿੱਤਾ ਜਾਂਦਾ ਕਿ ਤੁਸੀਂ ਬਾਹਰ ਨਿਕਲ ਜਾਓ। ਅਗਰ ਵਿਧਾਇਕ ਬਾਹਰ ਨਹੀਂ ਜਾਂਦੇ ਤਾਂ ਫਿਰ ਸਪੀਕਰ ਮਾਰਸ਼ਲ ਨੂੰ ਹੁਕਮ ਦਿੰਦਾ ਕਿ ਇਹਨਾਂ ਬੰਦਿਆਂ ਨੂੰ ਚੱਕ ਕੇ ਤੇ ਬਾਹਰ ਕੱਢ ਦਿਓ। ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ, ਲੇਕਿਨ ਬਾਹਰ ਕੱਢਣ ਵੇਲੇ ਵੀ ਮਰਿਆਦਾ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਵਿਧਾਇਕਾਂ ਦੇ ਨਾਲ ਦੁਰਵਰਤਾਓ ਨਾ ਹੋਵੇ। ਸਾਡਾ ਜਿਹੜਾ ਪ੍ਰੋਟੋਕਾਲ ਬਣਿਆ ਹੋਇਆ ਵਿਧਾਇਕਾਂ ਦਾ, ਉਹਦੇ ਮੁਤਾਬਕ ਇੱਕ MLA ਦੀ ਹਸਤੀ ਹੈ, ਜਿਹੜੀ ਇੱਕ MLA ਦੀ ਸੀਨੀਅਰਿਟੀ ਹੈ, ਉਹ ਚੀਫ ਸੈਕਟਰੀ ਨਾਲੋਂ ਵੀ ਉੱਪਰ ਹੈ। ਜੇ MLA ਚੀਫ ਸੈਕਟਰੀ ਨੂੰ ਮਿਲਣ ਵਾਸਤੇ ਜਾਂਦਾ ਹੈ ਤਾਂ ਚੀਫ ਸੈਕਟਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਖੜਾ ਹੋ ਕੇ ਉਹਨੂੰ ਦੁਆ ਸਲਾਮ ਕਰੇ, ਔਰ ਚੀਫ ਸੈਕਟਰੀ ਆਪਣੀ ਚੇਅਰ ਤੇ ਨਹੀਂ ਬੈਠ ਸਕਦਾ, MLA ਨੂੰ ਪਾਸੇ ਤੇ ਸੋਫੇ ਤੇ ਬਿਠਾਊਗਾ ਤੇ ਆ ਕੇ ਸੋਫੇ ਦੇ ਉੱਤੇ ਗੱਲ ਕਰੂ। ਲੇਕਿਨ ਅਫਸੋਸ ਇਹ ਅੱਜ ਕੱਲ੍ਹ ਕਿ ਸਾਡੇ MLA ਕੁਛ ਇਹੋ ਜਿਹੇ ਲੋਕ ਬਣ ਜਾਂਦੇ ਆ ਜਿਨ੍ਹਾਂ ਨੂੰ ਆਪਣੀਆਂ ਤਾਕਤਾਂ ਦਾ ਪਤਾ ਹੀ ਨਹੀਂ, ਤੇ ਉਹ ਥਾਣੇਦਾਰ ਦੇ ਸਾਹਮਣੇ ਹੱਥ ਬੰਨ੍ਹ ਕੇ ਖੜ ਜਾਂਦੇ ਆ। ਇਹ ਜੋ ਕੁਛ ਕੱਲ ਉੱਥੇ ਹੋਇਆ ਉਹ ਬਹੁਤ ਹੀ ਮਾੜਾ ਹੋਇਆ। ਅਸਲ ਦੇ ਵਿੱਚ ਇਹਦਾ ਕਾਰਨ ਕੀ ਸੀ? ਕਾਰਨ ਇਹ ਹੈ ਕਿ ਜਿਹੜੀ ਬਿਹਾਰ ਦੀ ਸਪੈਸ਼ਲ ਆਰਮਡ ਪੁਲਿਸ ਹੈ, ਉਹਨੂੰ ਵਿਸ਼ੇਸ਼ ਅਧਿਕਾਰ ਦੇਣ ਵਾਸਤੇ ਇੱਕ ਰੈਜੂਲੇਸ਼ਨ ਜਿਹੜਾ ਜਾਂ ਇੱਕ ਬਿੱਲ ਹੈ, ਉਹ ਬਿਹਾਰ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਹੋਇਆ ਸੀ। ਇਹ ਜਿਹੜਾ ਹੈਗਾ ਵਿਸ਼ੇਸ਼ ਪਾਵਰਾਂ ਕੀ ਹੈ? ਵਿਸ਼ੇਸ਼ ਪਾਵਰਾਂ ਇਹ ਹੈ ਕਿ ਬਗੈਰ ਵਾਰੰਟ ਲਿਆ ਉਹ ਕਿਸੇ ਵੀ ਵਿਅਕਤੀ ਦੇ ਘਰ ਦੀ ਤਲਾਸ਼ੀ ਲੈ ਸਕਦੇ ਆ, ਉਹਦੇ ਦਫ਼ਤਰ ਦੀ ਤਲਾਸ਼ੀ ਲੈ ਸਕਦੇ ਆ, ਜਿੱਥੇ ਕਿਤੇ ਉਹਦੀ ਜਾਇਦਾਦ ਹੈ ਉਹਨਾਂ ਦੀ ਤਲਾਸ਼ੀ ਲੈ ਸਕਦੇ ਆ, ਤੇ ਬਗੈਰ ਵਾਰੰਟ ਤੋਂ ਕਿਸੇ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸਭ ਤੋਂ ਇਹਦੇ ਵਿੱਚ ਇਤਰਾਜ਼ਯੋਗ ਗੱਲ ਇਹ ਹੈ ਕਿ ਜਿਹੜੀ ਉਹਦੀ ਗ੍ਰਿਫਤਾਰੀ ਹੈ ਜਾਂ ਜਿਹੜੀ ਹੈ ਬਗੈਰ ਵਾਰੰਟਾਂ ਤੋਂ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਹੈ, ਬੰਦੇ ਨੂੰ ਨਜ਼ਰਬੰਦ ਕਰਨਾ ਹੈ, ਉਹਨੂੰ ਅਦਾਲਤ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਜਦੋਂ ਤੁਸੀਂ ਅਦਾਲਤ ਦੇ ਅਧਿਕਾਰਾਂ ਨੂੰ ਕੱਟ ਲਾ ਦਿਓ, ਜਦੋਂ ਤੁਸੀਂ ਅਦਾਲਤ ਦੇ ਅਧਿਕਾਰ ਹੈ ਜਿਹੜੇ ਉਹਨਾਂ ਨੂੰ ਖਤਮ ਕਰ ਦਿਓ ਤੇ ਇੱਕ ਪੁਲਿਸ ਅਧਿਕਾਰੀ ਨੂੰ ਅਧਿਕਾਰ ਵੱਧ ਦੇ ਦਿਓ, ਕੁਦਰਤੀ ਹੈ ਕਿ ਉਦੋਂ ਜਿਹੜੀ ਹੈ ਅਧਿਕਾਰਾਂ ਦੀ ਦੁਰਵਰਤੋਂ ਹੋਊਗੀ। ਜਦੋਂ ਇਹ ਬਿੱਲ ਪੇਸ਼ ਕੀਤਾ ਗਿਆ ਸੀ ਉਦੋਂ ਇਹ ਗੱਲ ਕਹੀ ਸੀ ਕਿ ਬਿਹਾਰ ਦੇ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਬੜੀ ਮਾੜੀ ਹੈ। ਇੱਥੋਂ ਤੱਕ ਕਿਹਾ ਗਿਆ ਸੀ ਕਿ ਜਿਹੜੀ ਨਕਸਲੀ ਮੂਵਮੈਂਟ ਆ, ਮਾਓਵਾਦੀ ਮੂਵਮੈਂਟ ਨੂੰ ਰੋਕਣ ਵਾਸਤੇ ਅਜਿਹਾ ਕਰਨਾ ਜ਼ਰੂਰੀ ਹੈ। ਵਿਧਾਇਕਾਂ ਨੇ ਇਹਦਾ ਵਿਰੋਧ ਕੀਤਾ ਕਿ ਇਹ ਨਹੀਂ ਹੋਣਾ ਚਾਹੀਦਾ, ਤੁਸੀਂ ਇੰਨੀਆਂ ਤਾਕਤਾਂ ਪੁਲਿਸ ਨੂੰ ਦੇ ਰਹੇ ਹੋ ਤਾਂ ਤਾਨਾਸ਼ਾਹੀ ਵਾਲੀ ਗੱਲ ਹੈ, ਦੇਸ਼ ਦੇ ਵਿੱਚ ਐਮਰਜੈਂਸੀ ਲਾਉਣ ਵਾਲੀ ਗੱਲ ਹੈ, ਤੁਸੀਂ ਆਪਣੇ ਸੂਬੇ ਦੇ ਵਿੱਚ ਇਸ ਤਰ੍ਹਾਂ ਕਰ ਰਹੇ ਹੋ, ਇਹ ਗੱਲ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਵਿਰੋਧ ਕੀਤਾ। ਵਿਰੋਧ ਕਰਦਿਆਂ ਜੀ ਵਿਰੋਧ ਇੱਥੋਂ ਤੱਕ ਚਲਾ ਗਿਆ ਕਿ ਜਿਹੜੇ ਸਪੀਕਰ ਸੀ, ਸਪੀਕਰ ਦੀ ਘੇਰਾਬੰਦੀ ਕਰ ਲਈ, ਔਰ ਸਪੀਕਰ ਦੀ ਘੇਰਾਬੰਦੀ ਕਰਨ ਦਾ ਫਿਰ ਨਤੀਜਾ ਕੀ ਹੋਇਆ ਕਿ ਉੱਥੇ ਪੁਲਿਸ ਬੁਲਾਈ ਜਾਂਦੀ ਹੈ। ਪੁਲਿਸ ਅੰਦਰ ਦਾਖਲ ਹੁੰਦੀ ਹੈ, ਪੁਲਿਸ ਹੀ ਦਾਖਲ ਨਹੀਂ ਹੁੰਦੀ, ਵੱਡੇ ਅਫਸਰ ਆਉਂਦੇ ਆ, SSP ਦੀ ਅਗਵਾਈ ਦੇ ਵਿੱਚ ਪੁਲਿਸ ਆਉਂਦੀ ਹੈ, ਔਰ ਪਟਨਾ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਅੰਦਰ ਜਾਂਦਾ ਹੈ। ਤੇ ਫਿਰ ਚੰਦੀ ਸਾਹਿਬ ਉੱਥੇ ਹੁੰਦਾ ਵੀ ਕੁੱਟ ਕਟਾਪੇ ਦਾ ਦੌਰ ਸ਼ੁਰੂ ਹੁੰਦਾ ਹੈ।
ਛੱਲੀਆਂ ਵਾਂਗੂ ਭੰਨਿਆ ਗਿਆ ਵਿਧਾਇਕਾਂ ਨੂੰ, ਕੁੱਟਿਆ ਗਿਆ, ਉਹਨਾਂ ਨੂੰ ਝੱਬਿਆ ਗਿਆ। ਉਹਨਾਂ ਚੋਂ ਇੰਨੀ ਭੈੜੀ ਹਾਲਤ ਹੋ ਗਈ ਕਿ 3-4 ਵਿਧਾਇਕ ਜਿਹੜੇ ਆ ਉਹ ਜ਼ਖਮੀ ਹੋ ਗਏ। ਇੱਕ ਔਰਤ ਬੀਬੀ ਸੀ, ਤੁਸੀਂ ਸੋਸ਼ਲ ਮੀਡੀਆ ਤੇ ਤਸਵੀਰਾਂ ਦੇਖ ਲਈਆਂ ਹੋਣਗੀਆਂ, ਉਹਨੂੰ ਬੀਬੀ ਨੂੰ ਧੂ ਕੇ ਲਈ ਜਾਂਦੇ, ਧੂ ਘੜੀਸ ਕਰਦੇ ਵੀ ਨਹੀਂ ਚਲੋ ਜੀ ਤੁਸੀਂ ਬਾਹਰ ਚਲੋ, ਬਾਹਰ ਚਲੋ। ਉਹ ਧੂ ਘੜੀਸਦੇ ਆ ਕਈ ਸਾਰੇ MLA ਨੂੰ, ਜਿਵੇਂ ਆਪਾਂ ਮੁਰਦਾ ਪਸ਼ੂਆਂ ਨੂੰ ਧੂਰੇ ਆ ਇਸ ਤਰ੍ਹਾਂ ਧੂਇਆ ਗਿਆ। RJD ਦੇ ਰਾਸ਼ਟਰੀ ਜਨਤਾ ਦਲ ਦੇ MLA ਸਤੀਸ਼ ਦਾਸ ਹੈ, ਸਤੀਸ਼ ਕੁਮਾਰ ਦਾਸ ਜ਼ਖਮੀ ਹੋਇਆ ਹੈ। CPI ML ਦੇ ਜਿਹੜੇ ਹੈਗੇ ਮਾਲੇ ਦੇ ਸਤਿੰਦਰ ਯਾਦਵ ਉਹ ਜ਼ਖਮੀ ਹੋਏ ਹੈ। ਰੀਤ ਲਾਲ ਯਾਦਵ RJD ਦੇ ਉਹ ਜ਼ਖਮੀ ਹੋਏ ਹੈ। ਇੱਕ ਵਿਧਾਇਕ ਦੀ ਹਾਲਤ ਤਾਂ ਇੰਨੀ ਮਾੜੀ ਸੀ ਕਿ ਉਹਨੂੰ ਹਸਪਤਾਲ ਦੇ ਵਿੱਚ ਲਿਜਾਣ ਵਾਸਤੇ ਸਟ੍ਰੈਚਰ ਤੇ ਪਾਉਣਾ ਪਿਆ। ਔਰ ਇਹ ਇਲਜ਼ਾਮ ਲਾਇਆ ਤੇਜਸਵੀ ਯਾਦਵ ਨੇ ਕਿ ਨੀਲੀ ਸ਼ਰਟ ਵਾਲਾ ਇੱਕ ਵਿਅਕਤੀ ਜਿਹੜਾ ਵਿਧਾਇਕਾਂ ਨੂੰ ਠੁੱਡੇ ਮਾਰ ਰਿਹਾ ਹੈ ਉਹ ਕੋਈ ਹੋਰ ਨਹੀਂ ਸਗੋਂ ਉਹ ਪਟਨਾ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਹੈ, ਜਿਹਨੂੰ ਅਸੀਂ DC ਕਹਿ ਦਿੰਦੇ ਹਾਂ। ਇਹਦੇ ਤੇ ਨਿਤੀਸ਼ ਕੁਮਾਰ ਦੀ ਬੜੀ ਤੋਏ ਤੋਏ ਹੋ ਰਹੀ ਹੈ ਸਾਰੇ ਦੇਸ਼ ਦੇ ਵਿੱਚ। ਇੱਥੋਂ ਤੱਕ ਇਲਜ਼ਾਮ ਲਾਇਆ ਕਿ 40 ਵਿਧਾਇਕਾਂ ਵਾਲਾ ਮੁੱਖ ਮੰਤਰੀ ਹੈ ਜਿਹੜਾ, ਉਹ ਮੁੱਖ ਮੰਤਰੀ ਆਪਣਾ ਹੋਸ਼ ਹਵਾਸ ਗਵਾ ਚੁੱਕਿਆ ਹੈ। ਇਹ ਇਨਸੀਡੈਂਟ ਜਦੋਂ ਵਾਪਰੀ ਹੈ ਜੀ, ਇਹ ਵਾਪਰੀ ਹੈ ਲੋਹੀਆ ਦਿਵਸ ਦੇ ਉੱਤੇ। ਲੋਹੀਆ ਰਾਮ ਮਨੋਹਰ ਲੋਹੀਆ ਇੱਕ ਸੋਸ਼ਲਿਸਟ ਲੀਡਰ ਹੁੰਦਾ ਸੀ। ਇਹ ਸਾਰੇ ਜਿਹੜੇ ਲੀਡਰ ਹੈ, ਚਾਹੇ ਮੁਲਾਇਮ ਸਿੰਘ ਯਾਦਵ ਹੈ, ਚਾਹੇ ਲਾਲੂ ਪ੍ਰਸਾਦ ਯਾਦਵ ਹੈ, ਨਿਤੀਸ਼ ਕੁਮਾਰ ਯਾਦਵ ਹੈ, ਸ਼ਰਦ ਯਾਦਵ ਹੈ, ਜਾਂ ਜਾਰਜ ਫਰਨਾਂਡਸ ਹੁੰਦੇ ਸੀ, ਇਹ ਲੋਹੀਆਬਾਦੀ ਕਹਾਉਂਦੇ ਸੀ, ਲੋਹੀਆ ਦੇ ਚੇਲੇ ਸੀ। ਔਰ ਉਹ ਲੋਹੀਆ ਦੇ ਦਿਵਸ ਦੇ ਉੱਤੇ ਇਹ ਐਕਟ ਲਿਆਂਦਾ ਗਿਆ। ਲੋਹੀਆ ਦਿਵਸ ਦੇ ਉੱਤੇ ਹੀ ਨੌਜਵਾਨਾਂ ਨੇ, ਜਿਹੜੇ ਰਾਸ਼ਟਰੀ ਜਨਤਾ ਦਲ ਨਾਲ ਸੰਬੰਧਿਤ ਨੌਜਵਾਨ ਹੈ, ਉਹਨਾਂ ਨੇ ਇੱਕ ਪ੍ਰੋਟੈਸਟ ਮਾਰਚ ਕੀਤਾ ਸੀ ਕਿ ਸਾਨੂੰ ਰੁਜ਼ਗਾਰ ਚਾਹੀਦਾ ਹੈ। ਬਿਹਾਰ ਦੀ ਵਿਧਾਨ ਸਭਾ ਦੇ ਅੰਦਰ ਤਾਂ ਵਿਧਾਇਕਾਂ ਨੂੰ ਕੁੱਟਿਆ ਜਾ ਰਿਹਾ ਹੈ, ਬਾਹਰਲੇ ਪਾਸੇ ਜਿਹੜੇ ਨੌਜਵਾਨ ਮੁਜ਼ਾਹਰਾ ਕਰਦੇ ਸੀ ਤੇ ਫਿਰ ਉਹਨਾਂ ਦੇ ਉੱਤੇ ਵੀ ਡਾਂਗ ਬਣਾਈ ਗਈ ਹੈ। ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਕੁੱਟਮਾਰ ਕੀਤੀ ਗਈ ਹੈ, ਉਹਨਾਂ ਦੇ ਉੱਤੇ ਵੀ ਪਾਣੀ ਦੀਆਂ ਬੁਛਾੜਾਂ ਸੁੱਟੀਆਂ ਗਈਆਂ। ਇਹ ਸਾਰਾ ਕੁਝ ਹੋ ਕੇ ਨਹੀਂ ਰਹੇ ਸਟੇਟ ਦੇ ਵਿੱਚ ਰਿਹਾ, ਉਹ ਸਟੇਟ 'ਚ ਹੋ ਰਿਹਾ ਹੈ ਬਿਹਾਰ ਵਾਲੀ ਸਟੇਟ ਦੇ ਵਿੱਚ, ਜਿਹੜੀ ਬਿਹਾਰ ਸਟੇਟ ਨੂੰ ਸਰਵੋਤਮ ਸਟੇਟ ਬਣਾਉਣ ਦਾ ਵਾਅਦਾ ਕੀਤਾ ਸੀ ਨਿਤੀਸ਼ ਕੁਮਾਰ ਹੋਰਾਂ ਨੇ। ਨਿਤੀਸ਼ ਕੁਮਾਰ ਨੂੰ ਚੰਗੇ ਪ੍ਰਸ਼ਾਸਕਾਂ ਦੇ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਇੱਕ ਵਾਰੀ ਤਾਂ ਇਹ ਵੀ ਗੱਲ ਆ ਗਈ ਸੀ ਕਿ ਦੇਸ਼ ਦੇ ਵਿੱਚ ਤੀਜੇ ਧੜੇ ਦੀ ਕੋਈ ਸਰਕਾਰ ਬਣਦੀ ਹੈ ਤੇ ਉਹਦਾ ਪ੍ਰਾਈਮ ਮਿਨਿਸਟਰ ਕੌਣ ਹੋਵੇ। 2014 ਤੋਂ ਜਿਹੜਾ ਦੌਰ ਸੀ ਉਸ ਵੇਲੇ ਇਹ ਗੱਲਾਂ ਚੱਲਣ ਲੱਗ ਗਈਆਂ ਸੀ ਕਿ ਨਿਤੀਸ਼ ਕੁਮਾਰ ਨੂੰ ਚਿਹਰਾ ਬਣਾਇਆ ਜਾ ਸਕਦਾ ਹੈ ਨਰਿੰਦਰ ਮੋਦੀ ਦੇ ਮੁਕਾਬਲੇ। ਉਹ ਕਾਹਦੇ ਵਾਸਤੇ? ਇਸ ਵਾਸਤੇ ਕਿ ਉਹਦੇ ਤੇ ਭ੍ਰਿਸ਼ਟਾਚਾਰ ਵਗੈਰਾ ਦੇ ਦੋਸ਼ ਨਹੀਂ ਲੱਗਦੇ ਸੀ, ਚੰਗਾ ਪ੍ਰਸ਼ਾਸਕ ਸੀ। ਲੇਕਿਨ ਅੱਜ ਹਾਲਾਤ ਇਹ ਬਣ ਗਏ ਕਿ ਉਹ BJP ਦੇ ਨਾਲ ਗੱਠਜੋੜ ਕਰ ਲਿਆ। BJP ਦੀਆਂ ਸੀਟਾਂ ਵੱਧ ਤੇ ਨਿਤੀਸ਼ ਕੁਮਾਰ ਦੀਆਂ ਘੱਟ ਹੈ। BJP ਨੇ ਮੁੱਖ ਮੰਤਰੀ ਨੂੰ ਜ਼ਰੂਰ ਮੰਨ ਲਿਆ, ਲੇਕਿਨ ਉਹਦੀ ਹਾਲਤ ਗੁਲਾਮ ਮੁਸਲਮਾਨਾਂ ਵਰਗੀ ਹੈ। ਜਿਹੜੀ RSS ਦੀ ਜ਼ਹਿਨੀਅਤ ਆਪਣੇ ਆਪ ਨੂੰ ਤਾਂ ਉਹ ਜਨਤਾ ਦਲੀਆ ਤੇ ਲੋਹੀਆਬਾਦੀ ਕਹਾਉਂਦਾ ਹੈ, ਲੇਕਿਨ ਉਹਨੂੰ RSS ਨੇ ਇੰਨੀ ਚੰਗੀ ਤਰ੍ਹਾਂ ਜਕੜ ਲਿਆ ਕਿ ਉਹ ਹਰ ਜਿਹੜੀ ਹੈਗੀ ਆਪਦੀ ਪਾਲਿਸੀ ਉਹ ਲਾਗੂ ਕਰਵਾ ਰਹੇ ਹੈ। ਇਸ ਵੇਲੇ ਭਾਵੇਂ ਭਾਰਤ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਉੱਤੇ ਜਿਹੜੇ ਲੋਕ ਕਾਬਜ਼ ਬੈਠੇ ਹੈ, ਉਹਨਾਂ ਲੋਕਾਂ ਦੀ ਹਾਲਤ ਇਹ ਹੈ ਕਿ ਜਿਹੜੀ ਬੇਚੈਨੀ ਵੱਧ ਰਹੀ ਹੈ, ਉਹ ਬੇਚੈਨੀ ਨੂੰ ਦੂਰ ਕਰਨ ਦੀ ਬਜਾਏ ਹਰ ਜਿਹੜਾ ਹੈਗਾ ਉਹਨਾਂ ਦਾ ਫੈਸਲਾ ਉਹ ਇਸ ਕਿਸਮ ਦਾ ਕਿ ਤਾਨਾਸ਼ਾਹੀ ਤੌਰ ਤਰੀਕਿਆਂ ਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਉਹ ਦਬਾ ਕੇ ਰੱਖਿਆ ਜਾਵੇ। ਜੇ ਆਪਾਂ ਦੇਖੀਏ ਜਿਹੜਾ ਕਿਸਾਨ ਅੰਦੋਲਨ ਚੱਲਦਾ, ਜਿਵੇਂ ਕਿਸਾਨ ਅੰਦੋਲਨ ਨਾਲ ਨਿਪਟਿਆ ਜਾ ਰਿਹਾ ਹੈ, ਬਿਲਕੁਲ ਉਸੇ ਤਰੀਕੇ ਨਾਲ ਹੀ ਲੋਕਾਂ ਦੀ ਜਿਹੜੀ ਬੇਚੈਨੀ ਉੱਠ ਰਹੀ ਹੈ ਉਸ ਬੇਚੈਨੀ ਨਾਲ ਨਿਪਟਿਆ ਜਾ ਰਿਹਾ ਹੈ। ਬਿਹਾਰ ਦਾ ਬਹੁਤ ਬੁਰਾ ਹਾਲ ਹੈ ਔਰ ਇੰਨੀ ਬੁਰੀ ਹਾਲਤ ਜਿਹੜੀ ਕੱਲ ਪਹਿਲੀ ਵਾਰ ਦੇਖਿਆ ਮੈਂ ਤਾਂ ਲੜਾਈਆਂ ਲੜਦੇ ਆਪਾਂ ਦੇਖਿਆ। ਪੰਜਾਬ ਦੀ ਵਿਧਾਨ ਸਭਾ 'ਚ ਵੀ ਕਈ ਵਾਰੀ ਮਾਸਟਰ ਜਗੀਰ ਸਿੰਘ ਤੇ ਬਿੱਟੇ ਬੁੱਟੇ ਵਰਗੇ ਲੱਤੋਂ ਲੱਤੀ ਹੋ ਗਏ ਸੀ। ਇਹ ਵੀ ਇੱਕ ਵਾਰੀ ਆਪਾਂ UP ਦੀ ਵਿਧਾਨ ਸਭਾ ਦੇ ਵਿੱਚ ਵੀ ਦੇਖਿਆ, ਉੱਥੇ ਵੀ ਕੁੱਟਮਾਰ ਹੋਈ ਸੀ। ਲੇਕਿਨ ਬਾਹਰੋਂ ਪੁਲਿਸ ਆ ਕੇ ਵਿਧਾਇਕਾਂ ਨੂੰ ਇਸ ਤਰ੍ਹਾਂ ਕੁੱਟੂਗੀ ਜਿਨ੍ਹਾਂ ਦਾ ਰੁਤਬਾ ਚੀਫ ਸੈਕਟਰੀ ਦੇ ਬਰਾਬਰ ਹੈ, ਇਹ ਪਹਿਲੀ ਵਾਰ ਦੇਖਿਆ, ਅਜਿਹਾ ਨਹੀਂ ਸੀ ਦੇਖਿਆ। ਇਹਦੀ ਬਹੁਤ ਵੱਡੇ ਪੱਧਰ ਤੇ ਵਿੱਚ ਦੇਸ਼ ਦੇ ਵਿੱਚ ਨਖੇਦੀ ਹੋ ਰਹੀ ਹੈ ਜੀ। ਬਿਲਕੁਲ ਜੀ, 100 ਚੋਂ 99 ਬੇਈਮਾਨ, ਫਿਰ ਵੀ ਭਾਰਤ ਮਹਾਨ ਦੀਆਂ ਗੱਲਾਂ ਇਦਾਂ ਦੀਆਂ ਜੀ। ਚੱਲਦੇ ਆਪਾਂ ਕਾਲ ਤੇ। ਹਾਂਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸੁਖਵਿੰਦਰ ਸਿੰਘ ਦੇ ਢਿੱਲੋਂ ਵੀਰ ਨੂੰ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਈ ਦਰਬੀਰ ਸਿੰਘ। ਸਤਿ ਸ਼੍ਰੀ ਅਕਾਲ ਲੀਡਰ ਸਾਹਿਬ, ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਭਾਜੀ? ਮਿਹਰਬਾਨੀ ਜੀ, ਦਿਆ ਤੁਹਾਡੀ। ਮੇਰਾ ਭਾਜੀ ਢਿੱਲੋਂ ਨੂੰ ਸਵਾਲ ਹੈ ਸੁਖਵਿੰਦਰ ਜੀ। ਜਿਹੜਾ ਪੰਜਾਬ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ 2 ਨਿਹੰਗ ਸਿੰਘਾਂ ਦਾ ਝੂਠਾ ਮੁਕਾਬਲਾ ਬਣਾ ਕੇ ਪੁਲਿਸ ਵੱਲੋਂ ਮਾਰਿਆ ਗਿਆ ਜੀ।
ਅਸਲ 'ਚ ਇਹ ਅਸੀਂ ਦਿਖਾਂਤ ਪੰਜਾਬ 'ਚ ਪਹਿਲਾਂ ਬਹੁਤ ਜ਼ਿਆਦਾ ਭੁਗਤ ਚੁੱਕੇ ਹਾਂ। ਇੱਕ ਪੀੜ੍ਹੀ ਸਾਡੀ ਘਰਾਂ 'ਚੋਂ ਚੱਕ ਕੇ ਵੀ ਫੇਕ ਮੁਕਾਬਲਿਆਂ 'ਚ ਮਾਰੀ ਗਈ, ਤੇ ਹਾਲਾਂਕਿ ਜਿਹੜੇ ਹੁਣ ਅਰਟਸ ਦੇ ਇਲਮਦਾਰ ਸੀ ਜਸਵੰਤ ਸਿੰਘ ਖਾਲੜਾ, ਤੇ ਉਹਨਾਂ ਦਾ ਵੀ ਇਹ ਹਾਲ ਹੋਇਆ ਸੀ ਜਦੋਂ ਉਹਨਾਂ ਨੇ ਜਾਂਚ ਸ਼ੁਰੂ ਕੀਤੀ ਸੀ ਜੀ। ਹੁਣ ਸਵਾਲ ਮੇਰਾ ਤਾਂ ਆ ਵੀ ਤਰਾਸਦੀ ਆ ਸਾਡੀ। ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਪਤਾ ਵੀ ਨਿਹੰਗ ਸਿੰਘਾਂ ਤੇ ਕੋਈ ਕੇਸ ਹੈਗਾ ਸੀ ਜਾਂ ਦੋਸ਼ੀ ਸੀ ਜਾਂ ਨਹੀਂ ਦੋਸ਼ੀ ਸੀ। ਨੰਬਰ 2, ਅਗਰ ਦੋਸ਼ੀ ਵੀ ਆ, ਪੁਲਿਸ ਦਾ ਕੰਮ ਆ ਜਿਹੜਾ ਦੋਸ਼ੀ ਨੂੰ ਫੜ ਕੇ ਉੱਤੇ ਬਣਦੀ ਧਾਰਾ ਲਾ ਕੇ ਅਦਾਲਤ ਦੇ ਵਿੱਚ ਪੇਸ਼ ਕਰਨਾ ਤੇ ਸਜ਼ਾ ਦੇਣਾ ਅਦਾਲਤ ਦਾ ਕੰਮ ਹੈ ਜੀ। ਜੇ ਉਦਾਂ ਹੀ 84 ਵਾਂਗੂ ਜਿਹੜਾ ਅਸੀਂ ਦਿਖਾਂਤ ਭੁਗਤਿਆ ਆ, ਤੇ ਜੇ ਹੁਣ ਵੀ ਪੁਲਿਸ ਨੇ ਹੀ ਜਿਹੜਾ ਫੈਸਲਾ ਕਰਨਾ, ਤੇ ਫਿਰ ਅਦਾਲਤਾਂ ਦਾ ਕੰਮ ਕੀ, ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ। ਦੂਜੀ ਗੱਲ ਸਾਡੀ ਤਰਾਸਦੀ ਆ, ਕੋਈ ਵੀ ਪੋਲੀਟੀਕਲ ਪਾਰਟੀ, ਕੋਈ ਵੀ ਸਾਡੀ ਸਿੱਖ ਸੰਪਰਦਾ, ਕੋਈ ਵੀ ਸਿੱਖ ਪਾਰਟੀ, ਪਤਾ ਨਹੀਂ ਮੂੰਹ 'ਚ ਘੁੰਗਣੀਆਂ ਪੈ ਗਈਆਂ, ਕੋਈ ਵੀ ਇਸ ਗੱਲ ਤੇ ਬੋਲਿਆ ਨਹੀਂ। ਦੇਖੋ, ਮੈਂ ਇੱਥੇ ਇਹ ਨਹੀਂ ਸਵਾਲ ਮੇਰਾ ਵੀ ਉਹ ਦੋਸ਼ੀ ਸੀ ਜਾਂ ਨਹੀਂ ਦੋਸ਼ੀ ਸੀ, ਠੀਕ ਹੈ। ਕੋਈ ਕਹਿੰਦਾ ਜੀ ਉਹ ਕਾਤਲ ਆ, ਕੋਈ ਕਹਿੰਦਾ ਉਹਨੇ ਥਾਣੇਦਾਰ ਦੇ ਗੁੱਟ ਵੜਤਾ, ਪਰ ਕੋਈ ਏਦਾਂ ਦੀ ਨਿਊਜ਼ ਨਹੀਂ ਆਈ ਨਾ ਕਿਹਾ ਜਿੱਦਾਂ ਪਟਿਆਲੇ ਕਾਂਡ ਹੋਇਆ ਸੀ ਉਦਾਂ ਦਾ ਕੁਝ ਨਹੀਂ ਦੱਸਿਆ ਸਾਹਮਣੇ, ਹੈ ਨਾ। ਪਰ ਮੇਰਾ ਸਵਾਲ ਤੇ ਆ, ਕੀ ਪੁਲਿਸ ਜਿਹੜਾ ਕਿਰਪਾਨ ਤੇ ਬਰਛੇ ਵਾਲਾ ਬੰਦਾ ਉਹਦਾ ਰਫਲਾਂ ਨਾਲ ਕੀ ਮੁਕਾਬਲਾ ਆ? ਕੀ ਉਹਨਾਂ ਨੂੰ ਜੀਂਦੇ ਨਹੀਂ ਸੀ ਫੜ ਸਕਦੇ? ਕੀ ਉਹਨਾਂ ਦੀ ਬਣਦੀ ਧਾਰਾ ਲਾ ਕੇ ਅਦਾਲਤ 'ਚ ਪੇਸ਼ ਨਹੀਂ ਕੀਤਾ ਜਾ ਸਕਦਾ ਸੀ? ਸਿਰਫ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਕਮਰੇਡਸ ਦੋਨੇ ਸਿਰਫ ਬੋਲੇ ਆ, ਬਾਕੀ ਕੋਈ ਵੀ ਨਹੀਂ ਬੋਲਿਆ। ਕੀ ਇਹ ਸਾਡੇ ਤੇ ਟੈਸਟ ਪੈਨ ਲਾ ਕੇ ਤੇ ਨਹੀਂ ਚੈੱਕ ਕੀਤਾ ਜਾ ਰਿਹਾ ਵੀ ਮੁੜ ਕੇ ਫਿਰ ਉਦਾਂ ਦਾ ਦੌਰ ਚਲਾਇਆ ਜਾਂ ਡਰਾਇਆ ਜਾਵੇ ਕਿਸਾਨ ਅੰਦੋਲਨ ਕਰਕੇ? ਮੇਰਾ ਢਿੱਲੋਂ ਵੀ ਹੈਗਾ ਸਵਾਲ ਵੀ ਜੇ ਪੁਲਿਸ ਨੇ ਸਾਰਾ ਕੁਝ ਕਰਨਾ ਫਿਰ ਅਦਾਲਤਾਂ ਕਾਹਦੇ ਵਾਸਤੇ ਰੱਖੀਆਂ ਆ? ਜ਼ਰੂਰ ਢਿੱਲੋਂ ਵੀ ਜੇ ਤੇ ਡਿਟੇਲ ਆ ਜ਼ਰੂਰ ਮੈਨੂੰ ਜਵਾਬ ਦੇਣਾ। ਧੰਨਵਾਦ ਜੀ, ਧੰਨਵਾਦ ਜੀ ਢਿੱਲੋਂ ਸਾਹਿਬ। ਦੇਖੋ, ਜਿਹੜੇ ਇਹ ਦੋ ਨਿਹੰਗ ਸਿੰਘ ਮਾਰੇ ਆ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ, ਪੁਲਿਸ ਨੇ ਦਾਅਵਾ ਕੀਤਾ ਕਿ ਮੁਕਾਬਲਾ ਹੋਇਆ ਤੇ ਮੁਕਾਬਲੇ 'ਚ ਮਾਰੇ ਗਏ ਜੀ। ਜੇ ਆਪਾਂ ਥੋੜੀ ਜਿਹੀ ਬੈਕਗਰਾਉਂਡ ਦੇਖੀਏ ਤਾਂ ਮੇਰੇ ਖਿਆਲ ਨਿੱਜਰ ਸਾਹਿਬ ਨੂੰ ਸ਼ਾਇਦ ਸਾਰੀ ਗੱਲ ਦਾ ਨਹੀਂ ਪਤਾ। ਇਨਫੈਕਟ ਇਹ ਹੈ ਕਿ ਹਜੂਰ ਸਾਹਿਬ, ਨੰਦੇੜ ਸਾਹਿਬ, ਇਹ ਨਿਹੰਗ ਸਿੰਘ ਸੀ। ਉੱਥੇ ਇੱਕ ਕੋਈ ਛੋਟਾ ਗੁਰੂ ਘਰ ਹੈ, ਉਸ ਗੁਰੂ ਘਰ ਦੇ ਕੋਈ ਛੋਟਾ ਵੱਡਾ, ਮੇਰੇ ਨਹੀਂ ਪਤਾ ਕੀ ਹੈ, ਨਗੀਨਾ ਸਾਹਿਬ ਜਾਂ ਕੁਛ ਇਹੋ ਜਿਹਾ ਨਾਮ ਹੈ। ਉਸ ਗੁਰੂ ਘਰ ਦਾ ਜਿਹੜਾ ਗ੍ਰੰਥੀ ਸਿੰਘ ਸੀ ਜਾਂ ਮੁਖੀ ਸੀ, ਬਾਬਾ ਸੀ, ਜੋ ਵੀ ਸੀ, ਬਾਬਾ ਕਹਿੰਦੇ ਉਹਨੂੰ, ਨਾ ਮੇਰੇ ਹੁਣ ਚੇਤੇ ਨਹੀਂ ਆ ਰਿਹਾ, ਉਸ ਬਾਬੇ ਦਾ ਕਤਲ ਹੋਇਆ। ਬਾਬੇ ਦੇ ਸੇਵਾਦਾਰ ਨੇ ਇਲਜ਼ਾਮ ਲਾਇਆ ਸੀ ਕਿ ਇਹਨਾਂ ਦੋ ਨਿਹੰਗਾਂ ਨੇ ਉਹਨੂੰ ਕਤਲ ਕੀਤਾ ਤੇ ਇਹ ਕਤਲ ਕਰਕੇ ਇੱਥੋਂ ਫਰਾਰ ਹੋ ਗਏ। ਕੇਸ ਰਜਿਸਟਰ ਹੋਇਆ ਨੰਦੇੜ ਸਾਹਿਬ। ਨੰਦੇੜ ਸਾਹਿਬ ਦੀ ਪੁਲਿਸ ਨੇ ਜਿਹੜੀ ਹੈਗੀ, ਜਦੋਂ ਉਹਨਾਂ ਦੀ ਲੋਕੇਸ਼ਨ ਟਰੇਸ ਕੀਤੀ ਤੇ ਉਹਨਾਂ ਦੀ ਲੋਕੇਸ਼ਨ ਜਿਹੜੀ ਉਹ ਆ ਗਈ ਤਰਨਤਾਰਨ ਜ਼ਿਲ੍ਹੇ ਦੇ ਵਿੱਚ। ਉੱਥੋਂ ਦੀ ਪੁਲਿਸ ਪਾਰਟੀ ਕਿੱਥੇ ਆਈ, ਉਹ 20 ਤਾਰੀਖ ਤੱਕ ਇੱਥੇ ਰਹੀ ਹੈ, ਲੱਭਦੇ ਲੁਭਦੇ ਰਹੇ, ਇਹ ਉਹਨਾਂ ਨੂੰ ਨਹੀਂ ਮਿਲੀ। ਬਾਅਦ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਜਿਹੜਾ ਜੋ ਵੀ ਸੀ FIR ਵਗੈਰਾ ਉਹਦਾ ਹਵਾਲਾ ਦੇ ਕੇ ਆਪਣੀ ਪੁਲਿਸ ਨੂੰ ਕਹਿੰਦਾ ਕਿ ਤੁਸੀਂ ਇਹਨਾਂ ਦਾ ਖਿਆਲ ਰੱਖੋ, ਪੰਜਾਬ ਵਾਲਿਆਂ ਨੂੰ। ਤੇ ਪੰਜਾਬ ਵਾਲੇ ਇਹ ਗੱਲ ਕਹਿੰਦੇ ਆ ਕਿ ਸਾਨੂੰ ਇਨਫੋਰਮੇਸ਼ਨ ਮਿਲ ਗਈ ਕਿ ਜੀ ਉਹ ਤਰਨਤਾਰਨ ਜ਼ਿਲ੍ਹੇ ਦੇ ਇਹ ਪਿੰਡਾਂ 'ਚ ਫਿਰ ਰਹੇ। ਦੋ ਥਾਣਿਆਂ ਦੀ ਪੁਲਿਸ ਕਹਿੰਦੇ ਅਸੀਂ ਮਿਲ ਕੇ ਗਏ, ਸ਼ਾਇਦ ਇੱਕ ਖੇਮ ਕਰਨਾ ਤੇ ਇੱਕ ਬਲਟੋਆ ਥਾਣੇ ਦੀ ਪੁਲਿਸ ਹੈ। ਅਸੀਂ ਕਹਿੰਦੇ ਜੀ ਉੱਥੇ ਰੇਡ ਕੀਤੀ ਤੇ ਉਹਨਾਂ ਨਿਹੰਗਾਂ ਨੇ ਸਾਡੇ ਤੇ ਹਮਲਾ ਕਰਤਾ। ਦੋਨਾਂ ਥਾਣੇ ਦੇ SHO ਕਹਿੰਦੇ ਆ ਕਿ ਸਾਡੇ ਹੱਥਾਂ ਦੇ ਉੱਤੇ ਜਿਹੜੀਆਂ ਹੈਗੀਆਂ ਤਲਵਾਰਾਂ ਵੱਜੀਆਂ ਵੀ ਹੈ। ਔਰ ਜੋ ਪੁਲਿਸ ਦਾ ਬਿਆਨ ਆਇਆ, ਤਰਨਤਾਰਨ ਦੇ SSP ਦਾ ਬਿਆਨ ਆਇਆ, ਉਹਦੇ ਬਿਆਨ ਮੁਤਾਬਕ ਉਹ ਇਹ ਗੱਲ ਕਹਿੰਦਾ SSP ਕਿ ਇਹ ਜਿਹੜੀਆਂ ਤਲਵਾਰਾਂ ਦੇ ਨਾਲ ਜਿਹੜੀਆਂ ਉਹਨਾਂ ਦੇ ਸੱਟਾਂ ਮਾਰੀਆਂ ਤੇ ਉਹਨਾਂ ਦੀਆਂ ਨਸਾਂ ਵੱਢੀਆਂ ਗਈਆਂ। SSP ਕਹਿੰਦਾ ਕਿ ਇੱਕ SHO ਦੀ ਜਿਹੜੀ ਹੈਗੀ ਹੈ ਸਰਜਰੀ ਹੋਈ ਹੈ, ਉਹਦੇ ਤੇ ਕਈ ਘੰਟੇ ਲੱਗੇ ਤੇ ਦੂਜੇ ਤੇ ਜਿਹੜੀ ਹੈਗੀ ਉਹਦੀ ਸਰਜਰੀ ਥੋੜੇ ਸਮੇਂ 'ਚ ਹੋ ਗਈ। ਤੇ ਫਿਰ ਉਹ ਕਹਿੰਦੇ ਜੀ ਉਹ ਨਿਹੰਗ ਭੱਜ ਗਏ ਤੇ ਉਹਨਾਂ ਦਾ ਪਿੱਛਾ ਕੀਤਾ ਤੇ ਉਹ ਉਹਨਾਂ ਦੀ ਜਿਹੜੀ ਹੈਗੀ ਹੈ ਪੁਲਿਸ ਨੇ ਡਿਫੈਂਸ 'ਚ ਗੋਲੀ ਚਲਾਈ ਤੇ ਉਹ ਮਾਰੇ ਗਏ। ਸਵਾਲ ਇਹ ਕਿ ਉਹਨਾਂ ਦੇ ਗੋਲੀਆਂ ਕਿੱਥੇ ਵੱਜ ਗਏ। ਨਿਯਮ ਇਹ ਹੈ ਕਿ ਜੇ ਤੁਸੀਂ ਕਿਸੇ ਬੰਦੇ ਨੂੰ ਫੜਨਾ, ਤੁਹਾਡਾ ਉਹ ਮੁਕਾਬਲਾ ਕਰਦਾ, ਇੱਕ ਬੰਦਾ ਉਹ ਹੈ ਜਿਹੜਾ ਬੰਦਾ ਕਾਨੂੰਨ ਤੋਂ ਵਾਕਿਫਕਾਰ ਨਹੀਂ, ਇੱਕ ਫੋਰਸ ਉਹ ਹੈ ਜਿਹੜੀ ਕਾਨੂੰਨ ਦੀ ਵਾਕਿਫਕਾਰ ਹੈ। ਜਦੋਂ ਤੁਸੀਂ ਉਸ ਬੰਦੇ ਨੂੰ ਫੜਨਾ, ਜਿਹੜਾ ਬੰਦਾ ਅੱਗੋਂ ਮੁਕਾਬਲਾ ਕਰਦਾ, ਪੁਲਿਸ ਦੇ ਨਾਲ ਲੜਦਾ ਝਗੜਦਾ, ਉਹਨੂੰ ਨਹੀਂ ਪਤਾ ਕਿ ਮੇਰਾ ਅੰਜਾਮ ਕੀ ਹੋਣਾ ਹੈ। ਲੇਕਿਨ ਪੁਲਿਸ ਵਾਲਿਆਂ ਨੂੰ ਤਾਂ ਪਤਾ ਵੀ ਕਾਨੂੰਨ ਕੀ ਕਹਿੰਦਾ, ਕਿਸੇ ਬੰਦੇ ਦੀ ਜਾਨ ਲੈਣੀ ਉਹ ਕਿੰਨਾ ਹੀ ਖਤਰਨਾਕ ਅਪਰਾਧੀ ਹੋਵੇ, ਇਹ ਬੰਦਾ ਬੰਦੇ ਦੀ ਜਾਨ ਨਹੀਂ ਲੈ ਸਕਦਾ। ਚਾਹੀਦਾ ਇਹ ਸੀ ਕਿ ਜੇ ਉਹਨਾਂ ਨੂੰ ਫੜਨਾ ਸੀ, ਉਹ ਭੱਜਦੇ ਸੀ, ਉਹ ਮੁਕਾਬਲਾ ਕਰਦੇ ਸੀ, ਗੋਲੀ ਲੱਤ 'ਚ ਮਾਰੀ ਜਾ ਸਕਦੀ ਸੀ, ਗੋਲੀ ਬਾਂਹ 'ਚ ਮਾਰੀ ਜਾ ਸਕਦੀ ਸੀ, ਗੋਲੀ ਜਿਸਮ ਦੇ ਉਸ ਪਾਰਟ ਤੇ ਮਾਰੀ ਜਾ ਸਕਦੀ ਸੀ ਜਿਹਦੇ ਨਾਲ ਉਹਨਾਂ ਦੀ ਜਾਨ ਨਾ ਜਾਂਦੀ।
ਲੇਕਿਨ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ, ਇੱਕ ਨਿਹੰਗ ਦੇ ਤਾਂ ਗੋਲੀ ਜਿਹੜੀ ਸਿੱਧੀ ਮੱਥੇ 'ਚ ਵੱਜੀ ਹੈ, ਦੂਜੇ ਦੇ ਵੀ ਵਾਈਟਲ ਪਾਰਟ ਤੇ ਵੱਜੀ ਹੈ, ਔਰ ਦੋਨਾਂ ਦੇ ਇੱਕ ਇੱਕ ਦੋ ਦੋ ਗੋਲੀਆਂ ਵੱਜ ਕੇ ਉਹ ਮਰ ਗਈ। ਫਿਰ ਕਹਿੰਦੇ ਆ ਜੀ ਇਹਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ ਹੈ, ਉਹਦੀ ਪੜਤਾਲ ਕਰੂਗੀ। ਵੈਸੇ ਸੁਪਰੀਮ ਕੋਰਟ ਦੀਆਂ ਸਟੈਂਡਿੰਗ ਇਨਸਟਰਕਸ਼ਨਸ ਹੈ ਕਿ ਜੇ ਬੰਦਾ ਕੋਈ ਕਸਟਡੀ ਦੇ ਵਿੱਚ ਮਰਦਾ ਹੈ ਜਾਂ ਪੁਲਿਸ ਮੁਕਾਬਲੇ ਦੇ ਵਿੱਚ ਮਰਦਾ ਹੈ, ਉਹਦਾ ਪੋਸਟਮਾਰਟਮ ਜਿਹੜਾ ਡਾਕਟਰਾਂ ਦੇ ਇੱਕ ਬੋਰਡ ਤੋਂ ਕਰਵਾਇਆ ਜਾਵੇ, ਔਰ ਉਹਦੀ ਜਿਹੜੀ ਹੈਗੀ ਪੜਤਾਲ ਉਹ ਜਿਹੜੀ ਹੈ ਮੈਜਿਸਟਰੀਅਲ ਪੜਤਾਲ ਹੋਣੀ ਚਾਹੀਦੀ ਹੈ, ਭਾਵ ਮੈਜਿਸਟ੍ਰੇਟ ਤੋਂ ਪੜਤਾਲ ਕਰਾਵੇ। ਪਰ ਇੱਥੇ ਮੇਰਾ ਇਹ ਮੰਨਣਾ ਹੈ ਕਿ ਮੈਜਿਸਟਰੀਅਲ ਪੜਤਾਲ ਜਿਹੜੀ ਹੈ ਉਹ ਵੀ ਸਟੇਟ ਗਵਰਨਮੈਂਟ ਦੇ ਮਤਹਿਤ ਹੀ ਹੁੰਦੀ ਹੈ। ਉਹ ਕਿਸੇ ਐਸਡੀਐਮ ਨੂੰ ਲਾ ਦਿੰਦੇ ਆ, ਕਿਸੇ ਪੀਸੀਐਸ ਅਧਿਕਾਰੀ ਨੂੰ ਲਾ ਦਿੰਦੇ ਆ, ਤੇ ਜਦੋਂ ਐਸਐਸਪੀ ਆਪਣੇ ਹਮਰੁਤਬਾ ਡੀਸੀ ਨੂੰ ਕਹੂਗਾ ਜੀ ਤੁਹਾਡੇ ਅਫਸਰ ਨੂੰ ਕਹੋ ਕਿ ਉਹ ਸਾਡੇ ਮੁਤਾਬਕ ਦੇਵੇ, ਤੇ ਉਹ ਪੁਲਿਸ ਦੇ ਮੁਤਾਬਕ ਹੀ ਰਿਪੋਰਟ ਦੇ ਦਿੰਦੀ ਹੈ। ਇਸ ਲਈ ਬਿਲਕੁਲ ਜੋ ਨਿੱਜਰ ਸਾਹਿਬ ਨੇ ਕਿਹਾ, ਮੇਰਾ ਵੀ ਇਹੀ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਦੂਜੇ ਦੀ ਜਾਨ ਲੈਣ ਦਾ ਹੱਕ ਨਹੀਂ। ਉਹਨਾਂ ਨੂੰ ਫੜ ਕੇ ਕਾਨੂੰਨ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਸੀ। ਕਾਨੂੰਨ ਭਾਵੇਂ ਉਹਨਾਂ ਨੂੰ ਫਾਹੇ ਲਾਉਂਦਾ, ਜੋ ਮਰਜ਼ੀ ਹੈ ਕਰਦਾ, ਲੇਕਿਨ ਇਹ ਫੈਸਲਾ ਇਹਨਾਂ ਨੇ ਕਿਵੇਂ ਕਰ ਲਿਆ ਕਿ ਉਹ ਸੱਚਮੁੱਚੀ ਕਾਤਲ ਹੈ, ਉਹਨਾਂ ਦੇ ਖਿਲਾਫ ਇਲਜ਼ਾਮ ਲੱਗਿਆ ਹੈ। ਅਜੇ ਇਹ ਸਾਬਤ ਨਹੀਂ ਹੋਇਆ ਕਿ ਉਹਨਾਂ ਨੇ ਉਹ ਜਿਹੜਾ ਬਾਬਾ ਹੈ ਉਹਨੂੰ ਬਾਬੇ ਦਾ ਨੰਦੇੜ ਸਾਹਿਬ ਚ ਕਤਲ ਉਹਨਾਂ ਨੇ ਕੀਤਾ ਜਾਂ ਕਿਸੇ ਹੋਰ ਨੇ ਕੀਤਾ। ਜੇ ਫੜਨ ਵਾਸਤੇ ਆਏ ਆ ਨਿਹੰਗ ਸਿੰਘ ਹੈਗੇ, ਆਪਾਂ ਨੂੰ ਪਤਾ ਨਿਹੰਗ ਸਿੰਘ ਆਰਮਡ ਹੁੰਦੇ ਆ, ਉਹਨਾਂ ਦੇ ਕੋਲੇ ਆਪਣੇ ਵਰਸ਼ੇ ਕਿਰਪਾਨਾਂ ਹੁੰਦੀਆਂ, ਕਈ ਵਾਰੀ ਉਹ ਤੇਜਤ ਵੀ ਹੋ ਸਕਦੇ, ਸਾਰਾ ਕੁਛ ਆ। ਪਰ ਜਿਸ ਢੰਗ ਦੇ ਨਾਲ ਇਹ ਮੁਕਾਬਲਾ ਬਣਾਇਆ ਗਿਆ, ਮੁਕਾਬਲਾ ਗਲਤ ਹੈ। ਇਸ ਤਰ੍ਹਾਂ ਦਾ ਮੁਕਾਬਲਾ ਨਹੀਂ ਹੋਣਾ ਚਾਹੀਦਾ, ਕਿਉਂਕਿ ਮਾਮਲਾ ਹਾਲੇ ਪੜਤਾਲ ਅਧੀਨ ਹੈ। ਪੜਤਾਲ ਦੇ ਵਿੱਚੋਂ ਜਿਹੜਾ ਰਿਪੋਰਟ ਆਊਗੀ, ਪਤਾ ਹੀ ਹੈ ਰਿਪੋਰਟ ਦਾ ਸਿੱਟਾ ਕੀ ਹੋਣਾ ਹੈ। ਲੇਕਿਨ ਵੱਡੀ ਗੱਲ ਇੱਕ ਇਹ ਹੈ ਜੋ ਨਿੱਜਰ ਸਾਹਿਬ ਨੇ ਸਵਾਲ ਉਠਾਇਆ ਕਿ ਇੱਕ ਦੋ ਆਰਗੇਨਾਈਜੇਸ਼ਨ ਨੂੰ ਛੱਡ ਕੇ ਪੰਜਾਬ ਦੀ ਜਿਹੜੀ ਰਾਜਨੀਤਿਕ ਜਮਾਤ ਹੈ, ਰਾਜਨੀਤਿਕ ਜਮਾਤ ਨੂੰ ਸੱਪ ਕਿਉਂ ਸੁੰਘ ਗਿਆ? ਰੂਲਿੰਗ ਪਾਰਟੀ ਜਿਹੜੀ ਹੈਗੀ ਆ ਉਹ ਪੁਲਿਸ ਦੇ ਨਾਲ ਹੁੰਦੀ ਆ। ਆਪਾਂ ਬਹੁਤੇ ਵਾਰੀ ਦੇਖਦੇ ਕਿ ਰੂਲਿੰਗ ਪਾਰਟੀ ਬੋਲਦੀ ਨਹੀਂ, ਲੇਕਿਨ ਜਦੋਂ ਅਸੀਂ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰਦੇ, ਤਰਨਤਾਰਨ ਦੇ ਵਿੱਚ ਬੜੇ ਵੱਡੇ ਵੱਡੇ ਲੀਡਰ ਬੈਠੇ ਹੈ। ਉੱਥੇ ਬਿਰਸਾ ਸਿੰਘ ਬਲਟੋਹਾ ਬੈਠਾ, ਅਕਾਲੀ ਦਲ ਦਾ ਸਪੋਕਸ ਪਰਸਨ ਹੈ, ਉਹਨੂੰ ਬੋਲਣਾ ਚਾਹੀਦਾ ਸੀ। ਉੱਥੇ ਰਣਜੀਤ ਸਿੰਘ ਬਰਮਪੁਰਾ ਵਰਗੇ ਡੈਮੋਕ੍ਰੇਟਿਕ ਅਕਾਲੀ ਦਲ ਦੇ ਲੀਡਰ ਆਪਣੇ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਬੈਠੇ, ਉਹਨਾਂ ਨੂੰ ਬੋਲਣਾ ਚਾਹੀਦਾ ਸੀ। ਆਪੋਜੀਸ਼ਨ ਦੇ ਹੋਰ ਲੋਕ, ਬਿਕਰਮ ਸਿੰਘ ਮਜੀਠੀਆ ਕਿਉਂ ਨਹੀਂ ਬੋਲਿਆ? ਹਰ ਗੱਲ ਦੇ ਉੱਤੇ ਸ਼ਿਕਵਤ ਜੇ ਬਿਕਰਮ ਸਿੰਘ ਮਜੀਠੀਆ ਦਾ ਉੱਥੇ ਬਿਆਨ ਆ ਜਾਂਦਾ, ਇਹਦੇ ਤੇ ਬਿਆਨ ਕਿਉਂ ਨਹੀਂ ਆਇਆ? ਗੋਲੀ ਮਾਰੋ ਤੁਸੀਂ ਰੂਲਿੰਗ ਕਾਂਗਰਸ ਪਾਰਟੀ ਨੂੰ ਵੀ, ਉਹ ਪੁਲਿਸ ਦੇ ਨਾਲ ਹੈ, ਲੇਕਿਨ ਆਪੋਜੀਸ਼ਨ ਜਿਹੜੀ ਹੈ, ਡੈਮੋਕ੍ਰੇਸੀ ਦੇ ਵਿੱਚ ਆਪੋਜੀਸ਼ਨ ਦਾ ਵੀ ਮਹੱਤਵ ਹੁੰਦਾ ਹੈ। ਆਪੋਜੀਸ਼ਨ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੋਈ ਸਰਕਾਰੀ ਮਸ਼ੀਨਰੀ ਕਿਤੇ ਗਲਤ ਕਰਦੀ ਹੈ ਤਾਂ ਉਹ ਉਹਨੂੰ ਕਾਊਂਟਰ ਕਰੇ। ਇਹ ਬਿਲਕੁਲ ਇਹਦੇ ਤੇ ਮੈਂ ਸਹਿਮਤ ਹਾਂ ਨਿੱਜਰ ਸਾਹਿਬ ਦੇ ਨਾਲ ਕਿ ਜਿਹੜੀ ਹੈ ਸਾਡੀ ਜਿਹੜੀ ਰਾਜਨੀਤਿਕ ਜਮਾਤ ਹੈ, ਉਹਨੇ ਵੀ ਇਹਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਸਬੂਤ ਦਿੱਤਾ ਹੈ। ਜੀ ਹਾਂ, ਬਿਲਕੁਲ ਜੀ। ਲਾਲ ਸਿੰਘ ਹੋਣੀ ਕਹਿੰਦੇ ਜੀ ਉਹਦਾ ਨਾਮ ਬਾਬਾ ਸੰਤੋਖ ਸਿੰਘ। ਆਪਾਂ ਚੱਲਦੇ ਹਾਂ ਨੈਕਸਟ ਕਾਲ ਤੇ। ਵੀਰ ਨੇ ਕਾਲ ਡ੍ਰੌਪ ਕਰ ਦਿੱਤੀ ਜੀ, ਹੁਣ ਰਾਈਟ ਵੇ ਕਾਲ ਕਰ ਸਕਦੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜੋ ਆਪਣੇ ਨਿਹੰਗ ਸਿੰਘਾਂ ਦਾ ਮੁੱਦਾ ਚੱਲਦਾ ਜੀ, ਦੇਖੋ ਜਿਹੜਾ ਇਦੋਂ ਭਾਈ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਉਹਨੂੰ ਨੌਲੇਜ ਨਹੀਂ ਸੀ ਪੂਰੀ, ਸ਼ਾਇਦ ਹੁਣ ਬਾਈ ਹੁਣਾਂ ਨੇ ਕਲੀਅਰ ਕਰਤਾ ਜੀ। ਦੇਖੋ ਕੇਸ ਪਿਆ ਵਾ ਜੀ ਉਹਨਾਂ ਨੰਦੇੜ ਸਾਹਿਬ ਦੇ ਵਿੱਚ, ਉੱਥੋਂ ਕਤਲ ਕਰਕੇ ਭੱਜੇ ਹੋਏ ਸੀਗੇ। ਬਾਕੀ ਚਲੋ ਬਾਈ ਜੀ, ਬੰਦੇ ਦੇ ਹੱਥ 'ਚ ਨੰਗੀ ਤਲਵਾਰ ਆ ਨਾ, ਉਹ ਬੰਦਾ ਘੁਮਾ ਰਿਹਾ ਵਾ। ਉਹ ਕਿੰਨੇ ਉਹਨੇ ਬੰਦਿਆਂ ਦੇ ਹੱਥ ਵੱਢੇ ਆ ਉਹਨੇ। ਉਹ ਪਿਛਲੇ ਸਾਲ ਦੇਖ ਲਓ, ਇੱਕ ਨਿਹੰਗ ਸਿੰਘ ਨੇ ਥੋੜੀ ਜਿਹੀ ਪਿੱਛੇ ਪੁਲਿਸ ਵਾਲੇ ਦਾ ਵਿਚਾਰਾ ਗੁੱਟ ਵੱਢਿਆ ਸੀਗਾ ਜੀ। ਇਹ ਜਦੋਂ ਇਹ ਜੇ ਵਰਤਦਾ ਉਹਨੇ ਕੈਨੇਡਾ ਅਮਰੀਕਾ 'ਚ ਭਾਵੇਂ ਨਹੀਂ ਜੀ। ਇੱਥੇ ਵੀ ਪੁਲਿਸ ਪਹਿਲਾਂ ਦੇਖੋ ਬੰਦੇ ਨੂੰ ਚਾਂਸ ਦਿੰਦੀ ਆ ਵੀ ਆ ਜਾ ਭਾਈ ਗ੍ਰਿਫਤਾਰੀ ਦੇ ਦੇ, ਜਦੋਂ ਨਹੀਂ ਦਿੰਦਾ ਕੋਈ ਵੱਧ ਘੱਟ ਕਰ, ਇੱਥੇ ਵੀ ਪੁਲਿਸ ਗੋਲੀਆਂ ਮਾਰਦੀ ਆ, ਅਮਰੀਕਾ 'ਚ ਵੀ ਮਾਰਦੀ ਆ, ਕੈਨੇਡਾ 'ਚ ਵੀ ਮਾਰਦੀ ਆ। ਇਹ ਦੇਖੋ ਜਦੋਂ ਬੰਦਾ ਮਾਸਟਰ ਹੁੰਦਾ ਨਾ, ਪਤਾ ਨਹੀਂ ਉਹਨੇ ਸੁੱਕਾ ਖਾਧਾ ਉਹਨੇ ਕੀ ਕਿਦਾਂ ਮਾਸਟਰ ਹੁੰਦੇ ਆ, ਹਾਥੀ ਵਾਂਗੂ ਤੋਂ ਇਹੋ ਜਿਹੇ ਅਨਸਰਾਂ ਦਾ ਮੁਕਾਬਲਾ ਸਾਨੂੰ ਅਫਸੋਸ ਨਹੀਂ ਕਰਨਾ ਚਾਹੀਦਾ। ਸ਼ਰਿਆਮ ਮੈਂ ਕਹਿ ਰਿਹਾ ਹੁੰਦੀ ਹੈ, ਜਿਹੜੇ ਭਲੇ ਮਾਨਸ ਹੁੰਦੇ ਅਸੀਂ ਉਹਨਾਂ ਦੀ ਸਪੋਰਟ ਸਾਨੂੰ ਕਰਨੀ ਚਾਹੀਦੀ ਹੈ। ਜੇ ਕੋਈ ਨਜਾਇਜ਼ ਮਾਰਿਆ ਜਾਂਦਾ ਉਹਦੀ ਸਪੋਰਟ ਕਰੋ, ਭਗਤ ਬੰਦਾ ਜੋ ਕਿ ਹੁੰਦਾ ਵਾ। ਬਾਕੀ ਅਸੀਂ ਹੁਣ ਬਾਈ ਜੀ ਅਧੂਰੀ ਇਨਫੋਰਮੇਸ਼ਨ ਲੈ ਕੇ ਹੀ ਤੇ ਕਿਉਂ ਬੋਲੀਏ ਯਾਰ? ਉਹ ਬਾਈ ਜੀ ਕਹਿੰਦਾ ਕੇਸ ਹੈਗਾ ਕਿ ਨਹੀਂ ਹੈਗਾ ਪਤਾ ਨਹੀਂ ਮੈਨੂੰ। ਅੱਛਾ, ਫਿਰ ਅਸੀਂ ਜਦੋਂ ਸਾਡੇ ਸਿੱਖ ਬੰਦੇ ਕਿਸੇ ਨੂੰ ਮਾਰ ਦਿੰਦੇ ਅਸੀਂ ਗੋਲੀ ਮਾਰ ਕੇ, ਉਦੋਂ ਤਾਂ ਅਸੀਂ ਕਹਿੰਦੇ ਨਹੀਂ ਅਸੀਂ ਕਿਉਂ ਮਾਰੇ, ਉਦੋਂ ਕਿਉਂ ਨਹੀਂ ਕੋਟਾਂ ਜਾਂਦੇ ਅਸੀਂ? ਬਾਈ ਜੀ ਪਹਿਲਾਂ ਕਹਿੰਦੇ ਕੋਟਾਂ ਜਾਣਾ ਚਾਹੀਦਾ, ਸਾਨੂੰ ਪੁਲਿਸ ਨੂੰ ਇਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਉਹ ਭਾਈ ਜਦੋਂ ਅਸੀਂ ਲੋਕਾਂ ਨੂੰ ਘਰੋਂ ਕੱਢ ਕਰਕੇ ਮਾਰਿਆ, ਉਦੋਂ ਅਸੀਂ ਆਪ ਹੀ ਜੱਜ ਸੀਗੇ, ਅਸੀਂ ਸਭ ਕੁਛ ਸੀਗੇ ਯਾਰ। ਇਹ ਕਾਨੂੰਨ ਬਾਈ ਜੀ ਸਾਰਿਆਂ ਤੇ ਲਾਗੂ ਹੁੰਦਾ ਹੈ, ਹਰੇਕ ਇਨਸਾਨ ਤੇ ਲਾਗੂ ਹੁੰਦਾ ਕਾਨੂੰਨ। ਇਹ ਜਿਹੜਾ ਕੋਈ ਮਾਸਟਰ ਹਾਥੀ ਆ, ਜੇ ਪੁਲਿਸ ਨੂੰ ਮਾਰਦਾ ਜਾਂ ਕੋਈ ਗੁੱਟ ਵੱਢਦਾ ਕਿਸੇ ਦਾ ਯਾਰ, ਉਹ ਜਿਹਦਾ ਗੁੱਟ ਵੱਢੇਗਾ ਪਿਛਲੇ ਨਸਲ, ਉਹ ਵਿਚਾਰਾ ਪਰਿਵਾਰ ਨੂੰ ਕੀ ਖਵਾਊ ਯਾਰ? ਉਹ ਜੀ ਦੱਸੋ ਮੈਨੂੰ। ਅਸੀਂ ਇੱਕ ਤਰਫੀ ਗੱਲ ਨਾ ਕਰੋ, ਇਨਸਾਨੀਅਤ ਵੇਖ ਤੇ ਗੱਲ ਸਾਨੂੰ ਕਰਨੀ ਚਾਹੀਦੀ ਆ। ਅੱਛਾ, ਜੇ ਅਸੀਂ ਬੰਦਾ ਮਾਰ ਕੇ ਆਪਦੇ ਲੁਕ ਜਾਗੇ ਕਿਸੇ ਪਾਸੇ, ਜੇ ਸਾਨੂੰ ਗੁਰਦੁਆਰੇ 'ਚ ਆਰਮੀ ਫੜਨਾ ਹੋਵੇ, ਪੁਲਿਸ ਸਾਨੂੰ ਬਾਹਰ ਨਿਕਲ ਕੇ ਸ਼ੇਰਾਂ ਨੂੰ ਗ੍ਰਿਫਤਾਰ ਕਰਨੀ ਚਾਹੀਦੀ ਆ। ਅਸੀਂ ਗੁਰੂ ਘਰ ਕਿਉਂ ਢੋਣੇ ਆਪਦੇ? ਅਸੀਂ ਕਿਉਂ ਖੁੱਡੇ 'ਚ ਲੋਕੇ ਬੈਠੇ ਸੀ ਉੱਥੇ ਜੀ?
ਠੀਕ ਆ ਕਿ ਨਹੀਂ? ਭਗਤ ਸਿੰਘ ਦਾ ਕੱਲ ਸ਼ਹੀਦੀ ਦਿਨ ਮਨਾਇਆ ਸੀ, ਅਸੀਂ ਉਹਦਾ ਪ੍ਰਣਾਮ ਤਾਂ ਕਰੀ ਜਾਂਦੇ ਆ ਯਾਰ। ਉਹਨੇ ਕੀ ਕੀਤਾ? ਉਹ ਬਾਹਰ ਮੈਦਾਨ ਚ ਲੜੀ ਲੜੀ ਉਹ ਬੰਗਿਆਂ ਨੇ। ਸਾਨੂੰ ਮੈਦਾਨਾਂ ਚ ਲੜਨੀ ਚਾਹੀਦੀ, ਨਾ ਕਿ ਗੁਰਦੁਆਰੇ ਚ ਲੋਕ ਲੜਨੀ ਚਾਹੀਦੀ। ਫਿਰ ਕਿਹੜੇ ਸਾਡੇ ਗੁਰਦੁਆਰੇ ਚ ਹੈਗੇ। ਧੰਨਵਾਦ ਜੀ। ਗੱਲ ਤੁਹਾਡੀ ਕੋਸ਼ਿਸ਼ ਵਿੱਚ ਸਹੀ ਹੈਗੀ, ਪਰ ਜਿਹੜਾ ਤੁਸੀਂ ਕਿਹਾ ਵੀ ਘਰਾਂ ਦੇ ਵਿੱਚੋਂ ਕੱਢ ਕੇ ਵਾੜੇ ਵੀਰ, ਉਹ ਸਿੰਘਾਂ ਨੇ ਨਹੀਂ ਮਾਰੇ। ਉਹਦੇ ਵਿੱਚ ਵੀ ਬਲੈਕ ਕੈਟ ਜਿਹੜੇ ਵੜੇ ਹੋਏ ਸੀ, ਕੈਟ, ਪਿੰਕੀ ਕੈਟ ਵਰਗੇ, ਜਿਨ੍ਹਾਂ ਨੇ ਇੰਨਾ ਨੁਕਸਾਨ ਕੀਤਾ ਕੌਮ ਦਾ। ਸਰਕਾਰ ਕਿਸੇ ਮੂਵਮੈਂਟ ਨੂੰ ਦਬਾਉਣ ਵਾਸਤੇ ਆਪਣੇ ਬੰਦੇ ਵਿੱਚ ਵੜ ਦਿੰਦੀ ਆ, ਫਿਰ ਉਹਨਾਂ ਨੂੰ ਬਦਨਾਮ ਕਰਨ ਲਈ ਰੇਪ ਵੀ ਕੀਤੇ ਜਾਂਦੇ ਆ, ਅਗਵਾ ਵੀ ਕੀਤੇ ਜਾਂਦੇ ਆ, ਪੈਸੇ ਵੀ ਵਸੂਲੇ ਜਾਂਦੇ, ਬੱਸਾਂ 'ਚੋਂ ਕੱਢ ਕੇ ਵੀ ਮਾਰੇ ਜਾਂਦੇ, ਰੇਡਾਂ 'ਚ ਵੀ ਮਾਰੇ ਜਾਂਦੇ, ਸਾੜਿਆ ਵੀ ਜਾਂਦਾ। ਨਰਿੰਦਰ ਮੋਦੀ ਨੇ ਜਿਹੜਾ ਗੋਧਰਾ ਕਾਂਡ ਹੋਇਆ ਸੀ, ਆਪਣੇ ਆਪ ਹੀ ਇਹਨਾਂ ਨੇ ਖੁਦ ਜਿਹੜਾ ਬੰਬ ਰਖਾਇਆ, ਆਪ ਹੀ ਬੰਦੇ ਮਰਵਾਏ, ਹਿੰਦੂ ਹੀ ਮਰਵਾਏ, ਸਾਰਾ ਕੁਛ ਕੀਤਾ। ਆ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ CRP ਕੇ BSF ਦੇ ਜਿੰਨੇ ਜਵਾਨ ਮਰੇ ਆ, ਉਹ ਬਲਾਸਟ ਹੋਇਆ ਸੀਗਾ, ਬਲਾਸਟ ਵੀ ਇਹਨਾਂ ਨੇ ਆਪ ਕਰਾਇਆ। ਸਾਰਾ ਕੁਛ ਸਰਕਾਰਾਂ ਬੜਾ ਕੁਛ ਕਰਦੀਆਂ ਵੀਰ। ਜਿਹੜੀ ਡਰਟੀ ਪੋਲੀਟਿਕਸ ਆ ਇੰਡੀਆ ਦੀ, ਉੱਥੇ ਘੱਟ ਗਿਣਤੀਆਂ ਨੂੰ ਦਬਾਉਣ ਵਾਸਤੇ ਇੱਦਾਂ ਦਾ ਜਿਹੜੇ ਉਪਰਾਲੇ ਕੀਤੇ ਜਾਂਦੇ ਆ। ਤੜੀ ਮਾਰ ਕਿਹਾ ਜਾਂਦਾ ਜੀ, ਜਿਹੜਾ ਅਮਿਤ ਸ਼ਾਹ ਆ, ਤੜੀ ਮਾਰ ਦਾ ਮਤਲਬ ਕੀ ਹੁੰਦਾ ਆ? ਢਿੱਲੋਂ ਸਾਹਿਬ ਨੂੰ ਪੁੱਛਦੇ ਆ। ਉਹਦੇ 'ਤੇ ਬੈਨ ਲਾਇਆ ਗਿਆ ਸੀਗਾ, ਤੂੰ ਗੁਜਰਾਤ ਦੇ ਵਿੱਚ ਨਹੀਂ ਵੜ ਸਕਦਾ। ਇਹਦਾ ਮਤਲਬ ਸਭ ਤੋਂ ਗਿਰਿਆ ਹੋਇਆ ਬੰਦਾ ਭਾਰਤ ਦਾ ਹੋਊਗਾ, ਜਿਹਨੂੰ ਕਿਹਾ ਹੋਇਆ ਸੀਗਾ ਤੂੰ ਵੜ ਨਹੀਂ ਸਕਦਾ। ਪਰ ਸਾਡੇ ਜਿਹੜੇ ਭਗਤ ਆ, ਅੰਨੇ ਹੋਏ ਲੋਕ, ਉਹਨਾਂ ਨੂੰ ਵੋਟਾਂ ਪਾ ਕੇ, ਭਾਵੇਂ ਮਸ਼ੀਨਾਂ ਨੇ ਪਾਈਆਂ, ਭਾਵੇਂ ਲੋਕਾਂ ਨੇ ਪਾਈਆਂ, ਉਹ ਇਸ ਟਾਈਮ ਗ੍ਰਹਿ ਮੰਤਰੀ ਬਣਿਆ। ਇੱਕ ਜਿਹੜਾ ਪੂਰਾ ਕਾਤਲ ਹੈ 2000 ਤੋਂ ਵੱਧ ਬੰਦੇ ਦਾ, ਉਹ ਜੇ 'ਤੇ ਬੈਨ ਲੱਗਾ ਹੋਇਆ ਸੀਗਾ, ਬਾਹਰਲੇ ਦੇਸ਼ਾਂ ਦੇ ਵਿੱਚ ਵੀਜ਼ਾ ਨਹੀਂ ਸੀ ਦਿੰਦੀਆਂ ਸਰਕਾਰਾਂ, ਅਤੇ ਉਹ ਪ੍ਰਧਾਨ ਮੰਤਰੀ ਬਣਿਆ ਅਤੇ ਮੁੜ ਕੇ ਹਰਲ ਕਰਦਾ ਫਿਰਦਾ ਪੂਰੀ ਦੁਨੀਆ ਦੇ ਵਿੱਚ, ਕਹਿੰਦਾ ਹੁਣ ਬਣੇ ਆ ਤਾਂ ਨਜ਼ਾਰੇ ਲੈ ਲਈਏ। ਢਿੱਲੋਂ ਸਾਹਿਬ, ਤੜੀ ਮਾਰ ਦਾ ਮਤਲਬ ਕੀ ਹੁੰਦਾ ਜੀ? ਤੜੀ ਪਾਰ ਦਾ ਮਤਲਬ ਹੁੰਦਾ ਜਦੋਂ ਕਿਸੇ ਬੰਦੇ ਨੂੰ ਉਹਦੇ ਰਾਜ ਦੇ ਵਿੱਚੋਂ ਜਾਂ ਉਹਦੇ ਪਿੰਡ ਦੇ ਵਿੱਚੋਂ, ਉਹਦੇ ਜ਼ਿਲ੍ਹੇ ਚੋਂ ਕੱਢ ਦਿੱਤਾ ਜਾਵੇ ਕਿ ਇਹ ਬੰਦਾ ਜੇ ਇੱਥੇ ਰਹੂਗਾ ਤਾਂ ਇਹ ਜਾਂਚ ਨੂੰ ਪ੍ਰਭਾਵਿਤ ਕਰੂਗਾ ਜੀ। ਜਾਂਚ ਨੂੰ ਪ੍ਰਭਾਵਿਤ ਕਰਨ ਤੋਂ ਰੋਕਣ ਵਾਸਤੇ ਜਿਹੜੇ ਗਵਾਹ ਵਗੈਰਾ ਵੀ ਉਹਨਾਂ ਤੇ ਪ੍ਰਭਾਵ ਨਾ ਪਾ ਸਕੇ, ਉਹਨੂੰ ਜਦੋਂ ਕੱਢ ਦਿੱਤਾ ਜਾਂਦਾ, ਇਹ ਪੁਰਾਣਾ ਲਫ਼ਜ਼ ਹੈ, ਇਹਨੂੰ ਤੜੀ ਪਾਰ ਕਿਹਾ ਜਾਂਦਾ ਹੈ ਜੀ। ਹਾਂ ਬਿਲਕੁਲ ਜੀ। ਜਦੋਂ ਇਹੋ ਜਿਹੇ ਗਿਰੇ ਹੋਏ ਜਿਹੜੇ ਪ੍ਰਧਾਨ ਮੰਤਰੀ ਤੋਂ ਬਣੇ ਹੋਏ ਆ, ਗ੍ਰਹਿ ਮੰਤਰੀ ਬਣੇ, ਤਾਂ ਉਸ ਦੇਸ਼ ਦਾ ਰੱਬ ਹੀ ਰਾਖਾ ਹੁੰਦਾ ਜੀ। ਚੱਲਦੇ ਆਪਾਂ ਅਗਲੀ ਖਬਰ ਤੇ। ਕੇਜਰੀਵਾਲ ਦੀ ਤਾਕਤ ਨੂੰ ਬਚਾਉਣ ਲਈ ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰਾਂ ਨੇ ਦਿੱਲੀ ਨੂੰ ਚਾਲੇ ਪਾ ਦਿੱਤੇ ਆ। ਤੇ ਮਾੜਾ ਜਿਹਾ ਉੱਥੋਂ ਦਾ ਵੀ ਦੱਸਿਓ ਜੀ, ਜਿਹੜਾ ਪੱਛਮੀ ਬੰਗਾਲ ਦੇ ਹਾਲਾਤ ਕਿੱਦਾਂ ਦੇ ਆ, ਬਾਕੀ ਸਟੇਟਾਂ ਦੇ ਵਿੱਚ ਵੀ ਇਲੈਕਸ਼ਨ ਦੇ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਕੇਜਰੀਵਾਲ ਦੀ ਜਿਹੜੀ ਪਾਵਰ ਹੈ ਉਹਨੂੰ ਘਟਾਉਣ ਵਾਸਤੇ, ਗਵਰਨਰ ਨੂੰ ਆਲ ਪਾਵਰਫੁਲ ਬਣਾਉਣ ਵਾਸਤੇ ਇੱਕ ਭਾਰਤ ਸਰਕਾਰ ਨੇ ਕਾਨੂੰਨ ਲਿਆਂਦਾ ਸੀ ਪਾਰਲੀਮੈਂਟ ਦੇ ਵਿੱਚ। ਪਹਿਲਾਂ ਉਹ ਕਾਨੂੰਨ ਜਿਹੜਾ ਹੈ ਲੋਕ ਸਭਾ ਚੋਂ ਪਾਸ ਹੋ ਗਿਆ ਸੀ, ਕਿਉਂਕਿ ਬਹੁਤ ਸੰਮਤੀ ਹੈ ਇਹਨਾਂ ਦੇ ਕੋਲ, ਮੁਕੰਮਲ ਬਹੁਤ ਸੰਮਤੀ ਹੈ, ਕੋਈ ਪ੍ਰੋਬਲਮ ਨਹੀਂ ਸੀ ਹੋਣੀ। ਤੇ ਬਾਅਦ ਦੇ ਵਿੱਚ ਉਹੀ ਬਿੱਲ ਜਿਹੜਾ ਹੈਗਾ ਉਹ ਰਾਜ ਸਭਾ ਦੇ ਵਿੱਚ ਆਇਆ ਸੀ। ਹਾਲਾਂਕਿ ਕੁਝ ਪੋਲੀਟੀਕਲ ਪਾਰਟੀਆਂ ਨੇ ਇਹ ਮੰਗ ਕੀਤੀ ਸੀ ਕਿ ਇਸ ਬਿੱਲ ਨੂੰ ਡੈਫਰ ਕਰ ਦਿੱਤਾ ਜਾਵੇ, ਇਹਦੇ ਤੇ ਬਹਿਸ ਨਾ ਕਰਵਾਈ ਜਾਵੇ, ਵੋਟਿੰਗ ਨਾ ਕਰਵਾਈ ਜਾਵੇ। 5 ਰਾਜਾਂ ਦੇ ਵਿੱਚ ਚੋਣਾਂ ਹੋਣ ਕਰਕੇ ਵੱਖ-ਵੱਖ ਰਾਜ ਸਭਾ ਦੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਹੈ, ਉਹ ਉੱਥੇ ਚੋਣ ਪ੍ਰਚਾਰ ਕਰ ਰਹੇ ਹੈ, ਤੇ ਉਹਨਾਂ ਲਈ ਪਾਰਲੀਮੈਂਟ ਸੈਸ਼ਨ ਦੇ ਵਿੱਚ ਭਾਗ ਲੈਣਾ ਮੁਸ਼ਕਿਲ ਹੈ। ਲੇਕਿਨ ਇਹਨਾਂ ਨੇ ਕਹਿ ਦਿੱਤਾ ਸੀ ਨਹੀਂ ਜੀ ਅਸੀਂ ਤਾਂ ਕਰਵਾਵਾਂਗੇ। ਔਰ ਕਿਉਂਕਿ ਕੇਜਰੀਵਾਲ ਦਾ ਜਿਹੜਾ ਨਜ਼ਰੀਆ ਹੈ ਉਹ ਸਾਰੂ ਹੈ ਬੀਬੀ ਮਮਤਾ ਬੈਨਰਜੀ ਵੱਲ, ਸੋ ਮਮਤਾ ਬੈਨਰਜੀ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਸੀ, ਹਾਲਾਂਕਿ ਬਹੁਤ ਜ਼ਿਆਦਾ ਬਿਜੀ ਹੈ, ਪਰ ਉਹਨਾਂ ਨੇ ਫਿਰ ਕਿਹਾ ਵੀ ਜੇ ਇੱਕ ਰਾਜ ਸਰਕਾਰ ਦੀਆਂ ਪਾਵਰਾਂ ਘਟਾਈਆਂ ਜਾਂਦੀਆਂ, ਵਿਧਾਨ ਸਭਾ ਦੀਆਂ ਪਾਵਰਾਂ ਘਟਾਈਆਂ ਜਾਂਦੀਆਂ, ਤਾਂ ਸਾਨੂੰ ਇਹਦੇ ਵਿਰੋਧ ਵਿੱਚ ਜਾ ਕੇ ਉਹਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਆ, ਉਹਨਾਂ ਨੇ ਚਾਲੇ ਪਾ ਦਿੱਤੇ ਸੀਗੇ ਜੀ, ਦਿੱਲੀ ਆ ਵੀ ਗਏ ਸੀ। ਔਰ ਉਹਦੇ ਤੇ ਇਹ ਸੀ ਕਿ ਕੱਲ ਜਿਹੜਾ ਹੈਗਾ ਰਾਜ ਸਭਾ ਦੇ ਵਿੱਚ ਇਸ ਬਿੱਲ ਦੇ ਉੱਤੇ ਬਹਿਸ ਹੋਈ ਸੀ। ਉਮੀਦ ਇਹ ਸੀ ਕਿ ਸ਼ਾਇਦ ਇਹ ਬਿੱਲ ਉੱਥੋਂ ਪਾਸ ਨਾ ਹੋਵੇ, ਲੇਕਿਨ ਬਿਲਕੁਲ ਉਸੇ ਤਰ੍ਹਾਂ ਹੀ ਮੰਗ ਇਹ ਕੀਤੀ ਗਈ ਸੀ ਕਿ ਜਿਹੜੀ ਇਹ ਗੁਪਤ ਵੋਟਿੰਗ ਕਰਵਾਓ, ਲੇਕਿਨ ਓਪਨ ਵੋਟਿੰਗ ਕਰਵਾਤੀ ਦੇਰ ਰਾਤ, ਔਰ ਦੇਰ ਰਾਤ ਕਰਵਾਈ ਉਸ ਵੋਟਿੰਗ ਦੇ ਵਿੱਚ ਉਹ ਬਿੱਲ ਜਿਹੜਾ ਜੀ ਉਹ ਪਾਸ ਹੋ ਗਿਆ। ਹਾਲਾਂਕਿ ਚਾਲੇ ਜ਼ਰੂਰ ਪਾਤੇ ਸੀ, ਉਹ ਦਿੱਲੀ ਪਹੁੰਚ ਵੀ ਗਏ ਸੀ, ਲੇਕਿਨ ਉਹ ਇਸ ਬਿੱਲ ਨੂੰ ਰੁਕਵਾ ਨਹੀਂ ਸਕੇ। ਹੁਣ ਕਾਨੂੰਨ ਬਣ ਗਿਆ ਤੇ ਇਸ ਕਾਨੂੰਨ ਦੇ ਮੁਤਾਬਕ ਦਿੱਲੀ ਦੀ ਸਰਕਾਰ ਹੈ, ਜਿਹੜੀ ਦਿੱਲੀ ਦੀ ਵਿਧਾਨ ਸਭਾ ਹੈ, ਉਸ ਵਿਧਾਨ ਸਭਾ ਦੀ ਤਾਕਤ ਬਿਲਕੁਲ ਘਟ ਗਈ ਹੈ। ਹਰ ਕੋਈ ਵੀ ਜਿਹੜਾ ਫੈਸਲਾ ਲੈਣਾ ਹੋਊਗਾ ਹੁਣ ਕੇਜਰੀਵਾਲ ਦੀ ਸਰਕਾਰ ਨੇ, ਉਹ ਫੈਸਲਾ ਉਹੀ ਲਾਗੂ ਹੋਊਗਾ ਜਿਹਦੀ ਗਵਰਨਰ ਪ੍ਰਵਾਨਗੀ ਦੇਊ। ਹਰ ਫੈਸਲਾ ਲੈਣ ਤੋਂ ਪਹਿਲਾਂ ਗਵਰਨਰ ਦੀ ਪ੍ਰਵਾਨਗੀ, ਲੈਫਟੀਨੈਂਟ ਗਵਰਨਰ ਦੀ ਪ੍ਰਵਾਨਗੀ ਲੈਣੀ ਪੈਣੀ ਹੈ। ਰਾਜਨੀਤਿਕ ਹਲਕੇ ਇਹ ਮੰਨਦੇ ਹੈ ਕਿ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਰਾਜਾਂ ਦੇ ਵਿੱਚ ਚੋਣ ਹਾਰ ਜਾਂਦੀ ਹੈ,
ਦੇ ਵਿੱਚ ਰਾਜ ਭਾਗ ਜਿਹੜਾ ਹੈਗਾ ਉਹ ਆਪਣੀ ਇੱਛਾ ਮੁਤਾਬਕ ਚਲਾਉਣਾ ਚਾਹੁੰਦੀ ਹੈ ਔਰ ਕਿਉਂਕਿ ਜਦੋਂ ਵਿਰੋਧੀ ਧਿਰ ਦੀ ਹਕੂਮਤ ਹੁੰਦੀ ਹੈ ਉਹ ਉਹਨਾਂ ਦੀ ਇੱਛਾ ਮੁਤਾਬਕ ਨਹੀਂ ਚੱਲਦੀ। ਹੁਣ ਵਿਰੋਧੀ ਧਿਰ ਦੀਆਂ ਹਕੂਮਤਾਂ ਨੂੰ ਅਸਰ ਕਰਨ ਵਾਸਤੇ ਅਜਿਹੇ ਤੌਰ ਤਰੀਕੇ ਵਰਤੇ ਜਾ ਰਹੇ ਹੈ। ਇਹਨੂੰ ਅਸੀਂ ਇਹ ਕਹਾਂਗੇ ਕਿ ਇਹ ਇੱਕ ਕਿਸਮ ਦਾ ਤਾਨਾਸ਼ਾਹੀ ਵੱਲ ਵਧਣ ਦਾ ਜਿਹੜਾ ਇੱਕ ਸਬੂਤ ਹੈ, ਵੱਡਾ ਸਬੂਤ ਹੈ ਕਿ ਚੁਣੀਆਂ ਹੋਈਆਂ ਸਰਕਾਰਾਂ ਨੂੰ ਉਹਨਾਂ ਦੇ ਅਧਿਕਾਰ ਖੋ ਕੇ ਤੁਸੀਂ ਅਰਥਹੀਨ ਕਰ ਦਿਓ। ਤੇ ਜੇ ਇਹੀ ਕੁਛ ਕਰਨਾ ਤਾਂ ਫਿਰ ਦਿੱਲੀ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਜਿਹੜਾ ਉੱਥੇ ਚੋਣ ਕਰਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂਗਾ। ਚਾਹੀਦਾ ਫਿਰ ਇਹੀ ਹੈ ਕਿ ਉਹਨੂੰ ਤੋੜ ਦੇਣ ਤੇ ਸਿੱਧੀ ਗਵਰਨਰੀ ਰਾਜ ਥੱਲੇ ਲੈ ਆਉਣ। ਦਿੱਲੀ ਦੀ ਜਿਵੇਂ ਹਕੂਮਤ ਪਹਿਲਾਂ ਇਹਨਾਂ ਕੋਲੇ ਹੁੰਦੀ ਸੀ ਉਵੇਂ ਹੀ ਫੇਰ ਕਰ ਦੇਣ। ਇਹ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਦਿੱਲੀ ਨੂੰ ਪੂਰਨ ਰਾਜ ਬਣਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਵੀ ਮੰਗ ਕਰਦੀ ਰਹੀ ਹੈ। ਕੋਈ ਜ਼ਮਾਨਾ ਹੁੰਦਾ ਸੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਰਹੀ ਹੈ ਦਿੱਲੀ ਦੇ ਵਿੱਚ, ਉਦੋਂ ਕਹਿੰਦੇ ਸੀ ਸਾਨੂੰ ਪੂਰਨ ਰਾਜ ਦਾ ਦਰਜਾ ਦਿਓ। ਹੁਣ ਅਧੂਰਾ ਰਾਜ ਹੈ ਤੇ ਅਧੂਰੇ ਰਾਜ ਦੇ ਕੋਲੇ ਵੀ ਜਿਹੜੀਆਂ ਨਾ ਮਾਤਰ ਕੋਈ ਪਾਵਰਾਂ ਸੀ ਉਹ ਪਾਵਰਾਂ ਵੀ ਇਸ ਕਾਨੂੰਨ ਰਾਹੀਂ ਖੋਲ ਲਈਏ ਜੀ। ਹਾਂ ਬਿਲਕੁਲ ਜੀ। ਆਪਣੇ ਨਾਲ ਕਾਲਰ ਜੀ, ਕਾਲ ਤੋਂ ਬਾਅਦ ਆਪਣੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਹੈਲੋ ਹਾਂਜੀ ਵੀਰ ਜੀ, ਮੈਂ ਤੇ ਜੀ ਜੀ ਹਾਂਜੀ 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 ਵੀਰ ਜੀ, ਮੈਂ ਪਹਿਲਾਂ ਤੁਹਾਨੂੰ ਸਵਾਲ ਕੀਤੇ ਸੀ ਦੋ ਤਿੰਨ, ਤੁਸੀਂ ਗੱਲ ਅੰਮ੍ਰਿਤ ਸਾਹਿਬ ਤੇ ਲੈ ਗਏ, ਤਾੜੀ ਮਾਰ ਕੇ ਤਾਂ ਤੁਸੀਂ ਉਹਨਾਂ ਨੂੰ ਇਹ ਨਿਹੰਗ ਸਿੰਘਾਂ ਦੀ ਆਪਾਂ ਗੱਲ ਕਰਦੇ ਜਾਂ ਹੋਰ ਉਹ ਸਾਜੀ ਨਾਲ ਕੋਈ ਲਿਖਤ ਤੇ ਕਰੀਏ ਗੱਲ, ਆਪਣੀ ਗੱਲ ਜਿਹੜੀ ਮੈਂ ਗੱਲ ਕੀਤੀ ਸਿੰਘਾਂ ਦੀ ਗੱਲ ਕਰ ਦਿੱਤੀ ਹੈ ਜੀ ਆਲਰੇਡੀ। ਢਿੱਲੋਂ ਸਾਹਿਬ ਨੇ ਪਹਿਲੇ ਹੀ ਸਵਾਲ ਨਹੀਂ, ਮੇਰਾ ਛੋਟੇ ਕੁਐਸਚਨ ਤੇ ਇੱਕ ਹੋਰ ਕੁਐਸਚਨ ਹੈ ਜੀ ਮੇਰਾ ਬਾਈ ਜੀ। ਹਾਂਜੀ ਹਾਂਜੀ, ਤੁਸੀਂ ਕਿਹਾ ਵੀ ਇਹ ਉਹਨਾਂ ਨੇ ਸਰਕਾਰ ਨੇ ਬੰਦੇ ਮਾਰੇ ਜਿਹੜੇ, ਮੈਂ ਕੱਲ ਵੀ ਘਰੋਂ ਗੱਲ ਕਰਕੇ ਗੱਲ ਕਰੀ ਬਿਲਕੁਲ ਜੀ ਬਿਲਕੁਲ। ਹਾਂਜੀ, ਜਿਹੜੀ ਆਪਣੇ ਬੰਦਿਆਂ ਕੋਲ AK-47 ਸੀ ਜਿਹੜੀ ਉਹਨਾਂ ਨੇ ਗੋਲੀਆਂ ਚਲਾਈਆਂ, ਉਹਨਾਂ ਨੇ ਕੌਣ ਕੁੱਤੇ ਮਾਰੇ ਕਿ ਜਾਂ ਕੌਣ ਮਾਰੇ ਉਹਨਾਂ ਨਾਲ? ਜਦੋਂ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਸੇਕ ਨਹੀਂ ਲੱਗਾ ਇਸ ਚੀਜ਼ ਦਾ, ਗੱਲ ਕਰਨੀ ਬੜੀ ਸੌਖੀ ਆ। ਜਿਨ੍ਹਾਂ ਦੇ ਮਰੇ ਆ, ਜਿਨ੍ਹਾਂ ਦੇ ਸ਼ਹੀਦ ਹੋਏ, ਜਿਨ੍ਹਾਂ ਦੇ ਪਰਿਵਾਰ ਜੁੜ ਗਏ, ਉਹਨਾਂ ਦਾ ਪਤਾ ਹੁੰਦਾ। ਜਦੋਂ ਭਾਜੀ ਹਾਲਾਤ ਬਣ ਜਾਂਦੇ ਆ ਨਾ ਸਰਕਾਰ ਜੀ। ਬਾਈ ਜੀ ਏਦਾਂ ਨਾ ਬੋਲਿਆ ਕਰੋ, ਮੇਰੇ ਵੀ ਮਰੇ ਆ ਭਾਈ ਜੀ, ਤੁਹਾਨੂੰ ਤੁਸੀਂ ਮੈਨੂੰ ਕੀ ਜਾਣਦੇ ਹੋ? ਮੈਂ ਹੈਡਾ ਮੈਂ 84 ਦਿੱਲੀ ਚ ਸੀਗਾ, ਮੈਂ ਉੱਥੇ ਮੇਰੇ ਵੀ ਮਰੇ ਆ। ਜੇ ਮਰੇ ਹੁੰਦੇ ਭਾਜੀ ਫਿਰ ਏਦਾਂ ਬੰਦਾ ਬੋਲਦਾ ਨਹੀਂ। ਜਿਹੜੇ ਬੰਦੇ ਨੂੰ ਹਾਲਾਤ ਬਣਦੇ ਨਾ, ਜਦੋਂ ਹਾਲਾਤ ਬਣਦੇ ਸਰਕਾਰਾਂ ਜ਼ੁਲਮ ਕਰਦੀਆਂ ਘੱਟ ਗਿਣਤੀਆਂ ਤੇ, ਉਦੋਂ ਇਹ ਕੰਮ ਬਣਦੇ ਆ, ਜਦੋਂ ਸਹਿਣਸ਼ੀਲਤਾ ਹੁੰਦੀ ਆ ਜੀ। ਭਾਜੀ ਜਦੋਂ ਅਸੀਂ ਸੱਤਾ ਚ ਨਿਰੰਕਾਰ ਜੀ ਨੂੰ ਸਮਝਾਉਣ ਗਏ ਆ ਉੱਥੇ, ਬਈ ਭਾਈ ਸਾਡੇ ਧਰਮ ਬਾਰੇ ਖਿਲਾਫ ਨਾ ਬੋਲੋ, ਅਸੀਂ ਉਹ ਧਰਮ ਦੇ ਖਿਲਾਫ ਤੋਂ ਬਚਾਉਂਦੇ ਅਸੀਂ ਤਾਂ ਗੁਰੂ ਘਰ ਢਵਾ ਲਿਆ, ਸਾਨੂੰ ਕਿਹੜਾ ਸਿਆਣਾ ਕਹੂਗਾ? ਅੱਛਾ, ਜਾਣੀ ਕਿ ਬੰਦਾ ਸਿਰ ਸੁੱਟ ਕੇ, ਤੁਹਾਡਾ ਮਤਲਬ ਹੈ ਸਿਰ ਸੁੱਟ ਕੇ ਬਹਿ ਜਾਓ। ਜੇ ਆਪਾਂ ਬਾਹਰ ਆ ਕੇ ਗ੍ਰਿਫਤਾਰੀ ਦੇ ਦਿੰਦੇ ਫਿਰ ਕੀ ਹੋਣਾ ਸੀਗਾ? ਫਿਰ ਗੁਰਦੁਆਰਾ ਢੇਣੋਂ ਬਚਦਾ ਸੀਗਾ ਆਪਣਾ, ਫਿਰ ਕਿਹੜਾ ਅਸੀਂ ਬਚ ਗਏ? ਫਿਰ ਕਿਹੜਾ ਸਾਨੂੰ ਉਹਨਾਂ ਨੇ ਕਾਂਠੇ ਪਾਤੇ? ਤੁਹਾਡੇ ਵਿਚਾਰ ਆ ਵੀਰ ਜੀ, ਇਹਦਾ ਮਤਲਬ ਬੰਦਾ ਸਿਰ ਸੁੱਟ ਕੇ ਬਹਿ ਜਾਵੇ ਅਣਖ ਨਾਲੋਂ। ਜਿਹੜੀ ਸੰਤਾਂ ਨੇ ਕਿਹਾ ਸੀਗਾ ਜ਼ਮੀਰ ਜਾਗਦੀ ਚਾਹੀਦੀ ਆ, ਮਰੀ ਜ਼ਮੀਰ ਨਹੀਂ ਚਾਹੀਦੀ। ਮੇਰੀ ਜ਼ਮੀਰ ਬਹੁਤ ਜਾਗਦੀ ਆ ਜੀ, ਮੈਂ ਵੀ ਸਿੱਖ ਵਾਂ, ਮੈਂ ਵੀ ਤੁਹਾਡੀ ਚੋਈਆਂ। ਫਿਰ ਇਹ ਸਵਾਲ ਨਹੀਂ ਸੀ ਕਰਨਾ ਵੀਰ, ਫਿਰ ਤੁਸੀਂ ਇਹ ਸਵਾਲ ਨਹੀਂ ਸੀ ਕਰਨਾ। ਜੇ ਜ਼ਮੀਰ ਜਾਗਦੀ ਹੋਵੇ ਫਿਰ ਇਹ ਸਵਾਲ ਨਹੀਂ ਹੁੰਦੇ। ਜਿਹੜੀਆਂ ਗਲਤੀਆਂ ਹੋਈਆਂ ਸਾਨੂੰ ਸੁਧਾਰਨੀਆਂ ਚਾਹੀਦੀਆਂ ਨੇ। ਜ਼ਮੀਰ ਨਹੀਂ ਮਰੀ ਹੁੰਦੀ, ਤੁਸੀਂ ਪਤਾ ਕਹਿੰਦੇ ਹੋ, ਫਲਾਣੇ ਨੂੰ ਗਦਾਰ ਕਹਿੰਦੇ ਨੇ, ਧਮਕੜਾ ਕਹਿੰਦੇ ਹੋ, ਤਾਂ ਕਿਸੇ ਨੂੰ ਜ਼ਮੀਰ ਮਰੀ ਹੋਈ ਆ, ਏਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਠੀਕ ਹੈ ਜੀ, ਤੁਹਾਡੇ ਵਿਚਾਰ ਆ ਵੀਰ ਜੀ। ਜੇ ਜ਼ਮੀਰ ਜਾਗਦੀ ਹੁੰਦੀ ਤੁਸੀਂ ਕਦੇ ਵੀ ਇਹ ਗੱਲ ਨਹੀਂ ਸੀ ਕਹਿਣੀ, ਕਿਉਂਕਿ ਜਿਹੜੇ ਬੰਦਿਆਂ ਦਾ ਹੋਇਆ, ਜਿੱਦਾਂ ਦੇ ਹਾਲਾਤ ਬਣਦੇ ਆ ਨਾ। ਹਰਮੰਦਰ ਸਾਹਿਬ ਤੇ ਗਿਆ, ਹਰਮੰਦਰ ਸਾਹਿਬ ਤੇ ਗਿਆ ਸਾਡਾ। ਭਾਜੀ ਉਹ ਸਰਕਾਰ ਦੀ ਬਦਨੀਤੀ ਸੀ, ਉਹ ਪਹਿਲਾਂ ਹੋਣਾ ਸੀ। ਹਾਲਾਤ ਬਣਾਏ ਜਾਂਦੇ ਆ ਘੱਟ ਗਿਣਤੀ ਨੂੰ ਕੁਚਲਣ ਲਈ। ਸ਼ਾਇਦ ਇੰਦਰਾ ਗਾਂਧੀ ਤੁਹਾਡੀ ਸਿਹਤ ਹੁੰਦੀ ਹੁਣ ਅਸੀਂ ਉਹਨੇ ਮਾਰੀ ਜਾਂਦੇ ਗੱਲਾਂ ਚਾਰ ਬੰਦੇ ਤੁਸੀਂ ਉਹਦਾ ਮਾਰੀ ਜਾਂਦੇ। ਤੁਹਾਨੂੰ ਜਿਹੜੀ ਚੀਜ਼ ਦਾ ਪਤਾ ਨਹੀਂਗਾ, ਜਦੋਂ ਜਿਹੜੇ ਹਾਲਾਤ ਬਣਾਉਂਦੀ ਨਾ ਸਰਕਾਰ, ਉਹਨੂੰ ਪਤਾ ਹੁੰਦਾ। ਏਦਾਂ 에ਅਰ ਤੇ ਫੋਨ ਲਾ ਕੇ ਚਵਲਾ ਮਾਰਨਾ ਕੁੱਖ ਨਹੀਂ ਹੁੰਦਾ। ਜਦੋਂ ਹਾਲਾਤ ਬਣਦੇ ਆ ਉਹਨੂੰ ਪਤਾ ਹੁੰਦਾ ਕਿੱਦਾਂ ਦੇ ਹਾਲਾਤ ਬਣਦੇ। ਜਿਨ੍ਹਾਂ ਦੇ ਬੀਤੀਆਂ, ਜਿਨ੍ਹਾਂ ਨੇ ਰਗੜੇ ਖਾਦੇ, ਜਿਨ੍ਹਾਂ ਦੇ ਚੱਡੇ ਪਾਟੇ ਆ, ਉਹਨਾਂ ਨੂੰ ਪਤਾ ਹੈ ਕੀ ਸੀਗਾ ਉਦੋਂ। ਤੇ ਆਪਣੀ ਇੱਕ ਲਾਸਟ ਕਾਲ ਲੈ ਕੇ ਤੇ ਆਪਾਂ ਸਮਾਪਤੀ ਕਰਦੇ ਪ੍ਰੋਗਰਾਮ ਦੀ। ਹਾਂਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸੁਖਿੰਦਰ ਸਿੰਘ ਜੀ ਜੀ ਸਾਂਝੀ ਆਉਂਦੇ ਰਹੋ ਜੀ ਤੁਸੀਂ। ਅੱਛਾ, ਮੈਂ ਨਾ ਵੀਰ 2 ਵਾਰੀ ਕਾਲ ਕੀਤੀ ਤੇ ਬੜਾ ਅਗਰੈਸਿਵ ਹੋਇਆ ਹੈ ਨਾ ਜੀ ਜੀ। ਬਿਲਕੁਲ ਜੀ, ਉਹ ਗੱਲ ਗਲਤ ਹੈ ਜੀ। ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ। ਢਿੱਲੋਂ ਵੀਰ ਨੇ ਵੀ ਬਿਲਕੁਲ ਸਹੀ ਕਿਹਾ ਸੀਗਾ ਵੀ ਜਿਹੜਾ ਪ੍ਰਸ਼ਾਸਨ ਹੁੰਦਾ ਆ, ਜਿਹੜੀ ਪੁਲਿਸ ਹੁੰਦੀ, ਉਹਨੂੰ ਪਤਾ ਹੁੰਦਾ ਵੀ ਕਾਨੂੰਨ ਕੀ ਕਹਿੰਦਾ ਆ, ਹੈਨਾ। ਜਿਹੜਾ ਬੰਦਾ ਮੋਹਰੇ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ। ਢਿੱਲੋਂ ਵੀ ਜਿਵੇਂ ਕਿਹਾ ਵੀ ਉਹਨਾਂ ਨੂੰ ਗੋਲੀ ਮੱਥੇ 'ਚ ਨਹੀਂ ਮਾਰਨੀ ਚਾਹੀਦੀ, ਲੱਤ 'ਚ ਮਾਰ ਕੇ ਫੜ ਸਕਦੇ ਸੀ, ਹੈਨਾ। ਮੈਂ ਇਸ ਵੀਰ ਨੂੰ ਪੁੱਛਣਾ ਚਾਹੁੰਦਾ, ਮੇਰੇ ਕੋਲ ਪ੍ਰੂਫ ਹੈ, ਕਿਤੇ ਟਾਈਮ ਕੱਢ ਕੇ ਮੇਰੇ ਨਾਲ ਡਿਸਕਸ਼ਨ ਕਰ ਲਵੇ। ਇਹਨੂੰ ਸ਼ਾਇਦ ਵੀਰ ਨੂੰ ਪਤਾ ਨਹੀਂ ਕਿ ਥਾਣਿਆਂ ਦੇ ਵਿੱਚ ਧੀ ਨੂੰ ਨੰਗੀ ਕਰਕੇ ਉੱਤੇ ਪੇ ਨੂੰ ਲੰਮੇ ਪਾਇਆ ਗਿਆ ਸੀ ਥਾਣਿਆਂ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ। ਜਿਹਨਾਂ ਬੰਦਿਆਂ ਤੋਂ ਜ਼ਬਰਦਸਤੀ ਸੰਗ ਰੋਟੀ ਵੀ ਖਾ, ਉਹਨਾਂ ਬੰਦਿਆਂ ਨੂੰ ਵੀ ਚੱਕ ਕੇ ਸ਼ਹੀਦ ਕਰ ਦਿੱਤਾ, ਮਾਰ ਦਿੱਤਾ।
ਠੀਕ ਹੈ ਜੀ। ਕਈ ਬੰਦੇ ਘਰਾਂ ਚੋਂ ਗਏ, ਮੁੜ ਕੇ ਘਰਾਂ 'ਚ ਵਾਪਸੀ ਨਹੀਂ ਆਏ, ਤੇ ਜਸਵੰਤ ਸਿੰਘ ਖਾਲੜੇ ਨੇ 25,000 ਅਣਪਛਾਤਾ ਜਿਹੜਾ ਕਰਕੇ ਜਾਂ ਦਰਿਆਵਾਂ 'ਚ ਸਿੱਟਤਾ, ਜਾਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ, ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਜਾਂ ਸ਼ਮਸ਼ਾਨ ਘਾਟਾਂ 'ਚ ਸਾੜ ਦਿੱਤੇ। ਇਹ ਵੀਰ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਜਸਵੰਤ ਸਿੰਘ ਖਾਲੜੇ ਨੇ ਅਸਾਲਟ ਚੱਕੀ ਸੀ? ਉਹ ਕਹਿਣਾ ਬੜਾ ਸੌਖਾ, ਜੇ ਬੰਦਾ ਸਿੱਖ ਹੋਵੇ ਤੇ ਇਦਾਂ ਦੀ ਗੱਲ ਹੀ ਨਹੀਂ ਕਰਦਾ। ਸਿੱਖ ਹੋ ਕੇ ਕਹਿੰਦਾ ਉਹਨਾਂ ਦਾ ਦਿੱਲੀ 'ਚ ਨੁਕਸਾਨ ਹੋਇਆ। ਮੈਂ ਦੱਸਣਾ, ਅੱਜ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਨਾ ਜੀ। ਭਗਤ ਸਿੰਘ ਨੇ ਅਸੈਂਬਲੀ 'ਚ ਬੰਬ ਸਿੱਟਿਆ, ਉਹ ਸਾਡੇ ਵਾਸਤੇ ਮਹਾਨ ਆ ਤੇ ਸ਼ਹੀਦ ਹੈ ਜੀ, ਠੀਕ ਹੈ ਜੀ। ਤੇ ਜੇ ਜਿੰਦੇ ਤੇ ਸੁੱਖੇ ਨੇ ਦਰਬਾਰ ਸਾਹਿਬ ਦੇ ਟੈਕ ਦਾ ਬਦਲਾ ਲਿਆ, ਪੂਨੇ ਜਾ ਕੇ ਜਨਰਲ ਦਾਦੀ ਤੋਂ ਅੱਤਵਾਦੀ ਹੋ ਗਏ। ਮੈਂ ਦਾਅਵੇ ਨਾਲ ਕਹਿੰਦਾ, ਜੇ ਜਿੰਦਾ ਤੇ ਸੁੱਖਾ ਭਗਤ ਸਿੰਘ ਦੇ ਹਾਣੀ ਹੁੰਦੇ ਤੇ ਭਗਤ ਸਿੰਘ ਦੇ ਨਾਲ ਖਾਨਾ ਸੀ ਤੇ ਉਹਨਾਂ ਨੂੰ ਸ਼ਹੀਦ ਕਹਿਣਾ ਸੀ ਇਹਨਾਂ ਲੋਕਾਂ ਨੇ। ਬਿਲਕੁਲ। ਤੇ ਜੇ ਭਗਤ ਸਿੰਘ ਜਿੰਦੇ ਸੁੱਖੇ ਦੇ ਟਾਈਮ ਜੰਮਦਾ ਤੇ ਇਹਨਾਂ ਨੇ ਅੱਤਵਾਦੀ ਕਹਿਣਾ ਸੀ ਭਗਤ ਸਿੰਘ ਨੂੰ। ਇਹ ਉਹ ਲੋਕ ਨੇ ਜੀ, ਤੇ ਉਹ ਲੋਕ ਨੇ। ਇੱਕ ਬੰਦਾ ਆਜ਼ਾਦੀ ਲਈ ਲੜਦਾ, ਆਪਣੀ ਸਭਿਮਾਨਤਾ ਲਈ ਲੜਦਾ, ਉਹ ਅੱਤਵਾਦੀ ਹੋ ਜਾਂਦਾ। ਇੱਕ ਇਹਨਾਂ ਬੰਦਿਆਂ ਲਈ ਸ਼ਹੀਦ ਹੋ ਜਾਂਦਾ ਜੇ ਅਸੈਂਬਲੀ 'ਚ ਬੰਬ ਛੱਡਦਾ ਤਾਂ। ਸ਼ਰਮ ਆਉਣੀ ਚਾਹੀਦੀ ਇਹੋ ਜਿਹੀ ਸੋਚ ਨੂੰ। ਸਰੀਰ ਤੇ ਹਟਾਇਆ, ਸਾਨੂੰ ਪਤਾ। ਇਹਨੂੰ ਪੁੱਛੇ ਵੀ ਜਿਹੜਾ ਦਿੱਲੀ ਦੇ ਵਿੱਚ ਸਾਰਾ ਕੁਝ ਹੋਇਆ, 2 ਅੰਗ ਰੱਖਿਆ ਕਿ ਮੈਂ ਇੰਦਰਾ ਗਾਂਧੀ ਮਾਰੀ, ਜੇ ਕਹਿੰਦਾ ਵੀ ਸਾਡੇ ਮਰਿਆ ਸੰਗ ਨਹੀਂ ਉਹਦੀ ਗੱਲ ਕਰਦਿਆਂ ਨੂੰ, ਉੱਥੇ ਧੀਆਂ ਭੈਣਾਂ ਦੀ ਬਲਾਤਕਾਰ ਹੋਏ, ਟਾਇਰ ਪਾਪਾ ਜੀਂਦਿਆਂ ਨੂੰ ਸਾੜਿਆ। ਕੋਈ ਸਿਸਟਮ ਕਹਿੰਦਾ ਏਦਾਂ ਕਰੋ? ਜੇ 2 ਬੰਦਿਆਂ ਨੇ ਇੱਕ ਰਾਜੇ ਨੂੰ ਮਾਰ ਦਿੱਤਾ, ਕੀ ਪ੍ਰਸ਼ਾਸਨ ਜਾਂ ਮਸ਼ੀਨਰੀ ਕਹਿੰਦੀ ਵੀ ਪ੍ਰੀ ਪਲਾਨ ਬਣਾ ਕੇ ਇੱਕੋ ਜਿਹਾ ਰਾੜ ਦਿੱਤੇ ਜਾਣ, ਇੱਕੋ ਜਿਹਾ ਪਾਊਡਰ ਦਿੱਤਾ ਜੇ ਸਿੱਖਾਂ ਦੇ ਘਰਾਂ ਨਿਸ਼ਾਨੀਆਂ ਲਾ ਕੇ ਬੰਦਿਆਂ ਨੂੰ ਮਾਰਿਆ ਜਾਵੇ? ਯਾਰ ਕਿਹੋ ਜਿਹੇ ਲੋਕ ਨੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ? ਸ਼ਰਮ ਹੋਣੀ ਚਾਹੀਦੀ ਹੈ। ਅਸੀਂ ਕਹਿੰਦੇ ਕਿ ਕਿਸੇ ਪਾਸੋਂ ਵੀ ਜੇ ਸਿੰਘਾਂ ਵੱਲੋਂ ਵੀ ਕੋਈ ਗਲਤ ਬੰਦਾ ਮਾਰਿਆ ਤਾਂ ਅਸੀਂ ਕੀ ਉਹਨੂੰ ਗਲਤ ਕਹਿੰਦੇ ਆ ਜੀ? ਜੇ ਵਾਇਲੈਂਸ ਹੋਈ ਅਸੀਂ ਕਹਿੰਦੇ ਗਲਤ ਆ। ਬਿਲਕੁਲ ਜੀ, ਜਿਹੜਾ ਗਲਤ ਹੋਇਆ ਗਲਤ ਆ, ਪਰ ਜਿਹੜਾ ਕਹਿਣਾ ਆਪਣੇ ਆਪ ਨੂੰ ਮੈਂ ਸਿੱਖਿਆ। ਜਿਹੜਾ ਗੱਲ ਕਰਦੇ ਗੁਰਦੁਆਰਾ ਢਵਾਲਿਆ, ਗੁਰਦੁਆਰੇ ਦਾ ਪਾਣੀ ਅੰਨ ਬੰਦ ਕਰਕੇ ਕਿੰਨਾ ਚਿਰ ਰਹੇ ਨੇ? ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਸੀ ਨਾ ਅਨੰਦਪੁਰ ਦਾ, ਜਦੋਂ ਘੇਰਾ ਪਿਆ ਸੀ। ਆਪਣੇ ਆਪ ਸਿੰਘਾਂ ਨੇ ਬਾਹਰ ਆ ਜਾਣਾ ਸੀ, ਉੱਥੇ ਟੈਂਕ ਚਾੜਨ ਦੀ ਕੀ ਲੋੜ ਸੀ? ਉੱਥੇ ਬੰਬ ਮਾਰੀ ਤੇ ਬੰਦੇ ਤਾਂ 40-50 ਸੀਗੇ ਜਾਂ 100 ਲਾ ਲਓ, ਜਿਹੜੇ ਉੱਥੇ ਸ਼ਰਧਾਲੂ ਪਿਆ ਸੀ ਗੁਰੂ ਅਰਜਨ ਦੇਵ ਸ਼ਹੀਦੀ ਗੁਰਪੁਰਬ, ਉਹਨਾਂ ਦਾ ਕੀ ਕਸੂਰ ਸੀ? ਨਿਆਣਿਆਂ ਦੇ ਖੜ ਕਰਕੇ ਗੋਲੀਆਂ ਮਾਰੀਆਂ। ਮੈਂ ਕਹਿੰਦਾ ਹੱਦ ਹੋ ਗਈ ਆ। ਇਹਨਾਂ ਲੋਕਾਂ ਦੀ, ਸਿੱਖਾਂ ਦੀ ਸ਼ਰਮ ਹੋਣੀ ਚਾਹੀਦੀ ਹੈ ਇਦਾਂ ਦੇ ਲੋਕਾਂ ਨੂੰ। ਧੰਨਵਾਦ ਜੀ। ਜੀ ਧੰਨਵਾਦ ਜੀ। ਸਿੱਖ ਸੁਖਤ ਕਾਦੇ ਆ। ਧੰਨਵਾਦ ਢਿੱਲੋਂ ਸਾਹਿਬ, ਆਪਣਾ ਪ੍ਰੋਗਰਾਮ ਦਾ ਸਮਾਂ ਉੱਪਰ ਚਲਾ ਗਿਆ ਜੀ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਦੋਸਤੋ, ਆਪਣਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਆਪਾਂ ਫਿਰ ਜੁੜਾਂਗੇ ਜੀ, ਸਵੇਰੇ PTN 24 ਤੇ ਨਾਲ ਰੇਡੀਓ 1690 AM ਤੇ ਕੱਲ ਸ਼ਾਮ ਨੂੰ ਵੀ ਆਪਣਾ ਢਿੱਲੋਂ ਸਾਹਿਬ ਦੇ ਨਾਲ ਪ੍ਰੋਗਰਾਮ ਹੋਊਗਾ। ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿ ਸ਼੍ਰੀ ਅਕਾਲ।